वाहिगुरु जी का खालसा, वाहिगुरु जी की फतेह। हाँ जी, वॉइस ऑफ मानवता पर हम सबका स्वागत करते हैं, जो हिंदी भाषी हैं वो भी, और साढ़े पंजाबी वालियां ਨੂੰ भी ਅਸੀਂ ਸਾਰਿਆਂ ਦਾ ਸਵਾਗਤ ਕਰਦੇ ਹੈਗੇ ਆ ਵੌਇਸ ਆਫ ਮਾਨਵਤਾ ਤੇ। ਅੱਜ ਅਸੀਂ ਫਿਰ ਇੱਕ ਸਾਹਿਤਿਕ ਪ੍ਰੋਗਰਾਮ ਜਿਹੜਾ ਹੈਗਾ ਆ ਉਹ ਪੇਸ਼ ਕਰਨ ਜਾ ਰਹੇ ਹੈਗੇ ਆ, ਤੇ ਜਿਹੜਾ 3 ਭਾਸ਼ਾਵਾਂ ਦੇ ਵਿੱਚ ਅੱਜ ਮਿੰਨੀ ਕਹਾਣੀ ਦਰਬਾਰ ਜਿਹੜਾ ਉਹ ਕੀਤਾ ਹੈ ਕਰਨ ਜਾ ਰਹੇ ਆ। ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਵਾਰ ਫਿਰ ਜਿੱਦਾਂ ਗੁਰੂ ਮਹਾਰਾਜ ਨੇ ਪ੍ਰਧਾਨਤਾ ਦਿੱਤੀ ਹੈ ਬੀਬੀਆਂ ਨੂੰ, ਇਹਦੇ ਵਿੱਚ ਸਾਰਾ ਜਿਹੜਾ ਸਾਹਿਤਿਕ ਪ੍ਰੋਗਰਾਮ ਹੈ ਸਾਰਾ ਦਾ ਸਾਰਾ ਇੱਕ ਵਾਰੀ, ਜਿਸ ਤਰ੍ਹਾਂ ਪਹਿਲਾਂ ਸਾਡਾ ਇੱਕ ਪ੍ਰੋਗਰਾਮ ਕਵੀ ਦਰਬਾਰ, ਇਸਤਰੀ ਕਵੀ ਦਰਬਾਰ ਹੋਇਆ ਸੀ, ਇਹ ਵੀ ਸਾਰਾ ਪ੍ਰੋਗਰਾਮ ਜਿਹੜਾ ਹੈਗਾ ਇਸਤਰੀ ਜਿਹੜੇ ਹੈਗੇ ਆ ਬੀਬੀਆਂ ਜਿਹੜੀਆਂ ਹੈਗੀਆਂ ਇਹ ਸਾਰਾ ਪ੍ਰੋਗਰਾਮ ਕਰਨ ਜਾ ਰਹੀਆਂ ਹੈਗੀਆਂ। ਸਭ ਤੋਂ ਪਹਿਲਾਂ ਜੋ ਹੈਗਾ ਮੈਂ ਸਾਰਿਆਂ ਦੇ ਬਾਰੇ ਜੋ ਹੈ ਮੈਡਮ ਅਨਿਮੇਸ਼ਵਰ ਕੌਰ ਜੀ, ਤੁਸੀਂ ਇੱਕ ਮਿੰਟ ਦਾ ਆਪਾਂ ਸਾਰੇ ਜਣੇ ਨੇ ਆਪਣੀ ਇੰਟਰੋਡਕਸ਼ਨ ਕਰਾਉਣੀ ਹੈਗੀ, ਤੁਸੀਂ ਸ਼ੁਰੂਆਤ ਕਰੋ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਅਨਿਮੇਸ਼ਵਰ ਕੌਰ, ਦਿੱਲੀ ਦੀ ਰਹਿਣ ਵਾਲੀ, ਔਰ ਪੰਜਾਬੀ ਦੇ ਵਿੱਚ ਮੈਂ ਮਿੰਨੀ ਕਹਾਣੀ ਪੜਾਂਗੀ, ਔਰ ਮੇਰੀਆਂ 6 ਕਿਤਾਬਾਂ ਛਪ ਚੁੱਕੀਆਂ ਨੇ ਜੀ। ਠੀਕ ਹੈ। 4 ਬੱਚਿਆਂ ਦੀ, ਇੱਕ ਮਿੰਨੀ ਕਹਾਣੀਆਂ ਦੀ ਔਰ ਇੱਕ ਸ਼ਾਰਟ ਸਟੋਰੀ ਦੀ। ਠੀਕ ਹੈ। ਔਰ ਬਹੁਤ ਬਹੁਤ ਧੰਨਵਾਦ, ਅੱਜ ਮੈਨੂੰ ਵੌਇਸ ਆਫ ਮਾਨਵਤਾ ਤੇ ਮਿੰਨੀ ਕਵੀ ਕਹਾਣੀ ਦਰਬਾਰ ਦੇ ਵਿੱਚ ਸ਼ਿਰਕਤ ਕਰਨ ਦਾ ਮੌਕਾ ਮਿਲਿਆ। ਥੈਂਕ ਯੂ। ਹਾਂਜੀ, HP ਜਿਹਨਾਂ ਦੇ ਲਿਖਿਆ ਮੈਡਮ ਜੀ, ਤੁਸੀਂ ਆਪਣੀ ਇੰਟਰੋਡਕਸ਼ਨ ਆਪਣਾ ਤਾਰਫ ਕਰਾਓ। ਜੋ ਮੇਰੀ ਵਾਰੀ ਹਾਂਜੀ 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 ਹਾਂਜੀ, ਤੁਸੀਂ ਮੈਂ ਐਨੀਵਨ ਕਰਾ ਸਕਦਾ ਹੈਗਾ, ਆਪਣੇ ਤੁਸੀਂ ਕਰਵਾਓ ਜੀ। ਦਵਿੰਦਰ ਖੁਸ਼ ਜੀ, ਤੁਸੀਂ ਆਪਣੇ ਬਾਰੇ ਦੱਸੋ। ਮੈਂ ਨਾ ਦਵਿੰਦਰ ਖੁਸ਼ ਧਾਲੀਵਾਲ, ਮੋਹਾਲੀ ਮੈਂ ਅਸਿਸਟੈਂਟ ਪ੍ਰੋਫੈਸਰ ਹਾਂ ਚੰਡੀਗੜ੍ਹ ਯੂਨੀਵਰਸਿਟੀ 'ਚ। ਮੇਰੀ ਇੱਕ ਕਿਤਾਬ ਕਰੀ ਦੀ ਆ ਚੁੱਕੀ ਹੈ ਤੇ 3 ਕਿਤਾਬਾਂ ਛਪਾਈ ਅਧੀਨ ਹਨ, ਤੇ ਮੈਂ ਕਹਾਣੀਆਂ, ਮਿੰਨੀ ਕਹਾਣੀਆਂ, ਮਤਲਬ ਰਚਨਾਵਾਂ ਵਗੈਰਾ ਲਿਖਦੀ ਹਾਂ ਜੀ, ਆਰਟੀਕਲ ਵਗੈਰਾ ਜ਼ਿਆਦਾ ਲਿਖਦੀ ਹਾਂ। ਮੈਡਮ ਰਿਪਨਜੋਤ। ਹਾਂਜੀ, ਸਾਰਿਆਂ ਨੂੰ ਸਭ ਤੋਂ ਪਹਿਲਾਂ ਜੀ ਸਤਿ ਸ੍ਰੀ ਅਕਾਲ ਜੀ। ਮੇਰਾ ਨਾਮ ਰਿਪਨਜੋਤ ਕੌਰ ਸੋਨੀ ਬੱਗਾ ਹੈ। ਮੈਂ ਪਿਛਲੇ 20 ਸਾਲ ਤੋਂ ਅਲੱਗ-ਅਲੱਗ ਆਰਮੀ ਸਕੂਲਾਂ ਚ ਰਿਹਾ, ਤੇ ਮੈਂ ਫਿਲਹਾਲ ਮੈਂ ਪੰਜਾਬ ਬਾਗਾ ਦੇ ਸ਼ਹਿਰ, ਔਰ ਮੈਂ ਮਿੰਨੀ ਰਚਨਾਵਾਂ ਦੀ ਕਿਤਾਬ ਛਪ ਚੁੱਕੀ ਹੈ, ਤੇ ਪਲਾਂਟਸ ਤੇ ਵਿਗਿਆਨਿਕ ਤੇ ਇਹ ਸਭ ਕੁਛ ਲਿਖਦੀ ਹੈ, लेख लिखते हैं विज्ञान से संबंधित बहुत। और मेरे अखबार सारे मैगजीन च भी छपते ने जी पंजाब ते हुण सुगंधी मैगजीन निकलदा उत्थों सरी भवन, पंजाब भवन सरी, ठीक है, उत्थों मेरे हुण से मेरा आर्टिकल आया है एतकी वाले विच, ते हुण मैं अपनी मिनी रचनावां पेश करांगी इत्थे। शुक्रिया जी, बहुत बहुत, मैनूं बड़ा चंगा लगा तुहाडे सारे नाल मिल के। ਹਾਂਜੀ ਹਾਂਜੀ, ਮਮਤਾ ਸੈਤੀਆ ਮੈਡਮ ਉਹ ਆਪਣੇ ਬਾਰੇ ਦੱਸਣਗੇ। ਆਪਣੇ ਆਪ ਨੂੰ ਪਹਿਲਾਂ ਅਨਮਿਊਟ ਕਰ ਲਓ ਤੇ ਤੁਸੀਂ ਆਪਣੇ ਬਾਰੇ ਜਾਣਕਾਰੀ ਦੇ ਸਾਨੂੰ। ਤੁਹਾਡੀ ਆਵਾਜ਼ ਨਹੀਂ ਆ ਰਹੀ ਮਮਤਾ ਮੈਡਮ, ਮਮਤਾ ਸੈਤੀਆ ਜੀ, ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ। ਇਕੋ ਆ ਰਹੀ ਹੈ। ਤੁਸੀਂ ਏਅਰਫੋਨ ਵੀ ਯੂਜ਼ ਕਰ ਸਕਦੇ ਆ, ਜਿਨ੍ਹਾਂ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਸਾਨੂੰ ਸੁਣਨ ਦੇ ਵਿੱਚ, ਏਅਰਫੋਨ ਯੂਜ਼ ਕਰ ਸਕਦੇ। ਹਾਂਜੀ ਮਮਤਾ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ। ਇੱਕ ਕਹਾਣੀਆਂ ਤੇ ਇੱਕ ਕਾਵਿ ਸੰਗ੍ਰਹਿ। ਠੀਕ ਹੈ, ਇਹ ਜਲਦੀ ਆ ਰਹੀਆਂ ਨੇ। ਠੀਕ ਹੈ, ਥੈਂਕ ਯੂ ਮਚ। ਮੈਡਮ ਆਸ਼ਾ ਸ਼ਰਮਾ ਜੀ, ਤੁਸੀਂ ਆਪਣੇ ਬਾਰੇ ਦੱਸੋ। ਆਪਣੇ ਆਪ ਨੂੰ ਪਹਿਲਾਂ ਅਨਮਿਊਟ ਕਰ ਲਓ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਵੌਇਸ ਆਫ ਮਾਨਵਤਾ ਦੀ ਬੜੀ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਮੈਨੂੰ ਇੱਥੇ ਆਪਣੀ ਕਹਾਣੀ ਤੁਹਾਡਾ ਸਾਂਝਾ ਕਰਨ ਦਾ ਮੌਕਾ ਦਿੱਤਾ। ਅੱਜ ਮੈਂ ਇੰਗਲਿਸ਼ 'ਚ ਆਪਣੀ ਕਹਾਣੀ ਸਾਂਝੀ ਕਰਾਂਗੀ ਤੁਹਾਡੇ ਨਾਲ। ਮੈਂ 2 ਕਿਤਾਬਾਂ ਲਿਖ ਚੁੱਕੀ ਹਾਂ। ਇੱਕ ਮੇਰਾ ਹੈਗਾ ਖੁਦ ਸੇ ਗੁਫ਼ਤਗੂ, ਇੱਕ ਰਾਸ਼ਟਰੀ ਕਾਵਿ ਸਾਗਰ, ਦੋਨੋਂ ਕਵਿਤਾਵਾਂ ਦੀ ਕਿਤਾਬਾਂ ਨੇ। ਕਹਾਣੀਆਂ ਮੈਂ ਲਿਖਣੀਆਂ ਸ਼ੁਰੂ ਨਹੀਂ ਕੀਤੀਆਂ, ਕਿਤਾਬ ਨਹੀਂ ਕੋਈ ਬਣਾਈ, ਪਰ ਹਾਲੇ
ਕਹਾਣੀਆਂ ਦੀ ਲਾਈਨ ਤੇ ਚੱਲਣਾ ਸ਼ੁਰੂ ਕੀਤਾ ਹੈ। ਲਾਈਫ ਦੀਆਂ ਜੋ ਸੱਚਮੁੱਚ ਕਹਾਣੀਆਂ ਘਟੀਆਂ ਉਹਨਾਂ ਨੂੰ ਸਾਂਝਾ ਕਰਾਂਗੀ। ਮੈਂ ਆਈ ਥਿੰਕ ਇੰਟਰੋਡਕਸ਼ਨ ਸਾਰਿਆਂ ਦੀ ਸ਼ਾਇਦ ਹੋ ਗਈ ਹੈ, ਤੇ ਸਭ ਤੋਂ ਪਹਿਲਾਂ ਤੁਹਾਡੀ ਰਹਿ ਗਈ ਮੇਰੇ ਖਿਆਲ ਨਾਲ, ਆਈ ਥਿੰਕ ਜਿਹੜਾ ਜਰਨਲਿਸਟ ਸਿਸਟਮ ਐਚਪੀ ਲਿਖਿਆ। ਹਾਂਜੀ ਨਰਦੇਵ ਕੌਰ ਸਾਰਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਨਾਮ ਨਿਰਲੇਪ ਕੌਰ ਸੇਖੋਂ ਤੇ ਮੈਂ ਪੰਜਾਬੀ ਮਿਸਟਰੈਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੱਗਾ, ਜ਼ਿਲ੍ਹਾ ਪਟਿਆਲਾ। ਤੇ ਮੈਂ 50 ਦੇ ਲਗਭਗ ਪੇਂਟਿੰਗਸ, ਆਇਲ ਪੇਂਟਿੰਗਸ ਬਣਾ ਚੁੱਕੀ ਹਾਂ ਜੀ। ਪੇਸਟਲ ਕਲਰ ਦੀਆਂ ਵੀ ਬਣਾ ਚੁੱਕੀ ਹਾਂ ਜੀ ਮੈਂ 20 ਦੇ ਲਗਭਗ। ਤੇ ਮੇਰੀਆਂ ਰਚਨਾਵਾਂ ਵੱਖ-ਵੱਖ ਤਰ੍ਹਾਂ ਦੀਆਂ ਰਚਨਾਵਾਂ ਵੱਖ-ਵੱਖ ਅਖਬਾਰਾਂ, ਪੰਜਾਬੀ ਟ੍ਰਿਬਿਊਨ, ਅਜੀਤ ਤੇ ਹੋਰ ਇਸ ਤਰ੍ਹਾਂ ਦੇ ਵੱਖ-ਵੱਖ ਅਖਬਾਰਾਂ, ਮੈਗਜ਼ੀਨਾਂ ਦੇ ਵਿੱਚ ਲੱਗਦੀਆਂ ਰਹਿੰਦੀਆਂ ਨੇ। ਤੇ ਮੈਂ ਮਿੰਨੀ ਕਹਾਣੀ ਤੇ ਕਵਿਤਾਵਾਂ ਤੇ ਲੇਖ ਰਚਨਾਵਾਂ ਲਿਖਦੀ ਰਹਿੰਦੀ ਹਾਂ ਜੀ। ਮੈਨੂੰ ਸ਼ੌਂਕ ਹੈ ਜੀ। ਧੰਨਵਾਦ। ਮੈਡਮ ਮਨਜੀਤ ਕੌਰ ਧੀਮਾਨ, ਉਹ ਆਪਣਾ ਕੈਮਰਾ ਵੀ ਔਨ ਕਰਨਗੇ ਤੇ ਆਪਣੇ ਆਪ ਨੂੰ ਅਨਮਿਊਟ ਵੀ ਕਰਨਗੇ ਤੇ ਸਾਡੇ ਨਾਲ ਜੁੜਨ। ਮੈਡਮ ਮਨਜੀਤ ਕੌਰ ਧੀਮਾਨ ਉਹਦਾ ਨਾਮ ਆ ਰਿਹਾ। ਆਈ ਥਿੰਕ ਉਹ ਜੁੜੇ ਨਹੀਂ ਸ਼ਾਇਦ ਜੇਕਰ ਪ੍ਰੋਪਰਲੀ ਸਾਡੇ ਨਾਲ। ਇੱਕ ਨੰਬਰ ਆ ਰਿਹਾ, ਨੰਬਰ ਦੇ ਉੱਤੇ ਕੋਈ ਸਾਡੇ ਨਾਲ ਸੰਪਰਕ ਕਰ ਰਿਹਾ, ਬਟ ਹਾਂਜੀ ਮਨਜੀਤ ਕੌਰ ਜੀ ਧੀਮਾਨ ਜੀ, ਹਾਂਜੀ ਤੁਸੀਂ ਆਪਣੇ ਬਾਰੇ ਦੱਸੋ। ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰੀ ਟੀਮ ਨੂੰ, ਸਾਰੇ ਮੈਂਬਰਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਮੇਰਾ ਨਾਮ ਮਨਜੀਤ ਕੌਰ ਧੀਮਾਨ ਹੈਗਾ ਆ, ਲੁਧਿਆਣੇ ਤੋਂ ਬੋਲ ਰਹੀ ਹੂੰ ਮੈਂ। ਤੇ ਮੈਂ ਪਹਿਲਾਂ ਹਾਂਜੀ MA BEd ਕੀਤੀ ਹੋਈ ਹੈ ਤੇ ਮੈਂ ਲੈਕਚਰਰ ਦੀ ਜੌਬ ਕੀਤੀ ਹੈ ਪਹਿਲਾਂ ਕਾਲਜ ਦੇ ਵਿੱਚ। ਠੀਕ ਹੈ ਜੀ। 4 ਸਾਲ। ਤੇ ਹੁਣ ਮੈਂ ਸਕੂਲ ਦੇ ਵਿੱਚ ਟੀਚਿੰਗ ਕਰ ਰਹੀ ਹੈਗੀ ਆ ਤੇ ਪੰਜਾਬੀ ਵਿਸ਼ਾ SST ਪੜ੍ਹਾਉਂਦੀ ਹੈਗੀ ਆ। ਤੇ ਲਿਖਣ ਦਾ ਸ਼ੌਂਕ ਮੈਨੂੰ ਸਕੂਲ ਟਾਈਮ ਤੋਂ ਹੀ ਹੈਗਾ ਸੀਗਾ। ਪਹਿਲਾਂ ਮਿੰਨੀ ਕਹਾਣੀਆਂ ਲਿਖਦੀ ਹੁੰਦੀ ਸੀਗੀ ਤੇ ਅਜੀਤ ਅਖਬਾਰ ਤੋਂ ਸ਼ੁਰੂਆਤ ਕੀਤੀ ਸੀਗੀ ਮੈਂ। ਉਸ ਤੋਂ ਬਾਅਦ ਹੌਲੀ ਹੌਲੀ ਜਿਹਦਾ ਪਾਠਕਾਂ ਨੇ ਕਿਹਾ ਕਿ ਤੁਸੀਂ ਕਵਿਤਾਵਾਂ ਵੀ ਲਿਖਿਆ ਕਰੋ, ਤੇ ਬਸ ਹੌਲੀ ਹੌਲੀ ਫਿਰ ਕਵਿਤਾਵਾਂ ਵੀ ਲਿਖਣੀਆਂ ਸ਼ੁਰੂ ਕਰਤੀਆਂ, ਲੇਖ ਵੀ ਲਿਖਦੀ ਆ। ਮਤਲਬ ਬੜਾ ਪਿਆਰ ਮਿਲਦਾ ਹੈ ਪਾਠਕਾਂ ਤੋਂ। ਕਹਾਣੀ ਕੋਈ ਆਉਂਦੀ ਹੈ ਵਿੱਚ, ਕਵਿਤਾ ਆਉਂਦੀ ਹੈ। ਇੱਕ ਕਿਸੇ ਦਾ ਨੰਬਰ ਆ ਰਿਹਾ ਬਟ ਉਹਦਾ ਨਾਮ ਪ੍ਰਿੰਟ ਨਹੀਂ ਹੋ ਰਿਹਾ ਇਹਦੇ ਉੱਤੇ ਸਿਸਟਮ ਦੇ ਉੱਤੇ, ਤੇ ਉਹ ਵੀ ਆਪਣੇ ਬਾਰੇ ਜੇ ਉਹ ਵੀ ਕਿਸੇ ਨੇ ਕਰਨੀ ਹੈਗੀ ਤਾਂ ਵੀ ਆਪਣੀ ਇੰਟਰੋਡਕਸ਼ਨ ਦਾ ਵੀ ਅਸੀਂ ਸ਼ੁਰੂਆਤ ਕਰ ਰਹੇ ਹਾਂ ਜਲਦੀ ਕਹਾਣੀ ਦੀ। ਉਹ ਲਾਈਟ ਬੰਦ ਕਰ ਲਓ ਤੇ ਪਾਣੀ ਲਿਆ ਦਿਓ। ਐਨੀਹੋ ਆਪਾਂ ਮੈਡਮ ਅਨਿਮੇਸ਼ਵਰ ਕੌਰ ਜੀ, ਤੁਸੀਂ ਆਪਣੀ ਪੰਜਾਬੀ ਕਹਾਣੀ ਤੋਂ ਜਿਹੜੀ ਸ਼ੁਰੂਆਤ ਕਰੋ, ਤੁਹਾਡੇ ਤੋਂ ਸ਼ੁਰੂਆਤ ਹੋ ਰਹੀ ਹੈ। ਹਾਂਜੀ, ਮੇਰੀ ਕਹਾਣੀ ਦਾ ਨਾਮ ਹੈ ਵੰਡੀਆਂ ਜੀ। ਹਾਲੇ ਮੇਰੀ ਵਾਰੀ ਹੈ ਇਹਨਾਂ ਦੀ। ਹਾਂਜੀ ਲੋਕਾਂ ਦੇ ਘਰ, ਹਾਂਜੀ ਲੀਲਾ ਲੋਕਾਂ ਦੇ ਘਰ ਕੰਮ ਕਰਨ ਜਾਂਦੀ ਤਾਂ ਆਪਣੇ ਬੇਟੇ ਚੰਦਰ ਨੂੰ ਵੀ ਨਾਲ ਲੈ ਜਾਂਦੀ। ਘਰ ਵਿੱਚ ਮਾਲਕ ਨੇ ਬਿੱਲੀਆਂ ਪਾਲੀਆਂ ਹੋਈਆਂ ਸਨ। ਚੰਦੂ ਉਹਨਾਂ ਨੂੰ ਵੇਖ ਵੇਖ ਖੁਸ਼ ਹੁੰਦਾ। ਮਾਲਕਨ ਜਦੋਂ ਉਹਨਾਂ ਨੂੰ ਆਪਣੇ ਹੱਥੀਂ ਬੜੇ ਪਿਆਰ ਨਾਲ ਦੁੱਧ ਵਿੱਚ ਡਬਲ ਰੋਟੀ ਭਿਉਂ ਕੇ ਖਵਾਉਂਦੀ, ਚੰਦੂ ਕੋਲ ਬੈਠਾ ਬਲੂੰਗੜਿਆਂ ਨੂੰ ਨਿਹਾਰਦਾ ਰਹਿੰਦਾ। ਹੁਣ ਉਹ ਸਕੂਲ ਜਾਣ ਜੋਗਾ ਹੋ ਗਿਆ ਸੀ। ਲੀਲਾ ਨੇ ਉਸਨੂੰ ਸਕੂਲ ਦਾਖਲ ਕਰਾ ਦਿੱਤਾ ਸੀ। ਉਹ ਖੁਸ਼ੀ ਖੁਸ਼ੀ ਸਕੂਲ ਜਾਂਦਾ ਤੇ ਪਿੱਛੋਂ ਲੀਲਾ ਲੋਕਾਂ ਦੇ ਘਰ ਕੰਮ ਕਰਦੀ। ਇੱਕ ਦਿਨ ਸਕੂਲੋਂ ਆਉਂਦਿਆਂ ਹੀ ਬੱਚਾ ਮੋਢੇ ਤੇ ਉਤਾਰਦਿਆਂ ਉਹ ਲੀਲਾ ਨੂੰ ਦੱਸ ਰਿਹਾ ਸੀ, ਮੰਮੀ ਅੱਜ ਮੈਡਮ ਨੇ ਪੁੱਛਿਆ ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਹੋ? ਪਤਾ ਹੈ ਮੈਂ ਕੀ ਕਿਹਾ? ਨਹੀਂ, ਦੱਸ ਨਾ ਬੇਟੇ ਤੂੰ ਕੀ ਕਿਹਾ? ਮੰਮੀ ਮੈਂ ਮੈਡਮ ਨੂੰ ਕਿਹਾ ਕਿ ਵੱਡੇ ਹੋ ਕੇ ਮੈਂ ਤਾਂ ਸਾਹਬ ਦਾ ਬਲੂੰਗੜਾ ਬਣਾਂਗਾ। ਮੰਮੀ ਸਾਹਬ ਬਲੂੰਗੜੇ ਨੂੰ ਬੜਾ ਪਿਆਰ ਕਰਦੇ ਨੇ, ਦੁੱਧ ਤੇ ਡਬਲ ਰੋਟੀ ਖਵਾਉਂਦੇ ਨੇ। ਚੰਦੂ ਦੀ ਗੱਲ ਸੁਣ ਕੇ ਲੀਲਾ ਦੀਆਂ ਅੱਖਾਂ ਵਿੱਚ ਹੰਝੂ ਵਗ ਤੁਰੇ। ਉਹ ਸਾਹਬ ਦੇ ਬਲੂੰਗੜੇ ਦਾ ਮਤਲਬ ਸਮਝ ਗਈ ਸੀ। ਥੈਂਕ ਯੂ। ਸੌਰੀ, ਮੈਂ ਕਹਾਣੀ ਦਾ ਨਾਮ ਗਲਤ ਬੋਲਤਾ ਸੀ। ਸਾਹਬ ਦਾ ਬਲੂੰਗੜਾ ਸੀ ਇਹਦਾ ਨਾਮ। ਦੂਜੀ ਆਪਣੇ ਹਿੰਦੀ, ਹਾਂਜੀ ਹਾਂਜੀ ਬਹੁਤ ਅੱਛਾ, ਬਹੁਤ ਵਧੀਆ ਲੱਗਿਆ। ਮੈਡਮ ਦਵਿੰਦਰ ਖੁਸ਼ ਜੀ ਨੇ ਹਿੰਦੀ ਚ ਤਿਆਰ ਕੀਤੀ ਹੈਗੀ ਹੈ ਜੀ। ਹਿੰਦੀ ਦੇ ਵਿੱਚ ਕਿਵੇਂ ਤਿਆਰ ਕੀਤੀ ਹੈਗੀ? ਮੇਰੀ ਪੰਜਾਬੀ ਚ। ਹਾਂਜੀ ਠੀਕ ਹੈ। ਆਪਣੇ ਮੈਡਮ ਮਮਤਾ ਸੇਤੀਆ ਨੇ ਕੀਤੀ ਹੈ ਹਿੰਦੀ ਚ ਤਿਆਰ? ਮੈਂ ਕੀਤੀ ਹੈ। ਹਾਂਜੀ ਰਿਪਨਜੋਤ ਜੀ, ਹਾਂਜੀ ਤੁਸੀਂ ਹਿੰਦੀ ਵਾਲੀ ਆਪਣੀ ਕਹਾਣੀ ਜਿਹੜੀ ਹੈਗੀ ਹੈ ਉਹ ਆਪਣੇ ਸ਼ੁਰੂ ਕਰੋ ਜੀ। ਹਿੰਦੀ ਵਾਲੀ।
हेलो, हाँ जी, हेलो, आवाज आ रही है? हाँ जी आवाज आ रही है, तुसी शुरू करो जी, शुरू करो। अच्छा जी, मेरी कहानी एक सच्ची घटना जी, ठीक है, एहसास है मेरे, है पूरे एहसासा पे आधारित है। इसका नाम है तीर्थ। जैसे जैसे रात का पहर बीतता है, मैंने एक ऊर्जा और अजब सी शांति महसूस की है किसान आंदोलन की जगह पर, टिकरी और सिंघू बॉर्डर पर। ब्रह्मांड जितनी विशाल और गहरी गुरबाणी का धुनी व्रत कीर्तन हर समय कानों में गूंजता है। वहां वाहिगुरु जी की अरदास, कृष्ण जी के भजन और अल्लाह की नमाज अदा की जाती है। वहां सिर्फ किसान बैठे हैं जिनका सिर्फ एक ही धर्म है, इंसानियत। अपनी आने वाली पीढ़ी के लिए फिक्र, आपसी सांझ और सदाचार है। एक दूसरे के लिए महानुभाव और दर्द महसूस करते हैं। आपसी भाईचारा और एक दूसरे की मदद करने का एक इंसानी जज्बा है जिसकी इस सदी में कोई मिसाल नहीं है और ना ही होगी। ठंड का कहर इनके मजबूत इरादों को बदल नहीं सकता। इस आंदोलन ने लोगों में जात पात, ऊंच नीच, धर्म का भेद सब मिटा दिया है और हमें एक और मौका दिया है एक नया समाज बनाने का। आज हर व्यक्ति में वह भारतीय संस्कृति झलकती है जिसके बारे में हम अपने बुजुर्गों से सुना करते थे। इंसानों में भगवान बसता है, बस यह मैंने वहां जाकर देख लिया। आपको कोई भी मुसीबत आए, उसका हल वहां है। दृढ़ इरादे का सबूत वहां है। वहां एक अजीब सी कशिश है। उन पलों को महसूस करके अब भी मन भर आता है। एक तीर्थ जो हक और सच्चाई के लिए लड़ने वालों के लिए संग्राम का मंच बन चुका है और वहां आने वाले लोगों को एक सूत्र में पिरोता है। यही है मेरा महान भारत प्रिय, सभे सांझीवाल, कोई ना दिसे बाहरा जियो। यही लाइनें दिल्ली के बॉर्डर पर बैठे पर पसरी रूहानियत भरी आपसी सांझ को दर्शाती हैं। बुजुर्गों में होश और नौजवानों में कुछ अच्छा कर गुजरने का जुनून है, सेवा भाव है। अघम अगाध की अकथ कथा भी यहाँ के अलौकिक दिलकश नजारे को बयान नहीं कर पाती। मेरे पास वहां बिताए पलों को सारणीबद्ध करने के लिए शब्द नहीं है। रिपनजोत कौर सोनी बग्गा। थैंक यू जी, थैंक यू वेरी नमस्ते। मच मैडम, आपने बहुत अच्छे से जो है वो वहाँ का हाल भी बयान किया और अपनी जो तजुर्बा है वो एक कहानी के जरिए जो है वो हमसे साझा किया है। मैडम आशा शर्मा जी, आपने आई थिंक आपने इंग्लिश में तैयार की है कहानी, और आप अपनी इंग्लिश जो है मिनी स्टोरी जो है वो श्रोताओं के सामने रखें। प्रेजेंट योर स्टोरी। Sure. Myself, Asha Sharma. The heading of my story is Pure Soul. It was a sunny morning and I was on the way to my office. On the way, one rickshaw puller asked me very slowly, would you like to hire my rickshaw? I didn't listen to that. I carried on. After some time, he again asked me, please hire my rickshaw. I asked him, I don't need. Again, third time he asked me, he murmured something in his mouth. I couldn't follow. I couldn't understand what he wants to say. Again, he requested me, please hire my rickshaw. I said, when I refused you, why are you asking me time and again? I'm on my way. I feel like walking. I feel like walking on foot. Why are you compelling me to come on your rickshaw? He very slowly said, mother won't get medicine today even. It was very shocking for me. I asked him, okay, you put me off from your rickshaw on the next crossing. I hired his rickshaw and I left it on the next crossing. I gave him 100 rupee note. I said, go and have medicine for your mother. He didn't say anything. He left the rickshaw on the crossing and ran towards the shop. He took the exchange of the notes and handed over 80 rupees to me at once with trembling hands. I asked him, no, I don't need. You take it away and you serve your mother with the money.
He said, no, I need only 20 rupees and it is my right. And this 20 rupee will serve, when I serve my mother with these 20 rupees, rest assured, she'll be okay. This is my belief. When I saw his hands trembling, I found as if these are the hands of Guru Nanak, who taught me the Sacha Sauda. And he was such a pure soul. He never tried to accept the money which he didn't earn out of his sweat. It was very touching for me. The tears in his eyes made me feel as if I'm seeing the Sarvana, the historical Sarvana son on this earth again. I said, oh my dear son, you are such person, you are that person, you are that soul to whom everybody on this earth is searching. You are such an honest person and you try to serve your mother out of your sweat. The money earned out of your sweat, it's a greatness of yours. Go and serve your mother with this 20 rupees. It's my blessing. She'll be okay with this money. That's all. That's all. थैंक यू वेरी मच मैम, आपने बहुत अच्छे से बयान किया है इसको, और बड़ी खुशी ਹੁੰਦੀ ਹੈ ਜਦੋਂ ਅਸੀਂ ਤਿੰਨ ਭਾਸ਼ਾਈ ਜਿਹੜੀ ਹੈਗੀ ਹੈ, ਹੁਣ ਆਈ ਥਿੰਕ ਅਸੀਂ ਤਿੰਨੇ ਲੈਂਗੁਏजेस ਸ਼ੁਰੂ ਕਰ ਚੁੱਕੇ ਹਾਂ। ਹੁਣ ਸਾਰਿਆਂ ਦੇ ਵਾਸਤੇ ਆਪਣੀ ਆਪਸ਼ਨ ਹੈਗੀ ਹੈ, ਉਹ ਆਪਣੀ ਆਪਸ਼ਨ ਚੁਣ ਸਕਦੇ। ਜੇ ਕਿਸੇ ਨੇ ਪੰਜਾਬੀ ਚ ਕਰਨਾ ਤੇ ਪੰਜਾਬੀ ਚ कर सकता है, यदि कोई हिंदी में करना चाहे तो हिंदी में कर सकता है, यदि किसी ने इंग्लिश में करनी है तो वो इंग्लिश में कर सकता है। हमने तीनों ऑप्शन जो है वो फिल कर लिए पहली जो है। और अब मैं मैडम दविंदर खुश ਉਹਨਾਂ ਨੂੰ ਦੇ ਕੋਲ ਜਾ ਰਿਹਾ। ਤੁਸੀਂ ਆਪਣੀ ਕਹਾਣੀ ਹੁਣ ਕਿਸ ਭਾਸ਼ਾ ਵਿੱਚ ਰੱਖੋਗੇ? ਮੈਨੂੰ ਜੀ ਕਰਦਾ ਮੈਂ ਪੰਜਾਬੀ ਸੁਣਾ ਕਿਸੇ ਤੋਂ। ਤੁਸੀਂ ਪੰਜਾਬੀ ਚ ਤਿਆਰ ਕੀਤੀ ਹੈ? ਜੀ ਹਾਂਜੀ ਸਰ, ਮੈਂ ਪੰਜਾਬੀ। ਹਾਂਜੀ, ਪੰਜਾਬੀ ਵਾਲੀ ਸੁਣਾਓ ਜੀ ਫਿਰ। ਹਾਂਜੀ ਸਰ, ਮੈਂ ਕਹਾਣੀ ਅੱਜ ਦੇ ਰਿਸ਼ਤਿਆਂ ਤੇ ਜੋ ਚੱਲ ਰਿਹਾ ਉਹਨਾਂ ਤੇ ਇੱਕ ਕਹਾਣੀ ਛੋਟੀ ਜਿਹੀ। ਰਿਸ਼ਤੇ ਬੜੇ ਨਾਜ਼ੁਕ ਹੁੰਦੇ, ਰਿਸ਼ਤਿਆਂ ਨੂੰ ਸਮਝਣਾ ਬੜਾ ਔਖਾ ਹੈ। ਕਿਸੇ ਦੇ ਦਿਲ ਵਿੱਚ ਕੀ ਹੈ ਸਾਨੂੰ ਪਤਾ ਨਹੀਂ ਚੱਲਦਾ। ਪੁਰਾਣੀ ਕਹਾਵਤ ਹੈ, ਪੰਜੇ ਉਂਗਲੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਇਸੇ ਤਰ੍ਹਾਂ ਹੀ ਸਾਰੇ ਰਿਸ਼ਤੇ ਇੱਕੋ ਜਿਹੇ ਨਹੀਂ ਹੁੰਦੇ। ਪਹਿਲਾਂ ਕਿਸੇ ਤੇ ਮੁਸੀਬਤ ਪੈਣ ਤੇ ਸਾਰੇ ਖੜਦੇ ਸੀ, ਪਰ ਅੱਜ ਕੱਲ੍ਹ ਮੁਸੀਬਤ ਪੈਣ ਤੇ ਦੂਜੇ ਨੂੰ ਦੇਖ ਕੇ ਆਪਣੇ ਹੀ ਖੁਸ਼ ਹੁੰਦੇ ਹਨ। ਜਦੋਂ ਵੀ ਕੋਈ ਸਾਜ਼ਿਸ਼ ਕਰਦਾ ਹੈ, ਆਪਣਾ ਕੀ ਕਰਦਾ ਹੈ ਤਾਂ ਸਾਡੇ ਪੈਰਾਂ ਥੱਲੇ ਜ਼ਮੀਨ ਖਿੱਚ ਜਾਂਦੀ ਹੈ। ਇੱਕ ਦਿਨ ਮੈਂ ਬਾਲਕੋਨੀ ਵਿੱਚ ਖੜੀ ਸੀ, ਮੌਸਮ ਬਹੁਤ ਸੁਹਾਵਣਾ ਸੀ। ਮਿੰਨੀ ਬਾਰਿਸ਼ ਹੋ ਰਹੀ ਸੀ। ਮੇਰੀ ਨਜ਼ਰ ਇੱਕ ਚਿੜੀ ਤੇ ਪਈ ਜੋ ਆਪਣੇ ਆਂਗਣੇ ਵਿੱਚ ਬੱਚਿਆਂ ਨੂੰ ਚੋਗਾ ਖਵਾ ਰਹੀ ਸੀ। ਮੈਂ ਸੋਚਣ ਲਈ ਮਜਬੂਰ ਹੋ ਗਈ ਕਿ ਇਹਨਾਂ ਨੂੰ ਰਿਸ਼ਤਿਆਂ ਦੀ ਕਿੰਨੀ ਕਦਰ ਹੈ। ਉਸ ਚਿੜੀ ਨੂੰ ਦੇਖ ਕੇ ਇੱਕ ਗੱਲ ਯਾਦ ਆ ਗਈ। ਉਸ ਕੁੜੀ ਦਾ ਨਾਮ ਰੀਤ ਸੀ। ਬਹੁਤ ਸੋਹਣੀ ਸੀ ਪਰ ਨਰਮ ਸੀ, ਪਰ ਕਿਸਮਤ ਬਹੁਤ ਮੱਥੇ ਦੀਆਂ ਲਕੀਰਾਂ ਨੂੰ ਅਸੀਂ ਮਿਟਾ ਨਹੀਂ ਸਕਦੇ। ਜੋ ਉੱਪਰ ਵਾਲੇ ਨੇ ਲਿਖਿਆ ਹੁੰਦਾ ਉਹ ਤਾਂ ਹੋ ਕੇ ਹੀ ਰਹਿੰਦਾ। ਰੀਤ 5 ਭਰਾਵਾਂ ਵਿੱਚੋਂ ਤੀਜੇ ਨੰਬਰ ਤੇ ਸੀ। ਰੀਤ ਕੁੜੀ ਹੋਣ ਕਰਕੇ ਉਸਨੂੰ ਕੋਈ ਪਿਆਰ ਨਹੀਂ ਸੀ ਕਰਦਾ। ਜਿਹੜੀ ਸਾਰਿਆਂ ਦੀ ਉਮੀਦ ਹੁੰਦੀ ਸੀ ਕਿ ਸ਼ਾਇਦ ਰੀਤ ਮੁੰਡਾ ਲੈ ਕੇ ਆਵੇਗੀ। ਰੀਤ ਤੋਂ ਬਾਅਦ ਕੁੜੀ ਹੀ ਆਈ। ਰੀਤ ਨੂੰ ਸਾਰੇ ਮਨਮੂਖ ਕਹਿਣ ਲੱਗ ਪਏ। ਆਪਣੇ ਮਗਰ ਕੁੜੀ ਲੈ ਕੇ ਆਈ। ਉਹ ਹਮੇਸ਼ਾ ਰੋਂਦੀ ਰਹਿੰਦੀ, ਕੁਝ ਵੀ ਗਲਤ ਹੁੰਦਾ ਡਾਂਟ ਉਸਨੂੰ ਹੀ ਪੈਂਦੀ। ਤੀਜੀ ਕੁੜੀ ਦੇ ਹੋਣ ਦੇ ਬਾਵਜੂਦ ਵੀ ਤੀਜੀ ਕੁੜੀ ਤੋਂ ਬਾਅਦ ਮੁੰਡਾ ਹੋਇਆ। ਤੀਜੀ ਕੁੜੀ ਨੂੰ ਸਾਰੇ ਕਿਸਮਤ ਵਾਲੀ ਕਹਿਣ ਲੱਗ ਪਏ। ਉਸਦੀ ਜ਼ਿਆਦਾ ਕਦਰ ਹੋਣ ਲੱਗ ਗਈ। ਰੀਤ ਮਾਂ ਤੇ ਭੈਣ ਨੂੰ ਜ਼ਿਆਦਾ ਪਿਆਰ ਕਰਦੀ ਸੀ। ਰੀਤ ਦਾ ਵਿਆਹ ਵੀ ਬਹੁਤ ਜਲਦੀ ਗਰੀਬ ਘਰ ਵਿੱਚ ਕਰ ਦਿੱਤਾ ਗਿਆ। ਰੀਤ ਨੂੰ ਸਹੁਰਾ ਘਰ ਚੰਗਾ ਮਿਲਿਆ। ਮਾਂ ਤਾਂ ਪਿਆਰ ਵੀ ਸੱਸ ਕੋਲੋਂ ਹੀ ਮਿਲਿਆ। ਰੀਤ ਆਪਣੇ ਆਪ ਨੂੰ ਕਿਸਮਤ ਵਾਲੀ ਸਮਝਣ ਲੱਗ ਗਈ ਤੇ ਆਪਣੇ ਪੇਕੇ ਨੂੰ ਭੁੱਲ ਗਈ। ਕਿਸਮਤ ਵਿੱਚ ਲਿਖਿਆ ਹੁੰਦਾ ਹੈ ਉਹ ਤਾਂ ਹੋ ਕੇ ਹੀ ਰਹਿੰਦਾ ਹੈ। ਬਹੁਤ ਜਲਦੀ ਰੀਤ ਦੇ ਸੱਸ ਸਹੁਰੇ ਦੀ ਡੈਥ ਹੋ ਗਈ। ਰੀਤ ਇਕੱਲੀ ਹੀ ਰਹਿ ਗਈ। ਉਸਦਾ ਪਤੀ ਵੀ ਉਸਦਾ ਸਾਥ ਨਹੀਂ ਦਿੱਤਾ। ਰੀਤ ਜਦੋਂ ਵੀ ਮਿਲਦੀ ਹਮੇਸ਼ਾ ਦੁਖੀ ਹੁੰਦੀ। ਆਪਣੀ ਹੁੰਦੀ ਅਣਦੇਖੀ ਦੀਆਂ ਗੱਲਾਂ ਉਹ ਰੋ ਪੈਂਦੀ। ਉਸਦੇ ਪਤੀ ਨੇ ਵੀ ਜੋ ਪ੍ਰਾਪਰਟੀ ਸੀ ਸਾਰੀ ਵੇਚ ਦਿੱਤੀ। ਰੀਤ ਬਹੁਤ ਗਰੀਬ ਹੋ ਗਈ। ਭੈਣ ਭਰਾ ਵੀ ਉਸਦਾ ਮੁਸੀਬਤ ਵਿੱਚ ਮਾਂ ਨੇ ਵੀ ਫੜਿਆ। ਮਾਂ ਨੇ ਪਾਸਾ ਵੱਟ ਲਿਆ। ਰੀਤ ਪੂਜਾ ਪਾਠ ਵੱਲ ਧਿਆਨ ਦੇਣ ਲੱਗ ਪਈ। ਉਸਦਾ ਪੂਜਾ ਪਾਠ ਮੁਸੀਬਤ ਨਾਲ ਲੜਨ ਦੀ ਇੱਕ ਸ਼ਕਤੀ ਮਿਲਦੀ। ਰੀਤ ਡਿਪਰੈਸ਼ਨ ਵਿੱਚ ਚਲੀ ਗਈ। ਮੁਸੀਬਤ ਨਾਲ ਇਕੱਲਿਆਂ ਲੜਦਿਆਂ ਉਹਦੀ ਹਿੰਮਤ ਹੀ ਟੁੱਟ ਗਈ। ਗੁਰਦੁਆਰਾ ਸਾਹਿਬ ਜਾਂਦੀ, ਮੱਥਾ ਟੇਕਣ ਲਈ ਅਰਦਾਸ ਕਰਦੀ, ਰੱਬ ਕੋਲੋਂ ਇੱਕੋ ਹੀ ਸਵਾਲ ਪੁੱਛਦੀ
ਮੇਰਾ ਗੁਨਾਹ ਕੀ ਸੀ, ਉਸਦੀ ਸਜ਼ਾ ਇੰਨੀ ਵੱਡੀ ਪ੍ਰਮਾਤਮਾ ਕਿਉਂ ਦੇ ਰਿਹਾ ਹੈ। ਉਹ ਸ਼ਿਕਾਇਤ ਕਰਦੀ, ਫਿਰ ਹਿੰਮਤ ਚੁਕਾਉਂਦੀ। ਇਸਨੂੰ ਲੱਗਦਾ ਕਿ ਜਿਵੇਂ ਉਸਨੇ ਸਾਰੀ ਮੁਸੀਬਤ ਆਪਣੇ ਮਾਂ-ਬਾਪ ਨੂੰ ਦੱਸ ਦਿੱਤੀ। ਤੇ ਹਨ ਰੱਬ ਦੀ ਮਾਰ ਬੰਦਾ ਝੱਲ ਸਕਦਾ ਹੈ, ਪਰ ਰੱਬ ਮੁਸੀਬਤ ਦੇ ਨਾਲ ਹੱਲ ਜ਼ਰੂਰ ਦਿੰਦਾ ਹੈ। ਪਰ ਰਿਸ਼ਤਿਆਂ ਦੀ ਮਾਰ ਇਨਸਾਨ ਨਹੀਂ ਝੱਲ ਸਕਦਾ। ਇਨਸਾਨ ਟੁੱਟ ਜਾਂਦਾ ਹੈ ਜਦੋਂ ਪਈ ਹੋਈ ਰਿਸ਼ਤਿਆਂ ਦੀ ਦਰਾਰ ਅਸੀਂ ਭਰ ਨਹੀਂ ਸਕਦੇ। ਰੀਤ ਨਾਲ ਵੀ ਇਹੋ ਹੀ ਹੋ ਰਿਹਾ ਸੀ। ਉਸਦਾ ਦੁੱਖ ਵਧਾਉਣ ਵਾਲਾ ਕੋਈ ਨਹੀਂ ਸੀ। ਉਸਦੀ ਮਾਂ ਵੀ ਆਪਣੀ ਨਹੀਂ ਸੀ। ਰੀਤ ਗੁਰਦੁਆਰਾ ਸਾਹਿਬ ਜਾ ਕੇ ਰੋਈ। ਇੱਕ ਦਿਨ ਮੈਨੂੰ ਫੋਨ ਆਇਆ, ਬਹੁਤ ਰੋਈ, ਦੱਸ ਵੀ ਨਹੀਂ ਰਹੀ ਸੀ। ਮੈਂ ਬਸ ਉਹ ਰੋਈ ਜਾ ਰਹੀ ਸੀ। ਬਾਰ-ਬਾਰ ਮੇਰੇ ਜ਼ੋਰ ਫੋਨ ਤੇ ਦੱਸਣ ਦੀ ਕੋਸ਼ਿਸ਼ ਕੀਤੀ। ਮੇਰੀ ਭੈਣ ਨੇ ਮੇਰੇ ਨਾਲ ਬਹੁਤ ਬੁਰਾ ਕੀਤਾ। ਮੇਰੇ ਭਰਾ ਨੇ ਵੀ ਮੇਰਾ ਛੱਡ ਦਿੱਤਾ। ਰੀਤ ਦਾ ਭੈਣ ਨੇ ਇਹੋ ਜਿਹੀ ਚ ਰੱਖੀ। ਜਦੋਂ ਰੀਤ ਨੂੰ ਪਤਾ ਚੱਲਿਆ, ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਸਨੂੰ ਸਮਝ ਨਹੀਂ ਸੀ ਆ ਰਿਹਾ ਕੀ ਹੋ ਰਿਹਾ ਹੈ, ਪਰ ਉਸਨੂੰ ਦੂਰ ਸੀ ਕਿ ਜੋ ਕੁਝ ਵਾਪਰ ਰਿਹਾ ਉਹ ਬਹੁਤ ਬੁਰਾ ਹੋਣ ਵਾਲਾ ਹੈ। ਰੀਤ ਦਾ ਭਰਾ ਰੀਤ ਦਾ ਪਿਆਰ ਬਹੁਤ ਜ਼ਿਆਦਾ ਕਰਦਾ ਸੀ, ਪਰ ਉਸਨੇ ਵੀ ਰੀਤ ਦਾ ਹੌਲੀ-ਹੌਲੀ ਸਾਥ ਛੱਡ ਦਿੱਤਾ। ਰੀਤ ਨੂੰ ਸਮਝ ਨਹੀਂ ਸੀ ਆ ਰਹੀ ਕਿ ਕੀ ਹੋ ਰਿਹਾ ਹੈ, ਕਿਉਂ ਸਾਰੇ ਰਿਸ਼ਤੇ ਉਸ ਤੋਂ ਦੂਰ ਜਾ ਰਹੇ ਹਨ। ਉਸਨੂੰ ਲੱਗਦਾ ਸੀ ਸ਼ਾਇਦ ਉਹ ਗਰੀਬ ਹੈ, ਉਸ ਕੋਲ ਧਨ ਦੀ ਕਮੀ ਹੋਣ ਕਰਕੇ ਉਸ ਨਾਲ ਕੋਈ ਗੱਲ ਨਹੀਂ ਕਰਨੀ ਚਾਹੁੰਦਾ। ਉਸਦਾ ਆਪਣੀ ਮਾਂ ਨਾਲ ਗੱਲ ਕਰਨ ਨੂੰ ਦਿਲ ਕਰਦਾ। ਰੀਤ ਮਾਂ ਨੂੰ ਫੋਨ ਕਰਕੇ ਕੁਝ ਦੱਸਣ ਦੀ ਕੋਸ਼ਿਸ਼ ਕਰਦੀ। ਉਹ ਹਮੇਸ਼ਾ ਰੀਤ ਨੂੰ ਗਲਤ ਸਮਝਦੀ, ਰੀਤ ਦੇ ਭੈਣ ਭਰਾਵਾਂ ਨੂੰ ਸਹੀ। ਉਸਦੀ ਗੱਲ ਨਾ ਸੁਣਦੀ ਦੇਖ ਕੇ ਫੋਨ ਕੱਟ ਕੇ ਨਿਰਾਸ਼ ਹੋ ਜਾਂਦੀ। ਫਿਰ ਉੱਪਰ ਵਾਲੇ ਤੇ ਗੁੱਸਾ ਕੱਢਦੀ। ਬਹੁਤ ਵਾਰੀ ਮਨ ਦੀ ਸੋਚਦੀ, ਫਿਰ ਬੱਚਿਆਂ ਬਾਰੇ ਸੋਚਣ ਤੇ ਇਹਨਾਂ ਦਾ ਕੀ ਕਸੂਰ ਹੈ। ਆਪਣਾ ਧਿਆਨ ਪਾਠ ਪੂਜਾ ਵੱਲ ਲਾ ਲੈਂਦੀ। ਰੀਤ ਬਹੁਤ ਜ਼ਿਆਦਾ ਦਵਾਈਆਂ ਖਾਣ ਲੱਗ ਪਈ। ਰੀਤ ਰੱਬ ਤੇ ਸਭ ਕੁਝ ਛੱਡ ਦਿੰਦੀ। ਇੱਕ ਦਿਨ ਉੱਪਰ ਵਾਲਾ ਸ਼ਾਇਦ ਸਭ ਕੁਝ ਠੀਕ ਕਰ ਦੇਗਾ। ਰੀਤ ਬਿਲਕੁਲ ਇਕੱਲੀ ਹੋ ਗਈ। ਪਰ ਰੀਤ ਦੇ ਪੇਕੇ ਘਰ ਇੱਕ ਵਿਆਹ ਆਇਆ। ਰੀਤ ਬਹੁਤ ਖੁਸ਼ ਹੋਈ। ਉਸਨੇ ਪਰ ਫਿਰ ਉਸਦੀ ਗਰੀਬੀ ਨੇ ਹੀ ਉਸਦੇ ਹਾਸਾ ਮਾਰਿਆ। ਮਾਂ ਤੇ ਭਰਜਾਈ ਨੇ ਰੀਤ ਦੀਆਂ ਦੋਨਾਂ ਭੈਣਾਂ ਨੂੰ ਉਸ ਵਿਆਹ ਦਾ ਨਿਯੁਕਤਾ ਦਿੱਤਾ। ਰੱਬ ਤੇ ਡੋਰੀ ਛੱਡ ਸਭ ਕੁਝ ਭੁੱਲ ਕੇ ਵਿਆਹ ਦੀ ਤਿਆਰੀ ਵਿੱਚ ਲੱਗ ਗਈ। ਇੱਕ ਦਿਨ ਰੀਤ ਨੂੰ ਪਤਾ ਚੱਲਿਆ ਕਿ ਉਸਦੀ ਭੈਣ ਨੇ ਉਸਦੇ ਅੱਗੇ ਸ਼ਰਤ ਰੱਖੀ ਕਿ ਜੇ ਰੀਤ ਵਿਆਹ ਵਿੱਚ ਸ਼ਾਮਲ ਹੋਵੇਗੀ ਤਾਂ ਉਹਨਾਂ ਨੇ ਨਹੀਂ ਆਉਣਾ। ਪਰ ਰੀਤ ਦੀ ਮਾਂ ਤਾਂ ਰੀਤ ਦੀ ਨਿੱਕੀ ਭੈਣ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ। ਗੱਲ ਵੀ ਨਹੀਂ ਸੀ ਮੁੱਕਦੀ। ਰੀਤ ਦੀ ਮਾਂ ਨੇ ਰੀਤ ਦੀ ਭਰਜਾਈ ਨੂੰ ਕਹਿ ਦਿੱਤਾ ਕਿ ਰੀਤ ਨੂੰ ਵਿਆਹ ਚਾਉਣ ਲਈ ਮਨਾ ਕਰ ਦੇ। ਰੀਤ ਬਿਨਾਂ ਸਰ ਜਾਊਗਾ, ਪਰ ਦੂਸਰੀਆਂ ਕੁੜੀਆਂ ਤੇ ਜਵਾਈਆਂ ਬਿਨਾਂ ਨਹੀਂ। ਰੀਤ ਦੇ ਘਰ ਵਾਲੇ ਨੂੰ ਤਾਂ ਪਹਿਲਾਂ ਹੀ ਸੱਦਾ ਨਹੀਂ ਸੀ ਦਿੱਤਾ, ਕਿਉਂਕਿ ਰੀਤ ਦੀ ਭੈਣ ਨਹੀਂ ਸੀ ਚਾਹੁੰਦੀ ਕਿ ਉਸਦੇ ਘਰ ਵਾਲੇ ਅੱਗੇ ਕਿਸੇ ਦੀ ਹੋਰ ਇਸ ਘਰ ਦੇ ਵਿੱਚ ਸ਼ਹਿਰ ਹੋਊਗੀ। ਉਸ ਭੈਣ ਨੇ ਵੀ ਇਸ ਤਰ੍ਹਾਂ ਕੀਤਾ। ਨਿੱਕੀ ਭੈਣ ਦੀਆਂ ਸਾਜ਼ਿਸ਼ਾਂ ਦਾ ਖਿਲਾਫਾ ਰੀਤ ਅੱਗੇ ਸਭ ਕੁਝ ਆ ਗਿਆ। ਉਸਦੇ ਭਰਾ ਦਾ ਪਾਸੇ ਹੋਣਾ, ਰੀਤ ਨੂੰ ਟੌਰਚਰ ਕਰਨਾ। ਰੀਤ ਦੀਆਂ ਅੱਖਾਂ ਅੱਗੇ ਹਨੇਰਾ ਆ ਗਿਆ। ਉਹ ਟੁੱਟ ਗਈ, ਰੋਂਦੀ ਹੋਈ ਕਹਿੰਦੀ, ਹੁਣ ਮੈਨੂੰ ਕੋਈ ਰਸਤਾ ਨਹੀਂ ਦਿਸ ਰਿਹਾ। ਮੈਂ ਉਸਨੂੰ ਬਹੁਤ ਸਮਝਾਇਆ ਕਿ ਕੋਈ ਗਲਤ ਕਦਮ ਨਾ ਚੁੱਕੇ। ਉਹ ਬਿਨਾਂ ਫੋਨ ਸੁਣੇ ਹੀ ਫੋਨ ਉਸਨੇ ਬੰਦ ਕਰ ਦਿੱਤਾ। ਫੋਨ ਸਵਿਚ ਆਫ ਹੋ ਗਿਆ। ਕੁਝ ਦਿਨਾਂ ਬਾਅਦ ਪਤਾ ਚੱਲਿਆ ਕਿ ਰੀਤ ਨੇ ਮੌਤ ਨੂੰ ਗਲੇ ਲਾ ਲਿਆ। ਰੀਤ ਦੇ ਨਾਲ ਹੀ ਰੀਤ ਦੇ ਦੁੱਖ ਵੀ ਚਲੇ ਗਏ। ਅਸੀਂ ਰਿਸ਼ਤਿਆਂ ਨੂੰ ਸਮਝ ਨਹੀਂ ਪਾਉਂਦੇ। ਅੱਜ ਕੱਲ੍ਹ ਖੂਨ ਸਫੇਦ ਹੋ ਗਏ ਹਨ। ਰਹੱਸਮਈ ਗੁਫਾ ਦੀ ਤਰ੍ਹਾਂ ਹੀ ਸਾਡੇ ਰਿਸ਼ਤੇ ਵੀ ਰਹੱਸਮਈ ਬਣ ਗਏ ਹਨ, ਜੋ ਸਾਡੀ ਸਮਝ ਤੋਂ ਬਾਹਰ ਹਨ। ਕਿਸੇ ਦੇ ਦਿਲ ਵਿੱਚ ਕੀ ਹੈ ਇਹ ਤਾਂ ਅਸੀਂ ਨਹੀਂ ਜਾਣਦੇ, ਪਰ ਇਹ ਜ਼ਮਾਨਾ ਕਲਯੁਗ ਹੈ। ਰਿਸ਼ਤੇ ਹੌਲੀ ਹੌਲੀ ਇਸੇ ਤਰ੍ਹਾਂ ਖਤਮ ਹੋ ਰਹੇ। ਥੈਂਕ ਯੂ ਸਰ। ਹਾਂਜੀ, ਤੁਸੀਂ ਰਿਸ਼ਤੇ ਦੀ ਅਹਿਮੀਅਤ ਨੂੰ ਦਰਸਾਉਂਦੀ ਹੋਈ ਕਵਿਤਾ ਸਾਡੇ ਸਾਹਮਣੇ ਕਹਾਣੀ ਪੇਸ਼ ਕੀਤੀ ਹੈਗੀ ਆ, ਤੇ ਬੜੀ ਖੁਸ਼ੀ ਹੈ ਕਿ ਤੁਸੀਂ ਇਹ ਕਹਾਣੀ ਨੂੰ ਜਿਹੜਾ ਹੈਗਾ, ਕਿਉਂਕਿ ਇਹ ਕਹਾਣੀ ਦਰਬਾਰ ਦਾ ਸਾਡਾ ਇੱਕ ਮਕਸਦ ਇਹ ਹੈ ਕਿ ਅਸੀਂ ਸਾਰੇ ਪੱਖ ਜਿਹੜੇ ਸਮਾਜ ਦੇ ਜਿਹੜੇ ਹੈਗੇ ਆ ਉਹਨਾਂ ਨੂੰ ਛੂਹਣ ਦੀ ਕੋਸ਼ਿਸ਼ ਕਰੀਏ। ਤੇ ਸਾਰੀਆਂ ਭਾਸ਼ਾਵਾਂ ਦੇ ਵਿੱਚ ਵੀ ਸਾਡੀ ਸੋਚ ਹੈ ਕਿ ਅਸੀਂ ਸਾਰੀਆਂ ਭਾਸ਼ਾਵਾਂ ਦਾ ਵੀ ਇਸਤੇਮਾਲ ਹੋਵੇ ਤੇ ਸਾਰੇ ਜਿਹੜੇ ਪੱਖ ਹੈਗੇ ਆ ਉਹਨਾਂ ਨੂੰ ਵੀ ਅਸੀਂ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਛੂਹਣ ਦਾ ਯਤਨ ਕਰੀਏ, ਤੇ ਜਿਹਦੇ ਵਿੱਚ ਸਮਾਜ ਦਾ ਵੀ ਰੰਗ ਹੋਵੇ, ਧਾਰਮਿਕ ਰੰਗ ਵੀ ਹੋਵੇ, ਸੱਭਿਆਚਾਰਕ ਰੰਗ ਵੀ ਹੋਵੇ। ਹਰ ਇੱਕ ਤਰ੍ਹਾਂ ਦਾ ਜਿਸ ਤਰ੍ਹਾਂ ਰੰਗ ਅਸੀਂ ਆਪਣੀਆਂ ਇਹਨਾਂ ਛੋਟੀਆਂ ਮਿਨੀਆਂ ਕਹਾਣੀਆਂ ਦੇ ਵਿੱਚ ਜਿਹੜਾ ਅਸੀਂ ਕਰ ਸਕੀਏ, ਇਹ ਬੜੀ ਵਧੀਆ ਗੱਲ ਹੋਗੀ। ਮੈਂ ਆਪਣਾ ਤੁਹਾਨੂੰ ਯਾਦ ਵਾ ਵੀ ਮੈਂ ਜਦੋਂ ਇੰਡੀਆ ਸੀ, ਛੋਟੇ ਹੁੰਦੇ ਤੋਂ ਹੀ ਮੇਰੇ ਦਿਮਾਗ ਦੇ ਵਿੱਚ ਪਹਿਲਾਂ ਜਦੋਂ ਬਾਲ ਰਚਨਾਵਾਂ ਜਦੋਂ ਛੋਟਾ ਸੀ ਤਾਂ ਮੈਨੂੰ ਬਹੁਤ ਪੜ੍ਹਨ ਦਾ ਸ਼ੌਂਕ ਸੀ। ਮੇਰੀ ਮੰਮੀ ਮੈਨੂੰ ਦਿੰਦੀ ਸੀ, ਤੇ ਬਾਅਦ ਵਿੱਚ ਇਹ ਮੇਰਾ ਸ਼ੌਂਕ ਹੁਣ ਤੱਕ ਵੀ ਤਕਰੀਬਨ ਕਾਇਮ ਰਿਹਾ। ਇਸੇ ਕਰਕੇ ਭੈਣ ਜੀ ਅਨਮੇਸ਼ਵਰ ਕੌਰ ਜੀ ਨੂੰ ਮੈਂ ਕਿਹਾ ਸੀ ਕਿ ਅਸੀਂ ਇੱਕ ਸਾਹਿਤਕ ਪ੍ਰੋਗਰਾਮ ਜਿਹੜਾ ਹੈਗਾ ਨਾ ਪੂਰੇ ਮਹੀਨੇ ਦੇ ਵਿੱਚ ਇੱਕ ਵਾਰੀ ਇੱਕ ਦਫਾ ਜਿਹੜਾ ਹੈਗਾ ਸਾਹਿਤ ਪ੍ਰੇਮੀਆਂ ਨੂੰ, ਜਿਹੜੇ ਸਾਹਿਤ ਦੇ ਵਿੱਚ ਪੰਜਾਬੀ ਹੋਵੇ ਚਾਹੇ ਹਿੰਦੀ ਹੋਵੇ ਚਾਹੇ ਇੰਗਲਿਸ਼ ਹੋਵੇ, ਜਿਹਦੇ ਵਿੱਚ ਰਚਨਾਵਾਂ ਲਿਖਦੇ ਹੈਗੇ, ਤੇ ਅਸੀਂ ਸਾਰਿਆਂ ਨੂੰ ਕਾਲ ਕਰਿਆ ਕਰੀਏ। ਇਸ ਮਕਸਦ ਨੂੰ ਅਸੀਂ
ਬਾਰ ਨੂੰ ਮੁੱਖ ਰੱਖਦੇ ਸੀ, ਸਾਰਿਆਂ ਨੂੰ ਤੁਹਾਨੂੰ ਬੁਲਾਇਆ ਸੀਗਾ ਤੇ ਤੁਸੀਂ ਪ੍ਰੋਗਰਾਮ ਦੀ ਜਿਹੜੀ ਰੌਣਕ ਵਧਾ ਰਹੇ ਆ। ਮੈਂ ਬਹੁਤ ਜ਼ਿਆਦਾ ਤੁਹਾਡਾ ਸ਼ੁਕਰਗੁਜ਼ਾਰ ਹੈਗਾ। ਹੁਣ ਮੈਂ ਇਸ ਤੋਂ ਬਾਅਦ ਚ ਮੈਡਮ ਮਨਜੀਤ ਕੌਰ ਦੀ ਮਾਂ, ਉਹ ਆਪਣੀ ਆਈ ਥਿੰਕ ਹਿੰਦੀ ਤੁਸੀਂ ਕੀਤੀ ਸੀਗੀ, ਹਿੰਦੀ ਵਾਲੀ ਹੈ ਨਾ, ਤੇ ਤੁਸੀਂ ਹਿੰਦੀ ਵਾਲੀ ਆਪਣੀ ਕਵਿਤਾ ਜਿਹੜੀ ਹੈ ਆਪਣੇ ਕਹਾਣੀ ਜਿਹੜੀ ਸੁਣਾਓ, ਕਿਉਂਕਿ ਮੇਰੇ ਦਿਮਾਗ 'ਚ ਕਵਿਤਾ ਇਸ ਕਰਕੇ ਬੜੀ ਹੋਈ ਹੈ ਕਿ ਅਸੀਂ ਪਿਛਲੇ ਮਹੀਨੇ ਜਿਹੜਾ ਹੈਗਾ ਨਾ ਕਵੀ ਦਰਬਾਰ ਕਰਿਆ ਤਾਂ ਬਹੁਤ ਵਧੀਆ ਫੈਂਟੈਸਟਿਕ ਸੀ, ਇਸ ਕਰਕੇ ਦਿਮਾਗ ਦੇ ਵਿੱਚ ਇੱਕ ਕਵਿਤਾ ਹੀ ਚੱਲੀ ਜਾ ਰਹੀ ਹੈ। ਤੁਸੀਂ ਕਹਾਣੀ ਸੁਣਾਓ, ਮਿੰਨੀ ਕਹਾਣੀ। ਹਾਂਜੀ, बहुत बहुत धन्यवाद जी ਤੁਹਾਡਾ। मेरी कहानी का नाम है जी, हिंदी सुना रही है, ममता का एहसास। मम्मी मुझे छोटा सा पप्पी चाहिए, आप मान जाइए ना प्लीज, मेरी बेटी मिन्नत करते हुए कह रही थी। दरअसल सीरत मेरी बेटी कितने ही दिनों से मेरे पीछे पड़ी हुई थी कि घर में एक पप्पी लाना है। उसके पापा के एक दोस्त के घर एक कुतिया ने बच्चे दिए थे और तब से ही वो उनसे एक बच्चा मांग रही थी। तो वो बार बार मेरे पीछे पड़ी हुई थी, पर मुझे जानवरों से बड़ी एलर्जी थी, इसलिए मैंने मना कर दिया था। तो उसके पापा भी कह रहे थे कि मुझे कि इसको लाने दो पप्पी, और सीरत तो बहुत ही ज्यादा पीछे पड़ी हुई थी। तो उसने इतनी जिद की कि मुझे उसकी बात के लिए हामी भरनी पड़ी। मेरे हामी भरते ही वो फटाफट जाकर अपने पापा के साथ वो छोटी सी लेब्रे पप्पी ले आई। तो बड़ी क्यूट थी वो, प्यारी सी, बट वो बहुत छोटी थी और अपनी माँ और भाई बहनों से बिछड़ कर आई थी, इसलिए वो रोई जा रही थी। मैं चुपचाप अपना काम में व्यस्त थी। मैंने उसको अनदेखा करने की कोशिश की। मुझे जानवरों से एलर्जी थी और वैसे भी मुझे पता था कि वो गंदगी करेगी छोटी सी बच्ची, इसलिए भी मैं मना कर रही थी, बट उसकी जिद के कारण वो आ गई थी। तो मैंने देखा कि वो कुछ खा पी नहीं रही थी। सीरत बार बार उसे दूध पिलाने की कोशिश कर रही थी, पर वो नहीं पी रही थी। थोड़ी देर बाद मुझे काफी तरस आने लगा कि वो छोटी सी बच्ची है जो अपनी माँ से दूर हुई है आज ही। तो अपना काम निपटाकर मैं आकर उसके पास बैठ गई। वो धीरे धीरे सरकती हुई मेरे पास आ गई और मेरी गोद में आकर बैठ गई। सीरत देखकर हैरान रह गई कि वो चुप कर गई थी, रो नहीं रही थी। तो सीरत फटाफट गई और वो कटोरी में दूध डालकर लेकर आई उसके लिए, और उसने लाकर वो दूध मेरे हाथ में पकड़ा दिया। मैंने जैसे ही कटोरी उसके आगे की, वो झट से दूध पीने लग गई और उसने सारा दूध फटाफट से खत्म कर दिया, क्योंकि उसको भूख भी लगी हुई थी। तो दूध पीकर वो वहीं मेरी गोद में ही सो गई। मैं सोच रही थी कि शायद इसको एहसास हो गया है कि ये भी एक माँ है। तो उसको मेरी गोद में आकर एक माँ होने का एहसास हुआ था कि मैं अपनी माँ की गोद में आ गई हूँ। तो चाहे जानवर हो चाहे इंसान हो, कि माँ की ममता का एहसास हर एक को होता है। धन्यवाद। थैंक यू वेरी मच। अभी सभी की पहली बारी चल रही है। मैडम अरविंद जी, आपको जो टाइम जो है वो दिया जाएगा। आप अभी पहली बारी। मैडम ममता सेतिया, आप हाँ जी, ਤੁਸੀਂ ਕਿਹੜੀ ਹਾਂ ਜੀ, ਤੁਸੀਂ ਆਪਣੀ ਕੋਈ ਕਹਾਣੀ ਜਿਹੜੀ ਵੀ ਭਾਸ਼ਾ ਵਿੱਚ ਰੱਖਣੀ ਚਾਹੋ ਤੁਸੀਂ ਰੱਖ ਸਕਦੇ ਹੋ। ਬਹੁਤ ਸ਼ੁਕਰੀਆ। ਤੇ ਮੇਰੀ ਮਿੰਨੀ ਕਹਾਣੀ ਹੈ ਪੰਜਾਬੀ ਵਿੱਚ, ਸ਼ੀਰਸ਼ਕ ਹੈ ਖੁੱਲੀਆਂ। ਤੇ ਮੈਂ ਅਕਸਰ ਉਸ ਨੂੰ ਮੰਦਰ ਦੀਆਂ ਪੌੜੀਆਂ ਉੱਤੇ ਪੋਚਾ ਲਾਉਂਦੀ ਵੇਖਦੀ। ਜਦੋਂ ਮੈਂ ਆਪਣੀਆਂ ਰੱਖਣ ਟੇਕ ਲਈ ਝੁਕਦੀ ਤਾਂ ਉਸ ਦੀਆਂ ਤੇ ਮੇਰੀਆਂ ਨਜ਼ਰਾਂ ਆਪਸ ਵਿੱਚ ਟਕਰਾ ਜਾਂਦੀਆਂ। ਉਹ ਹੋਲੇ ਜਿਹੇ ਮੁਸਕਰਾ ਦਿੰਦੀ ਤੇ ਮੈਂ ਵੀ ਹੋਲੇ ਜਿਹੇ ਮੁਸਕਰਾ ਦਿੰਦੀ ਜਵਾਬ ਵਿੱਚ। ਬਸ ਇੰਨੀ ਕੁ ਸੀ ਮੇਰੀ ਤੇ ਉਸ ਦੀ ਦੋਸਤੀ। ਪਰ ਅੱਜ ਉਸ ਨੂੰ ਉਸੇ ਪੌੜੀਆਂ ਤੇ ਉਸ ਦੀ ਜਗ੍ਹਾ ਉਸ ਦੀ ਲਾਸ਼ ਵੇਖ ਕੇ ਭਮੱਤਰ ਗਈ। ਉਹ ਤੇ ਮੇਰੀ ਆਹ ਨਿਕਲ ਗਈ, ਮੇਰੀਆਂ ਅੱਖਾਂ ਖੁੱਲੀਆਂ ਰਹਿ ਗਈਆਂ। ਉਸ ਦੇ ਖਿਲਰੇ ਬਾਲ, ਚਿਹਰੇ ਤੇ ਚਟਾਂ, ਫਟੇ ਕੱਪੜੇ, ਲਹੂ ਲਹਾਨ ਸ਼ਰੀਰ, ਮੁੱਠੀ ਚ ਫਸੇ ਬਾਲ, ਉਸ 8 ਵਰੇ ਦੀ ਬੱਚੀ ਦੋ ਜਹੀਦ ਦੀ ਦਰਦ ਕਹਾਣੀ ਵਿਆਹ ਕਰ ਰਹੀ ਸੀ। ਥੈਂਕ ਯੂ ਵੈਰੀ ਮਚ। ਇਹ ਸਾਰਿਆਂ ਨੂੰ ਮੈਂ ਇੱਕ ਰਿਕੁਐਸਟ ਕਰਦਾ ਕਿ ਜਿਹੜੇ ਆਪਣੇ ਫੋਨ ਦੀ ਸਕਰੀਨ ਉਹਨੂੰ ਵਾਈਡ ਐਂਗਲ ਤੇ ਕਰ ਦੇਣੀ ਤੁਸੀਂ, ਹੈ ਨਾ, ਜਿੱਦਾਂ ਖੜੇ ਐਂਗਲ ਦੇ ਤੇ ਕੀਤੀ ਨਾ ਲੰਬਾਈ ਚ, ਇਹਨੂੰ ਵਾਈਡ ਐਂਗਲ ਤੇ ਕਰ ਲਓ, ਤੁਹਾਡੀ ਪਿਕਚਰ ਜਿਹੜੀ ਹੋਰ ਅੱਛੀ ਆਏਗੀ। ਮੈਡਮ ਖੁਸ਼ ਔਰ ਮੈਡਮ ਮਮਤਾ ਸੇਤੀਆ ਜੀ, ਤੁਹਾਡੇ ਹੈ ਨਾ ਵਾਈਡ ਐਂਗਲ ਤੇ ਨਹੀਂ ਹੈ, ਵਾਈਡ ਐਂਗਲ ਤੇ ਇਸ ਤਰ੍ਹਾਂ ਚੌੜੇ ਰੂਪ ਦੇ ਵਿੱਚ ਆਪਣੇ ਫੋਨ ਰੱਖੋ।
ਥੈਂਕ ਯੂ ਵੈਰੀ ਮਚ। ਹੁਣ ਮੈਡਮ ਨਿਰਲੋਪ ਕੌਰ ਸੇਖੋਂ ਜੀ, ਤੁਸੀਂ ਆਪਣੀ ਕਹਾਣੀ ਜਿਹੜੀ ਪੇਸ਼ ਕਰੋ। ਤੋਂ ਪਹਿਲਾਂ ਮੇਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਮੇਰੀ ਕਹਾਣੀ ਦਾ ਨਾਮ ਹੈ ਜੀ ਸੁਰਮੇ ਵਾਲੀ ਅੱਖ। ਵਾਹ, ਇੰਟਰਸਟਿੰਗ, ਨਾਂ ਹੀ ਬਹੁਤ ਅੱਛਾ ਹੈ। ਦੀ ਅੱਖ ਮੋਟੀ, ਸੁਰਮੇ ਦੀ ਧਾਰੀ ਪਾਈ ਹੋਣ ਕਰਕੇ ਬਹੁਤ ਪਿਆਰੀ ਲੱਗ ਰਹੀ ਸੀ। ਸੁਨੱਖੀ ਹੋਣ ਕਰਕੇ ਦਰਾਣੀਆਂ ਜਠਾਣੀਆਂ ਵਿੱਚੋਂ ਜੱਚਦੀ ਸੀ। ਸਿੰਮੀ ਦਾ ਕੁਆਰਾ ਦਿਓਰ ਜੱਗੂ ਦਿਨ 'ਚ 2 ਵਾਰੀ ਮੋਟੀ ਅੱਖ ਦੀ ਤਾਰੀਫ ਕਰ ਹੀ ਜਾਂਦਾ, ਜੋ ਉਸ ਦੇ ਪਿਆਰ ਦੀ ਖਿੱਚ ਬਣਦਾ। ਇੱਕ ਦਿਨ ਉਸ ਦੀ ਨਣਦ ਤੇਜੀ ਨੇ ਭਾਬੀ ਨੂੰ ਛੇੜਦਿਆਂ ਹੋਇਆਂ ਭੈ ਭੀਤ ਜੀ ਆਵਾਜ਼ ਦੇ ਵਿੱਚ ਹੋ ਕੇ ਕਿਹਾ, ਭਾਬੀ ਜੱਗੂ ਵੀਰ ਨੂੰ ਤਾਂ ਪੁਲਿਸ ਫੜ ਕੇ ਲੈ ਗਈ। ਸਿੰਮੀ ਹੱਕੀ ਬੱਕੀ ਰਹਿ ਗਈ। ਜੱਗੂ ਨੂੰ ਪੁਲਿਸ? ਜਿਵੇਂ ਰੁੱਖਾਂ ਦਾ ਰੇਤਾ ਮੀਂਹ ਨਾਲ ਧੋਇਆ ਜਾਂਦਾ ਹੈ, ਐਵੇਂ ਹੀ ਸਿੰਮੀ ਦੀਆਂ ਅੱਖਾਂ ਦਾ ਸੁਰਮਾ ਹੰਝੂਆਂ ਨਾਲ ਧੋਇਆ ਗਿਆ। ਅਚਾਨਕ ਜੱਗੂ ਨੂੰ ਘਰ 'ਚ ਵੜਦਿਆਂ ਦੇਖਿਆ ਤਾਂ ਸਿੰਮੀ ਭੱਜ ਕੇ ਸ਼ੀਸ਼ੇ ਵੱਲ ਗਈ ਤੇ ਸੁਰਮੇ ਵਾਲੀ ਅੱਖ ਦੇਖੀ। ਥੈਂਕ ਯੂ। ਵੈਰੀ ਨਾਈਸ, ਇੰਨੀ ਵਧੀਆ ਲੱਗਿਆ ਤਾਂ ਮੈਂ ਆਈ ਥਿੰਕ ਥੋੜੇ ਜਿਹੇ ਲਫ਼ਜ਼ਾਂ ਦੇ ਵਿੱਚ ਤੁਸੀਂ ਬੜਾ ਵਧੀਆ ਬਿਆਨ ਕਰ ਦਿੱਤਾ। ਮੈਨੂੰ ਨਾਮ ਬਹੁਤ ਵਧੀਆ ਲੱਗਿਆ ਸੀ, ਤਾਂ ਜਿੰਨਾ ਨਾਮ ਵਧੀਆ ਤੇ ਉਨੀ ਇੰਟਰਸਟਿੰਗ, ਛੋਟੀ ਤੇ ਇੰਟਰਸਟਿੰਗ ਸਟੋਰੀ ਜਿਹੜੀ ਹੈਗੀ ਆ ਸੁਣਨ ਨੂੰ ਮਿਲੀ। ਤੇ ਬਾਕੀਆਂ ਨੇ ਵਧੀਆ, ਇਹਦਾ ਮਤਲਬ ਇਹ ਨਹੀਂ ਕਿ ਬਾਕੀਆਂ ਨੇ ਵਧੀਆ ਨਹੀਂ ਸੁਣਾਈ, ਬਾਕੀ ਵੀ ਬਹੁਤ ਅੱਛਾ ਆਪਣਾ ਪਰਫਾਰਮ ਕਰ ਰਹੇ ਹੈਗੇ ਆ। ਤੇ ਉਹ ਇੱਕ ਨਾਮ ਜਿਹੜਾ ਹੈ ਨਾ ਉਹ ਬਹੁਤ ਇਹਦੇ ਵਿੱਚ ਮਾਇਨਾ ਰੱਖਦਾ ਸੀਗਾ, ਇੱਕ ਛੋਟਾ ਨਾਮ ਤੇ ਇੱਕ ਛੋਟੀ ਕਹਾਣੀ ਨੂੰ ਅਸਲ ਰੂਪ ਵਿੱਚ ਜਿਹੜਾ ਪੇਸ਼ ਕੀਤਾ। ਤੇ ਮੈਡਮ ਅਰਵਿੰਦ ਕੌਰ, ਤੁਸੀਂ ਆਪਣੇ ਆਪ ਨੂੰ ਪਹਿਲਾਂ ਕਲੀਅਰ ਕਰੋ ਤੇ ਨਾਲੇ ਆਪਣੀ ਕਵਿਤਾ ਜਿਹੜੀ ਹੈ, ਕਹਾਣੀ ਜਿਹੜੀ ਹੈਗੀ ਇਸ ਨੂੰ ਕਹਾਣੀ। ਮੈਡਮ ਅਰਵਿੰਦ ਕੌਰ, ਆਪਣੇ ਬਾਰੇ ਪਹਿਲਾਂ ਥੋੜੀ ਜਾਣਕਾਰੀ, ਆਪਣੇ ਬਾਰੇ ਜਾਣਕਾਰੀ ਵੀ ਦੇਣਾ ਕਿਉਂਕਿ ਤੁਸੀਂ ਸਾਡੇ ਨਾਲ ਲੇਟ ਜੁੜੇ ਹੈਗੇ, ਤੇ ਆਪਣੇ ਬਾਰੇ ਪਹਿਲਾਂ ਦੱਸੋ ਵੀ। ਹਾਂਜੀ ਸਰ ਮੈਂ ਅਰਵਿੰਦ ਸੋਹੀ, ਅਗਰ ਲਿਖਣ ਦੇ ਵਿੱਚ ਮੈਂ ਅਰਵਿੰਦ ਸੋਹੀ, ਬਟ ਅਦਰਵਾइज ਮੈਂ ਅਰਵਿੰਦ ਕੌਰ ਮੰਡ। ਅੱਛਾ ਜੀ। और मैं असिस्टेंट प्रोफेसर इन इंग्लिश गवर्नमेंट कॉलेज मलेरकोटला। ठीक है। और थोड़ा लिखन ਦਾ ਸ਼ੌਕ ਹੈ ਤੇ ਬਾਕੀ ਯੂਥ ਐਕਟੀਵਿਟੀਜ਼ ਦੇ ਨਾਲ ਜੁੜੇ ਹੋਏ ਆ, ਕੋਆਰਡੀਨੇਟਰਸ ਦਾ ਕਾਲਜ ਦੇ ਜਿਵੇਂ ਕੰਮ ਹੁੰਦੇ ਆ ਹਨਾ, ਸੋਸ਼ਲ ਐਕਟੀਵਿਟੀਜ਼ ਹੁੰਦੀਆਂ ਨੇ, ਐਜ਼ ਅ ਸੋਸ਼ਲ ਵਰਕਰ, ਐਨਵਾਇਰਨਮੈਂਟਲਿਸਟ। ਸੋ ਦਿਸ ਇਜ਼ ਵੈਲਕਮ ਜੀ, ਤੁਸੀਂ ਆਪਣੀ ਕਹਾਣੀ ਰੱਖੋ ਜੀ। ਓਕੇ, ਪਹਿਲਾਂ ਪੰਜਾਬੀ ਤੁਸੀਂ ਇਹ ਇੰਗਲਿਸ਼ ਵਿੱਚ ਤੁਹਾਡੇ ਤੇ ਜੇ ਤਿਆਰ ਹੈ ਕਿ ਤੁਸੀਂ ਇੰਗਲਿਸ਼ ਦੀ ਕਰ ਸਕਦੇ ਹੋ ਜੀ, ਕਿਉਂਕਿ ਸਾਡਾ ਹਾਂਜੀ ਇੰਗਲਿਸ਼ ਚ ਵੀ ਔਰ ਇੰਗਲਿਸ਼ ਔਰ ਪੰਜਾਬੀ ਦੋਨੋਂ ਸਰ। ਹਾਂਜੀ, ਮੇਰੇ ਹੁਣ ਇੰਗਲਿਸ਼ ਦੀ ਹੁਣ ਤੁਸੀਂ ਪਹਿਲਾਂ ਸੁਣਾ ਦਿਓ ਕਿਉਂਕਿ ਪੰਜਾਬੀ ਚ ਅਸੀਂ ਆਲਰੇਡੀ ਸੁਣ ਰਹੇ ਹਾਂ, ਤੁਸੀਂ ਇੰਗਲਿਸ਼ ਵਾਲੀ ਜੇ ਸੁਣਾਓ ਤੇ। ਓਕੇ ਓਕੇ। The story that I am going to narrate here, this is the purse. Actually, it's a translation of my original story, that is Jabe. I have been married for 10 years. My parents married me with much fun. In 20 years, the economic situations of this house had changed drastically. All this has become possible with the hard work of my father and brothers, and because of their mutual understanding and cooperation. Today, they are millions, having a handsome bank balance, cars, bungalows, etc., and so many things that I can't count. But economic growth has led to decline in relationships. Blood has become thinner than water. Yeah. Today, when I have entered my parents' house, was just shocked to see the state of affairs. My brother was quarreling with each other and with my father over the property matters. The childhood episode flashed to my consciousness just like a movie. I recall the day when I had entered home after playing with my friends. My mother, my father, and my brothers were sitting very sad in the courtyard of our house. I still cherish that sad episode as a of my life. It was the day
when Veere, my brothers, were too young to earn a livelihood, and my Bapu, my father, was the sole earner. The burden of 5 people were on the shoulders of my Bapu. The 100 rupees that Bapu has earned was also snatched away by someone. Everyone was sad, but not unhappy. Bapu was saying, God bless him. He needs more than us. He must have been compelled by his circumstances. Let's drink water and go to sleep. We had nothing to eat in our house. We drank water, ate some jaggery, tied our stomachs with the dupattas, hugged each other, and went to sleep. But everyone was happy. We were united and were under the orders of my father. But today, millions are in the pockets of my father. The same brothers are fighting for money with each other and with the father, who never gave preference to money, and who brought the family to the present status through his hard work. I'm just standing at the door like a statue and talking to myself. That picked pocket was much better than the loaded one. Thank you. Very nice, very nice. I appreciate this story that you have narrated. Madam Amardeep Kaur Lucky, ਤੁਸੀਂ ਆਪਣੇ ਆਪ ਦੇ ਬਾਰੇ ਦੱਸੋ ਤੇ ਨਾਲੇ ਆਪਣੀ ਕਹਾਣੀ ਕਿਸੇ ਵੀ ਲੈਂਗੁਏਜ ਵਿੱਚ ਤੁਸੀਂ ਆਪਣੀ ਪਸੰਦੀ ਵਿੱਚ ਤੁਹਾਨੂੰ ਆਪਸ਼ਨ ਦਿੱਤੀ ਹੈ ਵੀ ਤੁਸੀਂ ਆਪਣੀ ਪਸੰਦ ਦੀ ਕੋਈ ਵੀ ਲੈਂਗੁਏਜ ਯੂਜ਼ ਕਰਕੇ ਉਹਦੇ ਵਿੱਚ ਤੁਸੀਂ ਆਪਣੀ ਕਹਾਣੀ ਰੱਖ ਸਕਦੇ ਹੋ। ਮੈਡਮ ਅਮਰਦੀਪ ਕੌਰ ਲੱਗੀ, ਪਹਿਲਾਂ ਆਪਣੇ ਬਾਰੇ ਇੰਟਰੋਡਕਸ਼ਨ ਦਿਓ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਅਮਰਦੀਪ ਕੌਰ ਲੱਗੀ, MA B.Ed ਐਂਡ ਡਿਪਲੋਮਾ ਇਨ ਆਫਿਸ ਮੈਨੇਜਮੈਂਟ। ਮੈਂ ਅੱਜ ਆਪਣੀ ਕਹਾਣੀ ਪੇਸ਼ ਕਰਨ ਜਾ ਰਹੀ ਹਾਂ ਪੰਜਾਬੀ ਵਿੱਚ, ਤੇ ਮੇਰੀ ਕਹਾਣੀ ਦਾ ਨਾਮ ਹੈ ਦਲੇਰ ਮਾਂ। ਸਾਰਾ ਪਿੰਡ ਇਕੱਠਾ ਹੋ ਗਿਆ ਸੀ ਉਸ ਦੀਆਂ ਚੀਕਾਂ ਸੁਣ ਕੇ। ਜਿਸ ਘਰੋਂ ਕਦੇ ਕਿਸੇ ਨੇ ਉੱਚੀ ਆਵਾਜ਼ ਨਹੀਂ ਸੁਣੀ ਸੀ, ਅੱਜ ਉੱਥੋਂ ਚੀਕਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਬੜਾ ਹੀ ਸਾਊ ਪਰਿਵਾਰ ਸੀ। ਹਜੇ ਪਿਛਲੇ ਸਾਲ ਹੀ ਤਾਂ ਉਹਨਾਂ ਨੇ ਮੁੰਡੇ ਦਾ ਵਿਆਹ ਕੀਤਾ ਸੀ। ਨੂੰ ਵੀ ਰੱਜ ਕੇ ਸੋਹਣੀ ਤੇ ਸਾਊ, ਸ਼ਿਵਾਨੀ ਨਾਮ ਸੀ ਉਸਦਾ। ਪੜ੍ਹੀ ਲਿਖੀ ਵੀ ਸੁਣਿਆ ਕਾਫੀ ਸੀ। ਆਉਂਦਿਆਂ ਹੀ ਉਸਨੇ ਘਰ-ਬਾਰ ਵੀ ਸਾਂਭ ਲਿਆ ਸੀ। ਪਰ 2 ਮਹੀਨੇ ਹੋਏ ਜਦੋਂ ਦਾ ਘਰ ਵਿੱਚ ਨਵੇਂ ਜੀ ਦਾ ਆਗਮਨ ਹੋਇਆ ਸੀ, ਪਤਾ ਨਹੀਂ ਕਿਉਂ ਉਹਨਾਂ ਨੇ ਕੋਈ ਖੁਸ਼ੀ ਹੀ ਨਹੀਂ ਮਨਾਈ। ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ। ਕੋਈ ਕਹਿ ਰਿਹਾ ਸੀ ਧੀ ਜੰਮਣ ਤੇ ਘਰ 'ਚ ਸੋਗ ਪੈ ਗਿਆ ਹੋਣਾ, ਕੋਈ ਕੁਝ ਤੇ ਕੋਈ ਕੁਝ, ਪਰ ਅਸਲੀਅਤ ਕੋਈ ਨਹੀਂ ਜਾਣਦਾ ਸੀ। ਅੱਜ ਜਦੋਂ ਉਸ ਘਰੋਂ ਚੀਕਾਂ ਦੀਆਂ ਆਵਾਜ਼ਾਂ ਸੁਣ ਕੇ ਮੈਂ ਵੀ ਦੌੜੀ ਦੌੜੀ ਪਹੁੰਚੀ ਤਾਂ ਸਾਹਮਣੇ ਦਾ ਦ੍ਰਿਸ਼ ਵੇਖ ਕੇ ਹੱਕੀ ਬੱਕੀ ਰਹਿ ਗਈ। ਉੱਥੇ ਖੁਸਰੇ ਪਹੁੰਚੇ ਹੋਏ ਸਨ ਤੇ ਸ਼ਿਵਾਨੀ ਕੋਲੋਂ ਬੱਚਾ ਖੋਣ ਦੀ ਕੋਸ਼ਿਸ਼ ਕਰ ਰਹੇ ਸਨ। ਸ਼ਿਵਾਨੀ ਦੀ ਸੱਸ ਉਹਨਾਂ ਨੂੰ ਪਿੱਛੇ ਤੱਕ ਰਹੀ ਸੀ, ਪਰ ਸ਼ਿਵਾਨੀ ਉਹਨਾਂ ਦੇ ਪੈਰ ਫੜ ਕੇ ਹਾੜੇ ਕੱਢ ਰਹੀ ਸੀ। ਹੁਣ ਸਾਰਾ ਮਾਜਰਾ ਸਮਝਣ ਵਿੱਚ ਕਿਸੇ ਨੂੰ ਦੇਰ ਨਾ ਲੱਗੀ ਕਿ ਅਸਲ ਵਿੱਚ ਉਹ ਬੱਚਾ ਇੱਕ ਕਿੰਨਰ ਸੀ ਜਿਸ ਨੂੰ ਖੁਸਰੇ ਲੈ ਜਾਣਾ ਚਾਹੁੰਦੇ ਸਨ। ਪਰ ਸ਼ਿਵਾਨੀ ਉਹਨਾਂ ਦੇ ਪੈਰਾਂ 'ਚ ਡਿੱਗੀ, ਚੀਕਾਂ ਮਾਰ ਕੇ ਤਰਲੇ ਕਰ ਰਹੀ ਸੀ ਕਿ ਉਹ ਉਸਦੇ ਬੱਚੇ ਨੂੰ ਨਾ ਲੈ ਕੇ ਜਾਣ। ਇਹ ਉਸਦੇ ਜਿਗਰ ਦਾ ਟੁਕੜਾ ਹੈ। ਉਹ ਉਹਨਾਂ ਨੂੰ ਰੱਬ ਦੇ ਵਾਸਤੇ ਪਾ ਰਹੀ ਸੀ, ਤਰਲੇ ਮਿੰਨਤਾਂ ਕਰ ਰਹੀ ਸੀ। ਜਦੋਂ ਖੁਸਰਿਆਂ ਨੇ ਉਸਨੂੰ ਸਮਾਜ ਦਾ ਹਵਾਲਾ ਦਿੱਤਾ ਤੇ ਕਿਹਾ ਇਹ ਸਮਾਜ ਉਹਨਾਂ ਨੂੰ ਤਾਨੇ ਮਾਰ ਬਦਨਾਮ ਕਰ ਦੇਗਾ, ਇਸ ਬੱਚੇ ਨੂੰ ਨਹੀਂ ਅਪਣਾਏਗਾ, ਤਾਂ ਉਸਨੇ ਕਿਹਾ ਉਹ ਇਹਨਾਂ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨ ਲਈ ਤਿਆਰ ਹੈ। ਉਸ ਦੀਆਂ ਚੀਕਾਂ ਨੇ ਸਾਰਾ ਪਿੰਡ ਰਵਾ ਦਿੱਤਾ ਸੀ। ਇੱਥੋਂ ਤੱਕ ਕਿ ਉਸਦੀ ਸੱਸ, ਜੋ ਕਿ ਉਸ ਬੱਚੇ ਨੂੰ ਨਹੀਂ ਅਪਣਾਉਣਾ ਚਾਹੁੰਦੀ ਸੀ, ਉਸ ਕੋਲੋਂ ਵੀ ਨੂੰਹ ਦਾ ਇਹ ਦੁੱਖ ਵੇਖਿਆ ਨਾ ਗਿਆ ਤੇ ਉਸਨੇ ਵੀ ਸ਼ਿਵਾਨੀ ਦਾ ਸਾਥ ਦੇਣ ਦਾ ਫੈਸਲਾ ਕਰ ਲਿਆ। ਪਰ ਕੁਝ ਪੁਰਾਣੇ ਬਜ਼ੁਰਗ ਹਲੇ ਵੀ ਬੱਚਾ ਖੁਸਰਿਆਂ ਦੇ ਹਵਾਲੇ ਕਰ ਦੇਣ ਦੇ ਹੱਕ ਵਿੱਚ ਸਨ ਤੇ ਕੁਝ ਪੜ੍ਹੇ ਲਿਖੇ ਸ਼ਿਵਾਨੀ ਦੇ ਫੈਸਲੇ ਦੀ ਹਾਮੀ ਭਰ ਰਹੇ ਸਨ। ਪਰ ਇੱਕ ਉਸਦਾ ਪਤੀ ਹੀ ਸੀ ਜੋ ਚੁੱਪਚਾਪ ਇੱਕ ਕੋਨੇ ਵਿੱਚ ਬੁੱਤ ਭੰਨ ਕੇ ਖੜਾ ਸੀ ਤੇ ਕੁਝ ਨਹੀਂ ਬੋਲ ਰਿਹਾ ਸੀ। ਸ਼ਿਵਾਨੀ ਹੁਣ ਤੱਕ ਇਕੱਲੀ ਹੀ ਆਪਣੇ ਬੱਚੇ ਲਈ ਲੜ ਰਹੀ ਸੀ, ਪਰ ਹੁਣ ਕੁਝ ਪਿੰਡ ਦੇ ਬੰਦੇ ਵੀ ਉਸ ਵੱਲ ਹੋ ਗਏ ਸਨ। ਬਹਿਸ ਲੜਾਈ ਵਿੱਚ ਤਬਦੀਲ ਹੋਣੀ ਸ਼ੁਰੂ ਹੋ ਗਈ।
ਅਚਾਨਕ ਸ਼ਿਵਾਨੀ ਦਾ ਪਤੀ ਜਤਿਨ, ਜੋ ਕਿ ਹਾਲੇ ਤੱਕ ਚੁੱਪਚਾਪ ਖੜਾ ਸੀ, ਅੰਦਰ ਗਿਆ, ਅੰਦਰੋਂ ਪਿਸਤੌਲ ਕੱਢ ਕੇ ਲੈ ਆਇਆ ਤੇ ਸ਼ਿਵਾਨੀ ਦੇ ਹੱਥੋਂ ਬੱਚੇ ਨੂੰ ਖੋ ਕੇ ਬੋਲਿਆ, ਇਹ ਮੇਰਾ ਬੱਚਾ ਹੈ ਤੇ ਇਸ ਦਾ ਫੈਸਲਾ ਮੈਂ ਕਰਾਂਗਾ ਕਿ ਇਸ ਬੱਚੇ ਦਾ ਕੀ ਕਰਨਾ ਹੈ। ਇਸ ਤੋਂ ਬਾਅਦ ਉਹ ਸ਼ਿਵਾਨੀ ਨੂੰ ਸੰਬੋਧਿਤ ਹੁੰਦਾ ਹੋਇਆ ਬੋਲਿਆ, ਮੈਨੂੰ ਮਾਫ ਕਰ ਦੇ ਸ਼ਿਵਾਨੀ, ਤੂੰ ਸੱਚਮੁੱਚ ਇੱਕ ਦਲੇਰ ਮਾਂ ਹੈ, ਪਰ ਮੈਨੂੰ ਹੀ ਫੈਸਲਾ ਕਰਨ ਵਿੱਚ ਦੇਰ ਲੱਗ ਗਈ। ਹੁਣ ਤੂੰ ਫਿਕਰ ਨਾ ਕਰ, ਇਹ ਸਾਡਾ ਬੱਚਾ ਹੈ ਤੇ ਇਸ ਨੂੰ ਅਸੀਂ ਹੀ ਪਾਲਾਂਗੇ ਤੇ ਜੇ ਕਿਸੇ ਨੇ ਵੀ ਮੇਰੇ ਬੱਚੇ ਵੱਲ ਅੱਖ ਚੁੱਕ ਕੇ ਵੇਖੀ ਤਾਂ ਮੈਂ ਉਸਦੀਆਂ ਅੱਖਾਂ ਕੱਢ ਦਿਆਂਗਾ। ਉਸਦਾ ਫੈਸਲਾ ਸੁਣ ਕੇ ਸਭ ਹੈਰਾਨ ਰਹਿ ਗਏ। ਖੁਸਰਿਆਂ ਦੇ ਮੁਖੀ ਰਾਜਕੁਮਾਰ ਨੇ ਤਾੜੀ ਵਜਾਉਣੀ ਸ਼ੁਰੂ ਕਰ ਦਿੱਤੀ। ਉਸ ਨੂੰ ਵੇਖ ਕੇ ਬਾਕੀ ਖੁਸਰਿਆਂ ਨੇ ਵੀ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਰਾਜਕੁਮਾਰ ਜਤਿਨ ਨੂੰ ਸੰਬੋਧਿਤ ਹੁੰਦਾ ਹੋਇਆ ਬੋਲਿਆ, ਤੈਨੂੰ ਕੀ ਲੱਗਦਾ ਹੈ ਅਸੀਂ ਤੇਰੇ ਪਿਸਤੌਲ ਤੋਂ ਡਰ ਜਾਾਂਗੇ? ਔਰ ਸਾਨੂੰ ਤਾਂ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਤੂੰ ਇਸ ਬੱਚੇ ਨੂੰ ਅਪਣਾ ਲਿਆ ਹੈ। ਸੱਚੀ ਗੱਲ ਤਾਂ ਇਹ ਹੈ ਕਿ ਸਾਨੂੰ ਇਸ ਗੱਲ ਦੀ ਸਭ ਤੋਂ ਵੱਧ ਖੁਸ਼ੀ ਹੈ ਕਿ ਇੱਕ ਹੋਰ ਰਾਜਕੁਮਾਰ ਬਣਨ ਤੋਂ ਬਚ ਗਿਆ ਹੈ। ਫਿਰ ਰਾਜਕੁਮਾਰ ਸ਼ਿਵਾਨੀ ਵੱਲ ਇਸ਼ਾਰਾ ਕਰਦੇ ਹੋਇਆ ਬੋਲਿਆ, ਅਸੀਂ ਦਾਤ ਦਿੰਦੇ ਹਾਂ ਇਸ ਦੀ ਹਿੰਮਤ ਤੇ ਹੌਸਲੇ ਦੀ, ਜਿਸਨੇ ਇਕੱਲੀ ਹੀ ਇਸ ਬੱਚੇ ਵਾਸਤੇ ਸਾਰੇ ਸਮਾਜ ਨਾਲ ਟੱਕਰ ਲੈਣ ਦੀ ਹਿੰਮਤ ਵਿਖਾਈ। ਰਾਜਕੁਮਾਰ ਨੇ ਬੱਚੇ ਨੂੰ ਆਪਣੀ ਝੋਲੀ ਵਿੱਚ ਲੈ 1100 ਰੁਪਏ ਦਾ ਸ਼ਗਨ ਪਾਇਆ ਤੇ ਉਸਦੇ ਪੈਰਾਂ ਵਿੱਚ ਮੱਥਾ ਟੇਕ ਕੇ ਬੱਚੇ ਨੂੰ ਮਾਂ-ਬਾਪ ਦੇ ਸਪੁਰਦ ਕਰਕੇ ਤੁਰਦਾ ਬਣਿਆ। ਸਾਰੇ ਪਿੰਡ ਵਾਲਿਆਂ ਨੇ ਤਾੜੀਆਂ ਮਾਰ ਕੇ ਉਹਨਾਂ ਦੇ ਇਸ ਫੈਸਲੇ ਦਾ ਸਵਾਗਤ ਕੀਤਾ। ਅੰਤ ਵਿੱਚ ਰਾਜਕੁਮਾਰ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਲਈ ਸਭ ਨੂੰ ਅਲਵਿਦਾ ਆਖ ਆਪਣੀ ਦੁਨੀਆ ਵਿੱਚ ਵਾਪਸ ਚਲਾ ਗਿਆ। ਸ਼ੁਕਰੀਆ ਜੀ। ਹਾਂਜੀ, ਜਿੰਨੀ ਕਹਾਣੀ ਦੇ ਵਿੱਚ ਦਿਲਚਸਪੀ ਸੀ ਤੇ ਉਨੀ ਤੁਹਾਡੀ ਪ੍ਰੈਜੈਂਟੇਸ਼ਨ ਕਰਨ ਦਾ ਤਰੀਕਾ ਜਿਹੜਾ ਹੈਗਾ ਬਹੁਤ ਪਸੰਦ ਆਇਆ। ਤੁਹਾਡੀ ਪੰਜਾਬੀ ਬੋਲਣ ਦਾ ਜਿਹੜਾ ਲਹਿਜ਼ਾ ਉਹ ਵੀ ਬਹੁਤ ਕਮਾਲ ਦਾ ਸੀ ਤੇ ਤੁਸੀਂ ਬਹੁਤ ਵਧੀਆ, ਕਿਉਂਕਿ ਮੈਂ ਆਈ ਥਿੰਕ ਸਾਨੂੰ ਲਾਸਟ ਵਿੱਚ ਤੁਹਾਡਾ ਨਾਮ ਜਿਹੜਾ ਹੈਗਾ ਅਸੀਂ ਵਿੱਚ ਕੀਤਾ ਸੀ ਤੇ ਬੜੀ ਖੁਸ਼ੀ ਹੋਈ ਕਿ ਤੁਸੀਂ ਬਹੁਤ ਅੱਛੀ ਕਹਾਣੀ ਜਿਹੜੀ ਸਾਡੇ ਸਾਹਮਣੇ ਰੱਖੀ ਹੈਗੀ ਹੈ। ਤੇ ਹੁਣ ਮੈਂ ਇਹ ਤੋਂ ਬਾਅਦ ਦੇ ਵਿੱਚ ਸਾਡੇ ਕੋਲ ਹਰਪ੍ਰੀਤ ਬਾਜਵਾ ਜੀ ਸ਼ਾਇਦ ਜੁੜੇ ਹੈਗੇ ਆ। ਹਰਪ੍ਰੀਤ ਬਾਜਵਾ ਜੀ, ਇਹਨਾਂ ਦਾ ਨਾਮ ਤਾਂ ਆਈ ਥਿੰਕ ਨਹੀਂ ਸੀ, ਬਟ ਜੇ ਉਹ ਆਪਣੀ ਕੋਈ ਰਚਨਾ ਕਹਿਣੀ ਚਾਹੁਣ ਤੇ ਉਹ ਕਹਿ ਸਕਦੇ ਆ, ਜੇ ਉਹ ਅਪੀਲ ਹੋ ਕੇ ਆਪਣੀ ਕੋਈ ਰਚਨਾ ਕਹਿਣਾ ਚਾਹੁੰਦੇ ਆ। ਹਾਂਜੀ, ਉਹ ਮੇਰੇ ਖਿਆਲ ਨਾਲ ਪੂਰੀ ਤਰ੍ਹਾਂ ਜੁੜੇ ਨਹੀਂ ਹੈਗੇ ਸਾਡੇ ਨਾਲ। ਤੇ ਮੈਂ ਫਿਰ ਆਊਂਗਾ, ਜੇ ਕਿਸੇ ਨੇ ਹੁਣ ਹਿੰਦੀ ਦੇ ਵਿੱਚ ਮੈਨੂੰ ਕੋਈ ਕਹਾਣੀ ਸੁਣਾਉਣੀ ਹੈਗੀ ਤਾਂ ਮੈਂ ਕਹਾਣੀਆਂ ਸੁਣਨ ਵਾਲਾ ਹੀ ਆ, ਤੁਸੀਂ ਸਾਰੇ ਸੁਣਾਉਣ ਵਾਲੇ ਆ। ਨਹੀਂ ਤਾਂ ਆਈ ਥਿੰਕ ਕਈ ਵਾਰੀ ਇੱਕ ਜਣਾ ਸੁਣਾਉਣ ਵਾਲਾ ਹੁੰਦਾ ਤੇ ਜ਼ਿਆਦਾ ਜਾਣੇ ਸੁਣਨ ਵਾਲੇ ਹੁੰਦੇ, ਮਗਰ ਸਾਡੇ ਤਾਂ ਇੱਥੇ ਉਲਟ ਹੋ ਗਿਆ ਵੀ ਸੁਣਾਉਣ ਵਾਲੇ ਜਿਹੜੇ ਹੈਗੇ ਆ ਉਹ ਜ਼ਿਆਦਾ ਹੈਗੇ ਆ ਤੇ ਸੁਣਨ ਵਾਲਾ ਸਿਰਫ ਮੈਂ ਹੀ ਹਾਂ। ਤੇ ਬੜੀ ਇੰਟਰਸਟਿੰਗ ਗੱਲ ਹੈਗੀ ਆ। ਤੇ ਮੈਡਮ ਨਿਰਲੇਪ ਜੀ, ਤੁਸੀਂ ਕੋਈ ਕਹਾਣੀ ਤਿਆਰ ਕੀਤੀ ਹੋਵੇ ਹੋਰ? ਮੈਂ ਹੁਣ ਦੂਸਰੀ, ਹਾਂਜੀ ਹੁਣ ਆਪਾਂ ਕੋਸ਼ਿਸ਼ ਕਰ ਰਹੀ ਹਾਂ ਕਿ ਆਪਣਾ 2 ਤੋਂ ਲੈ ਕੇ 3 ਮਿੰਟ ਦੇ ਵਿੱਚ ਵਿੱਚ ਆਪਣੀ ਕਹਾਣੀ ਸਾਰੇ ਜਾਣੇ ਕੰਪਲੀਟ ਕਰੀਏ ਜਿੰਨੇ ਵੀ ਮਿੰਟ। ਬਿਲਕੁਲ ਜੀ, ਮੈਂ ਚਾਹੁੰਦੀ ਹਾਂ ਸੁਣਾਉਣੀ। ਓਕੇ ਜੀ, ਇੱਕ ਹੋਰ ਮੇਰੇ ਨਾਲ ਸੁਣਨ ਵਾਲੇ ਹੈਗੇ ਹਰਪ੍ਰੀਤ ਬਾਜਵਾ ਜੀ, ਕਿਉਂਕਿ ਸੁਣਨ ਵਾਲੇ ਹੀ, ਮੇਰੀ ਵੋਟ ਵੱਧ ਗਈ ਹੈਗੀ। ਹਾਂਜੀ ਸਰ, ਮੈਂ ਸੁਣਾਉਣੀ ਚਾਹੂੰਗੀ। ਓਕੇ ਠੀਕ ਹੈ ਜੀ, ਪਹਿਲਾਂ ਮੈਂ ਮੈਡਮ ਨਿਰਲੇਪ ਤੋਂ ਨਾ ਸੁਣ ਲਵਾਂ। ਹਾਂਜੀ ਤੁਸੀਂ ਤਾਂ ਪਤਾ। ਹਾਂਜੀ ਹਾਂਜੀ ਹਾਂਜੀ। ਸਰ, ਮੇਰੀ ਕਹਾਣੀ ਦਾ ਨਾਮ ਹੈ ਮਿੰਨੀ ਕਹਾਣੀ ਅਮੀਰ ਭੂਆ। ਠੀਕ ਹੈ। ਹਾਂਜੀ। ਸੀਤੀ ਦੀ ਭੂਆ ਪੈਸੇ ਵਿੱਚ ਬਹੁਤ ਅਮੀਰ ਸੀ। ਉਹ ਲਾਗਲੇ ਸ਼ਹਿਰ ਵਿੱਚ ਹੀ ਵਿਆਹੀ ਹੋਈ ਸੀ। ਸੀਤੀ ਦੇ ਮੰਮੀ ਪਾਪਾ ਜੋ ਪਿੰਡ ਵਿੱਚ ਰਹਿੰਦੇ ਸਨ ਨੇ ਸੀਤੀ ਲਈ ਨਵਾਂ ਸਾਈਕਲ ਲਿਆ ਕੇ ਦਿੱਤਾ। ਸੀਤੀ ਨੇ ਸਾਈਕਲ ਚਲਾਉਣਾ ਸਿੱਖ ਲਿਆ। ਸੀਤੀ ਨੇ ਆਪਣੀ ਮੰਮੀ ਕੋਲ ਗੱਲ ਕੀਤੀ ਕਿ ਕਿਉਂ ਨਾ ਉਹ ਨਵੇਂ ਸਾਈਕਲ ਤੇ ਆਪਣੀ ਭੂਆ ਜੀ ਨੂੰ ਮਿਲਾਵੇ ਅਤੇ ਉਸ ਦੀ ਭੂਆ ਉਸ ਨੂੰ ਦੇਖ ਕੇ ਕਿੰਨੀ ਹੈਰਾਨ ਹੋਏਗੀ। ਭੂਆ ਜੀ ਨੂੰ ਕਿੰਨਾ ਚਾਅ ਚੜੇਗਾ ਕਿ ਮੇਰਾ ਭਤੀਜਾ ਸਾਈਕਲ ਚਲਾਉਣਾ ਸਿੱਖ ਗਿਆ। ਸੀਤੀ ਦੀ ਮੰਮੀ ਨੇ ਥੋੜਾ ਸੋਚ ਕੇ ਸੀਤੀ ਨੂੰ ਕਿਹਾ, ਆਹੋ ਪੁੱਤ, ਤਾਜ਼ੀਆਂ ਸਬਜ਼ੀਆਂ ਤੋੜ ਕੇ ਦਿੰਨੀ ਆ, ਟੋਕਰੀ ਸਾਈਕਲ ਦੇ ਪਿੱਛੇ ਧਰ ਕੇ ਲੈ ਜਾਵੀਂ। ਸੀਤੀ ਤਿਆਰ ਹੋ ਕੇ ਸਾਈਕਲ ਤੇ ਸਬਜ਼ੀਆਂ ਦੀ ਟੋਕਰੀ ਲੈ ਕੇ ਧਰ ਕੇ ਆਪਣੀ ਭੂਆ ਕੋਲ ਚਲਾ ਗਿਆ। ਜਦੋਂ ਸੀਤੀ ਸਾਈਕਲ ਤੇ ਆਪਣੀ ਭੂਆ ਕੋਲ ਪਹੁੰਚਿਆ, ਉਸ ਦੀ ਭੂਆ ਉਸ ਨੂੰ ਸਾਈਕਲ ਤੇ ਦੇਖ ਕੇ ਅੰਦਰ ਹੀ ਵੜ ਗਈ। ਸੀਤੀ ਨੇ ਕੋਠੀ ਅੰਦਰ ਸਾਈਕਲ ਖੜਾ ਕੀਤਾ ਅਤੇ ਚਾਈਂ ਚਾਈਂ ਭੂਆ ਜੀ ਮੱਥਾ ਟੇਕਦਾ ਕਿਹਾ। ਸੀਤੀ ਦੀ ਭੂਆ ਨੇ ਮੱਥੇ ਵਿੱਚ ਤਿਉੜੀਆਂ ਪਾ ਕੇ ਕਿਹਾ,
ਤੂੰ ਇੱਥੇ ਸਾਈਕਲ ਤੇ ਕੀ ਕਰਨਾ ਹੈ? ਭੂਆ ਦਾ ਨਿਰਮੋਹਾ ਵਤੀਰਾ ਦੇਖ ਕੇ ਸੀਤੀ ਇੱਕਦਮ ਸੁੰਨ ਜਿਹਾ ਹੋ ਗਿਆ। ਸਾਈਕਲ ਤੋਂ ਸਬਜ਼ੀਆਂ ਦੀ ਟੋਕਰੀ ਲਾਹੀ ਨਹੀਂ ਸੀ, ਤੁਰੰਤ ਵਾਪਸ ਪਿੰਡ ਨੂੰ ਮੁੜ ਆਇਆ। ਥੈਂਕ ਯੂ। ਵੈਰੀ ਨਾਈਸ, ਬਹੁਤ ਵਧੀਆ ਲੱਗਿਆ ਜੀ। ਤੇ ਉਸ ਤੋਂ ਬਾਅਦ ਮੈਡਮ ਅਨਮੇਸ਼ਵਰ ਕੌਰ ਜੀ, ਤੁਸੀਂ ਕੋਈ ਆਪਣੀ ਕਹਾਣੀ ਜਿਹੜੀ ਹੈਗੀ ਸਾਡੇ ਸਾਹਮਣੇ ਪੇਸ਼ ਕਰੋ। ਅਨਮੇਸ਼ਵਰ ਕੌਰ ਜੀ, ਆਪਣੇ ਆਪ ਨੂੰ ਪਹਿਲਾਂ ਅਨਮਿਊਟ ਕਰ ਲਓ। ਮੇਰੀ ਕਹਾਣੀ ਦਾ ਨਾਮ ਹੈ ਕੁੰਡ ਚੁਕਾਈ। ਕੁੰਡ ਚੁਕਾਈ ਬੁੱਕ ਰਿਲੀਜ਼ ਦਾ ਨਾਂ ਨੂੰ ਕਹਿੰਦੇ ਨੇ ਕੁੰਡ ਚੁਕਾਈ, ਜਦੋਂ ਪਹਿਲੀ ਵਾਰ ਬੁੱਕ ਰਿਲੀਜ਼ ਹੁੰਦੀ। ਹਾਂਜੀ ਹਾਂਜੀ। ਲੈ ਤੇਰੀ ਸ਼ੋਧ ਦਰਿਆ ਦੀ ਕੁੰਡ ਚੁਕਾਈ ਦੀ ਰਸਮ ਕਰਨੀ ਵੀ ਕੋਈ ਮੁਸ਼ਕਿਲ ਹੈ? ਕਹੇ ਤਾਂ ਇਸੇ ਐਤਵਾਰ ਕਰਵਾ ਦਿੰਦੇ ਆ। ਆਪਣੀ ਪਗੜੀ ਦੇ ਵਾਲ ਠੀਕ ਕਰਦੇ ਹੋਏ ਹਰਮੋਹਨ ਨੇ ਰੇਸ਼ਮ ਸਿੰਘ ਨੂੰ ਕਿਹਾ, ਬਈ ਅੱਜ ਕੱਲ ਪਬਲਿਸਿਟੀ ਦਾ ਜ਼ਮਾਨਾ ਹੈ, ਪਹਿਲੇ ਨੋਟ ਖਰਚਣੇ ਪੈਣੇ ਨੇ, ਕਿਤਾਬਾਂ ਐਵੇਂ ਥੋੜਾ ਵਿਕਦੀਆਂ ਨੇ, ਪੈਸੇ ਨਹੀਂ ਖਰਚਾਂਗੇ ਤਾਂ ਕੌਣ ਤੇਰੀ ਕਿਤਾਬ ਖਰੀਦੇਗਾ ਤੇ ਕੌਣ ਪੜ੍ਹੇਗਾ? ਭਾਵੇਂ ਲੱਖ ਚੰਗੀ ਲਿਖੀ ਹੋਏ, ਬਈ ਕੁੰਡ ਚੁਕਾਈ ਦੀ ਰਸਮ ਤੋਂ ਬਗੈਰ ਕੁਝ ਨਹੀਂ ਹੋ ਬਣਨਾ। ਹੈ ਵੀ ਤੇਰੀ, ਕਿੰਨਾ ਕੁ ਖਰਚਾ ਆਏਗਾ? ਰੇਸ਼ਮ ਸਿੰਘ ਨੇ ਮੁੜਕੇ ਵਾਲੀਆਂ ਜੁਰਾਬਾਂ ਪੈਰਾਂ ਚੋਂ ਲਾਂਦੇ ਹੋਏ ਪੁੱਛਿਆ। ਕੋਈ ਬਹੁਤਾ ਨਹੀਂ ਹੋਵੇਗਾ, ਇਉਂ ਕਰੇਂਗਾ ਨਾ 10 ਵਜੇ ਚਾਹ ਪਾਣੀ ਤੇ ਫਿਰ ਕੁੰਡ ਚੁਕਾਈ ਦੀ ਰਸਮ, ਤੇ ਮਗਰੋਂ ਗੋਸ਼ਟੀ ਕਰਵਾ ਲਵਾਂਗੇ। ਫਿਰ ਦੁਪਹਿਰ ਦਾ ਖਾਣਾ, ਬਸ 100-150 ਬੰਦਿਆਂ ਦੇ ਖਾਣੇ ਦਾ ਇੰਤਜ਼ਾਮ ਕਰਨਾ ਪਵੇਗਾ। ਸ਼ੀਸ਼ੇ ਚੋਂ ਤੱਕਦਿਆਂ ਪਗੜੀ ਸਵਾਰਦੇ ਹੋਏ ਹਰਮੋਹਨ ਕਹਿਣ ਲੱਗਾ, ਬਈ ਕੁੰਡ ਚੁਕਾਈ ਰਸਮ ਵੇਖਣ ਤੇ ਗੋਸ਼ਟੀ ਸੁਣਨ ਲੋਕਾਂ ਦੂਰੋਂ ਚੱਲ ਕੇ ਆਉਣਾ ਹੈ। ਚਾਹ ਪਾਣੀ ਤਾਂ ਚਾਹੀਦਾ ਹੀ ਹੈ ਨਾ। ਚਾਹ ਪਾਣੀ ਵੇਲੇ ਹੀ 100 ਤੋਂ ਉੱਪਰ ਬੰਦੇ ਸਨ। ਰੇਸ਼ਮ ਸਿੰਘ ਬੜਾ ਹੀ ਖੁਸ਼ ਸੀ, ਵਾਵਾ ਰੌਣਕ ਲੱਗ ਗਈ ਏ। 50-60 ਪੁਸਤਕਾਂ ਤੇ ਵਿਕੀ ਜਾਣਗੀਆਂ। ਕੁੰਡ ਚੁਕਾਈ ਵੇਲੇ ਮਸਾਂ 30-40 ਬੰਦੇ ਰਹਿ ਗਏ ਸਨ ਤੇ ਗੋਸ਼ਟੀ ਵੇਲੇ 15-20 ਰਹਿ ਗਏ। ਉਹ ਸਟੇਜ ਤੇ ਬੈਠਾ ਖਾਲੀ ਕੁਰਸੀਆਂ ਦੀ ਮੁੜ-ਮੁੜ ਗਿਣਤੀ ਕਰੀ ਜਾ ਰਿਹਾ ਸੀ। ਗੋਸ਼ਟੀ ਵੱਲ ਤਾਂ ਉਸਦਾ ਉੱਕਾ ਹੀ ਧਿਆਨ ਨਹੀਂ ਸੀ ਕਿ ਕੀ ਬੋਲਿਆ ਜਾ ਰਿਹਾ ਹੈ। ਗੋਸ਼ਟੀ ਮਗਰੋਂ ਖਾਣੇ ਦਾ ਬੰਦੋਬਸਤ ਸੀ। ਫਿਰ 100-150 ਬੰਦਾ ਖਾਣੇ ਵਾਲੇ ਪੰਡਾਲ ਚ ਆ ਜੁੜਿਆ ਸੀ। ਮੁਬਾਰਕਾਂ ਬਈ ਮੁਬਾਰਕਾਂ ਕੁੰਡ ਚੁਕਾਈ ਦੀਆਂ। ਬਈ ਪੁਸਤਕ ਦਾ ਨਾਂ ਤਾਂ ਬੜਾ ਵਧੀਆ ਰੱਖਿਆ, ਸ਼ੋਧ ਦਰਿਆ। ਹੁਣ ਤਾਂ ਤੇਰੀ ਕਿਤਾਬ ਸਮਝ ਲਓ ਹੱਥੋਂ ਹੱਥੀ ਵਿਕੂ। ਉਹ ਰੇਸ਼ਮ ਸਿਆ, ਤੂੰ ਗਾਣਾ ਤਾਂ ਸੁਣਿਆ ਹੀ ਹੋਇਆ, ਪਾਣੀ ਆਇਆ ਸ਼ੋਧ ਦਰਿਆ, ਹੋਵੇ ਮਿੱਤਰਾ ਘੜਾ ਚੁਕਾ। ਤੇ ਖਾਣਾ ਖਾ ਕੇ ਸਾਰੇ ਜਣੇ ਚਲੇ ਗਏ ਸਨ। ਹੁਣ ਹਾਲ ਖਾਲੀ ਸੀ ਤੇ ਉਸ ਵਿੱਚ ਉਹ ਸੀ ਤੇ ਉਸਦੀ ਪੁਸਤਕ ਸ਼ੋਧ ਦਰਿਆ ਦੀਆਂ ਕਾਪੀਆਂ। ਧੰਨਵਾਦ। ਹਾਂਜੀ, ਬਹੁਤ ਇੰਟਰਸਟਿੰਗ। ਤੇ ਕਈ ਵਾਰੀ ਕਿਉਂਕਿ ਗੁਣ ਦਾ ਜਿਹੜਾ ਮੁੱਲ ਹੈ ਨਾ, ਕੋਈ ਵਿਰਲਾ ਹੀ ਪਾਉਂਦਾ, ਤੇ ਅਫਸੋਸ ਉਦੋਂ ਹੁੰਦਾ ਜਦੋਂ ਗੁਣ ਦਾ ਮੁੱਲ ਕੋਈ ਵੀ ਨਹੀਂ ਪਾਉਂਦਾ। ਤੇ ਮਗਰ ਜਦੋਂ ਪ੍ਰਮਾਤਮਾ ਦੇ ਹੱਥ ਦੇ ਵਿੱਚ ਹੋਵੇ ਵਾਗਡੋਰ ਸਾਡੀ, ਤੇ ਗੁਣ ਦਾ ਮੁੱਲ ਅੱਜ ਨਹੀਂ ਤੇ ਕੱਲ ਨੂੰ ਜ਼ਰੂਰ ਪੈ ਜਾਂਦਾ। ਮਗਰ ਕੁੰਡ ਚੁਕਾਈ ਇੱਕ ਸੋਹਣਾ ਮੈਸੇਜ ਦੇਣ ਵਾਲੀ ਗੱਲ ਹੈਗੀ ਆ, ਸਮਾਜ ਨੂੰ ਸੁਧਾਰ ਕਰਨ ਵਾਲੀ ਜਿਹੜੀ ਹੈਗੀ ਆ ਵਿੱਚ ਹੈਗੀ ਆ। ਮੈਂ ਇਹ ਤੋਂ ਬਾਅਦ ਵਿੱਚ ਮੈਡਮ ਰਿਪਨਜੋਤ ਕੌਰ ਬੱਗਾ, ਮੈਂ ਉਹਨਾਂ ਦੇ ਕੋਲ ਆ ਰਿਹਾ। ਤੇ ਤੁਸੀਂ ਆਪਣੀ ਹੁਣ ਕਹਾਣੀ ਕਿਸੇ ਵੀ ਭਾਸ਼ਾ ਦੇ ਵਿੱਚ ਰੱਖ ਸਕਦੇ ਆ, ਪੰਜਾਬੀ, ਹਿੰਦੀ, ਇੰਗਲਿਸ਼, ਜਿਹਦੇ ਵਿੱਚ ਮਰਜ਼ੀ ਰੱਖ ਸਕਦੇ ਆ। ਤੇ ਤੁਸੀਂ ਆਪਣੀ ਕਹਾਣੀ ਜਿਹੜੀ ਹੈਗੀ ਰੱਖੋ। ਮੈਡਮ ਰਿਪਨਜੋਤ ਕੌਰ ਬੱਗਾ, ਆਪਣੇ ਆਪ ਨੂੰ ਅਨਮਿਊਟ ਕਰੋ, ਅਨਮਿਊਟ ਕਰ ਲਓ, ਅਨਮਿਊਟ ਕਰ ਲਓ, ਅਨਮਿਊਟ। ਹਾਂਜੀ ਹਾਂਜੀ, ਮੈਂ ਇੱਕ ਮਿਨੀ ਰਚਨਾ ਪੇਸ਼ ਕਰਨ ਜਾ ਰਹੀ ਹਾਂ। ਇਸ ਦਾ ਨਾਮ ਹੈ ਫਾਇਦਾ। ਹਾਸ਼ਮ ਫਤਿਹ ਨਸੀਬ ਉਹਨਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ। ਮੈਂ ਜਦੋਂ ਪੰਜਾਬ ਦੇ ਇੱਕ ਆਰਮੀ ਸਕੂਲ ਵਿੱਚ ਨਵੀਂ ਪੜ੍ਹਾਉਣ ਆਈ ਤਾਂ ਮੈਂ ਦੇਖਿਆ ਕਿ ਸਕੂਲ ਵਿੱਚ
ਪੰਜਾਬੀ ਬੱਚੇ ਤਾਂ ਬਹੁਤ ਹਨ, ਪਰ ਪੰਜਾਬੀ ਵਿਸ਼ਾ ਨਹੀਂ ਪੜਾਇਆ ਜਾਂਦਾ। ਆਰਮੀ ਸਕੂਲਾਂ ਵਿੱਚ ਸਾਰੇ ਭਾਰਤ ਤੋਂ ਬੱਚੇ ਪੜਨ ਆਉਂਦੇ ਹਨ। ਹਰ ਵਾਰ ਦੀ ਤਰ੍ਹਾਂ ਮੇਰੀ ਜਮਾਤ ਦੀਆਂ ਕੁੜੀਆਂ ਮੇਰੇ ਨਾਲ ਖੁੱਲ ਜਾਂਦੀਆਂ ਹੁੰਦੀਆਂ ਨੇ ਹਮੇਸ਼ਾ। ਇੱਕ ਦਿਨ 5ਵੀਂ ਜਮਾਤ ਦੀਆਂ ਕੁੜੀਆਂ ਮੇਰੇ ਕੋਲ ਆਈਆਂ ਅਤੇ ਕਹਿਣ ਲੱਗੀਆਂ, ਮੈਡਮ ਅਸੀਂ ਅਗਲੇ ਸਾਲ 6ਵੀਂ ਤੋਂ ਪੰਜਾਬੀ ਪੜ੍ਹਨੀ ਹੈ, ਪਰ ਸਕੂਲ ਵਿੱਚ ਪੜ੍ਹਾਈ ਨਹੀਂ ਜਾਂਦੀ, ਸੰਸਕ੍ਰਿਤ ਪੜ੍ਹਨੀ ਪੈਂਦੀ ਹੈ। ਮੈਂ ਅੱਗਿਓਂ ਕਿਹਾ, ਕੋਈ ਨਾ ਬੱਚਿਓ, ਇਸ ਦਾ ਵੀ ਆਪਾਂ ਕੋਈ ਹੱਲ ਲੱਭਦੇ ਹਾਂ, ਤੁਸੀਂ ਫਿਕਰ ਨਾ ਕਰੋ। ਭਾਵੇਂ CBSE ਸਕੂਲਾਂ ਵਾਸਤੇ ਕੇਂਦਰ ਸਰਕਾਰ ਵੱਲੋਂ ਇਹ ਨਿਯਮ ਸੀ ਕਿ ਜੇਕਰ ਭਾਰਤ ਦੇ ਕਿਸੇ ਵੀ ਰਾਜ ਵਿੱਚ ਕਿਸੇ ਵੀ ਅੰਗਰੇਜ਼ੀ ਮਾਧਿਅਮ ਸਕੂਲ ਵਿੱਚ ਇੱਕ ਜਮਾਤ ਵਿੱਚ 15 ਤੋਂ ਜ਼ਿਆਦਾ ਬੱਚੇ ਉਸ ਰਾਜ ਦੀ ਖੇਤਰੀ ਭਾਸ਼ਾ ਪੜ੍ਹਨਾ ਚਾਹਣ ਤਾਂ ਪੜ੍ਹ ਸਕਦੇ ਹਨ। ਉਸ ਰਾਜ ਦੀ ਭਾਸ਼ਾ ਸਕੂਲ ਵਿੱਚ ਪੜ੍ਹਾਈ ਜਾ ਸਕਦੀ ਹੈ ਜੇਕਰ ਉਸ ਕਲਾਸ ਵਿੱਚ 15 ਤੋਂ ਵੱਧ ਬੱਚੇ ਹੋਣ। ਠੀਕ ਹੈ ਨਾ ਜੀ ਸੈਕਸ਼ਨ। ਇਹ ਨੁਕਤਾ ਮੈਨੂੰ ਪਤਾ ਸੀ। ਮੈਂ ਬੱਚਿਆਂ ਨੂੰ ਪੰਜਾਬੀ ਵਿਸ਼ਾ ਪੜ੍ਹਾਉਣ ਬਾਰੇ ਬੱਚਿਆਂ ਨੂੰ ਦਿੱਤੀਆਂ ਅਰਜ਼ੀਆਂ ਲੈ ਕੇ ਸੰਬੰਧਿਤ ਸਕੂਲ ਦੇ ਪ੍ਰਿੰਸੀਪਲ ਸਾਹਿਬ ਕੋਲ ਗਈ ਅਤੇ ਉਹਨਾਂ ਨੂੰ ਸਾਰੀ ਗੱਲ ਤਰਕ ਸਹਿਤ ਪੂਰੇ ਵੇਰਵੇ ਦੇ ਕੇ ਸਮਝਾਈ। ਨਾਲ ਹੀ ਮੈਂ ਇਹ ਵੀ ਕਿਹਾ ਕਿ ਇਹ ਪੰਜਾਬ ਵਿੱਚ ਰਹਿਣ ਵਾਲੇ ਫੌਜੀਆਂ ਦੇ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ। ਕੱਲ ਨੂੰ ਇਹਨਾਂ ਵਿੱਚੋਂ ਕੁਝ ਨੇ ਪੰਜਾਬ ਵਿੱਚ ਵੀ ਨੌਕਰੀਆਂ ਕਰਨੀਆਂ ਹੋਣਗੀਆਂ ਤਾਂ ਉਸ ਵਕਤ ਦੀ ਪੜ੍ਹੀ ਪੰਜਾਬੀ ਕੰਮ ਆਏਗੀ। ਸਾਰਿਆਂ ਨੇ ਤਾਂ ਨਹੀਂ ਫੌਜ ਵਿੱਚ ਭਰਤੀ ਹੋ ਜਾਣਾ। ਸਕੂਲ ਦੇ ਸਿਆਣੇ ਮੁਖੀ ਨੂੰ ਸਾਰੀ ਗੱਲ ਸਮਝਣ ਵਿੱਚ ਦੇਰ ਨਾ ਲੱਗੀ। ਉਹਨਾਂ ਨੇ ਸਕੂਲ ਵਿੱਚ ਹਰ ਕਲਾਸ ਵਿੱਚ ਪੰਜਾਬੀ ਪੜ੍ਹਾਉਣ ਦਾ ਇੱਕ ਅਲੱਗ ਸੈਕਸ਼ਨ ਬਣਾ ਦਿੱਤਾ। 6ਵੀਂ 7ਵੀਂ 8ਵੀਂ 9ਵੀਂ 10ਵੀਂ। ਇਹ ਬਹੁਤ ਖੁਸ਼ੀ ਦੀ ਗੱਲ ਮੰਨੀ ਗਈ। ਸਾਰੇ ਸਕੂਲ ਵਿੱਚ ਲੋਕ ਕਾਫੀ ਖੁਸ਼ ਹੋ ਕੇ ਮੈਨੂੰ ਵਧਾਈਆਂ ਦੇ ਰਹੇ ਸਨ ਕਿ ਇੱਕ ਮੇਰੀ ਚੰਗੀ ਭਲੀ ਸਰਦਾਰਨੀ ਸਹੇਲੀ ਕਹਿੰਦੀ, ਬੱਗਾ ਮੈਮ ਚੰਗਾ ਕੀਤਾ ਸਕੂਲ ਵਿੱਚ ਪੰਜਾਬੀ ਦਾ ਵਿਸ਼ਾ ਲਗਵਾ ਦਿੱਤਾ, ਪਰ ਇਸ ਵਿੱਚ ਸਾਨੂੰ ਕੀ ਫਾਇਦਾ ਹੋਣਾ, ਕਿਹੜਾ ਸਾਡੀ ਤਨਖਾਹ ਵੱਧ ਜਾਣੀ। ਮੈਨੂੰ ਬੜਾ ਓਪਰਾ ਜਿਹਾ ਲੱਗਾ ਇਹ ਸੁਣ ਕੇ। ਠੀਕ ਹੈ, ਪੈਸਾ ਸਾਡੀ ਜ਼ਰੂਰਤ ਹੈ। ਪਤਾ ਨਹੀਂ ਅਸੀਂ ਜਾਂ ਆਮ ਮਨੁੱਖ ਹਰ ਚੀਜ਼ ਨੂੰ ਹਰ ਸ਼ੈ ਨੂੰ ਪੈਸੇ ਨਾਲ ਹੀ ਕਿਉਂ ਤੋਲਦੇ ਹਾਂ। 6ਵੀਂ ਤੋਂ ਲੈ ਕੇ 10ਵੀਂ ਤੱਕ ਤਕਰੀਬਨ ਹਰ ਸਾਲ 250 ਤੋਂ ਵੱਧ ਬੱਚਿਆਂ ਨੇ ਸਕੂਲ ਵਿੱਚੋਂ ਪੰਜਾਬੀ ਵਿਸ਼ਾ ਪੜ੍ਹ ਕੇ ਨਿਕਲਣਾ ਸੀ। ਮੇਰੀ ਆਤਮਾ ਲਈ ਇਸ ਤੋਂ ਵੱਧ ਸੰਤੁਸ਼ਟੀ ਦੀ ਕੀ ਗੱਲ ਹੋ ਸਕਦੀ ਸੀ। ਜ਼ਿੰਦਗੀ ਵਿੱਚ ਕੁਝ ਗੱਲਾਂ ਪੈਸੇ ਤੋਂ ਉੱਪਰ ਵੀ ਹੁੰਦੀਆਂ ਹਨ, ਜਿਨ੍ਹਾਂ ਦਾ ਰੂਹਾਂ ਨਾਲ ਸਰੋਕਾਰ ਹੁੰਦਾ ਹੈ। ਜਦੋਂ ਮੈਂ ਉਪਰੋਕਤ ਵਾਕਿਆ ਡਾਕਟਰ ਗੁਲਜ਼ਾਰ ਸਿੰਘ ਸੰਧੂ ਸਾਬਕਾ ਐਡੀਟਰ ਪੰਜਾਬੀ ਟ੍ਰਿਬਿਊਨ ਨੂੰ ਦੱਸਿਆ ਤਾਂ ਉਹ ਕਹਿੰਦੇ, ਫਿਰ ਤੂੰ ਡਾਕਟਰ ਵਿਦਵਾਨ ਸਿੰਘ ਸੋਨੀ ਦੀ ਧੀ ਹੈ ਨਾ, ਪੰਜਾਬੀ ਭਾਸ਼ਾ ਨਾਲ ਅੱਖਾਂ ਸਾਹਮਣੇ ਵਿਤਕਰਾ ਹੁੰਦਾ ਕਿਵੇਂ ਦੇਖ ਲੈਂਦੀ। ਕਿਉਂ ਅਸੀਂ ਪੰਜਾਬੀ ਸੋਚਣ ਅਤੇ ਦੂਰ ਅੰਦੇਸ਼ੀ ਦੇ ਨਜ਼ਰੀਏ ਪੱਖੋਂ ਜਵਾਕਾਂ ਵਾਲੀ ਉਮਰ ਹੰਢਾ ਰਹੇ ਹਾਂ। ਸ਼ੁਕਰੀਆ ਜੀ, ਧੰਨਵਾਦ ਜੀ, ਸਤਿ ਸ੍ਰੀ ਅਕਾਲ। ਵੈਰੀ ਇੰਟਰਸਟਿੰਗ, ਕਿਉਂਕਿ ਭਾਸ਼ਾ ਤਾਂ ਕੋਈ ਵੀ ਹੈ, ਉਹਦਾ ਗਿਆਨ ਜਿੱਦਾਂ ਹੁਣ ਸਾਨੂੰ ਜੇ ਪੰਜਾਬੀ ਭਾਸ਼ਾ ਪਸੰਦ ਹੈ ਤੇ ਹਿੰਦੀ ਵਾਲਿਆਂ ਨੂੰ ਹਿੰਦੀ ਵਾਲੀ ਪਸੰਦ ਹੈ। ਇਸੇ ਕਰਕੇ ਅਸੀਂ ਵਾਇਸ ਆਫ ਮਾਨਵਤਾ ਤੇ ਇਹ ਤਿੰਨੇ ਭਾਸ਼ਾਵਾਂ ਦਾ ਜਿਹੜਾ ਕਹਾਣੀ ਦਰਬਾਰ ਕਰਾਉਣ ਦੀ ਜਿਹੜੀ ਸੋਚ ਮੇਰੇ ਮਨ ਦੀ ਸੀ ਕਿ ਜੇ ਅਸੀਂ ਆਪਣੀ ਭਾਸ਼ਾ ਨੂੰ ਪੰਜਾਬੀ ਚ ਪਿਆਰ ਕਰਦੇ ਇੱਕਦਮ, ਕਿਉਂਕਿ ਦਿਮਾਗ ਜਿਹੜਾ ਹੈਗਾ ਸਾਡਾ, ਜਿਹੜੇ ਪੰਜਾਬ ਵਾਲੇ ਆ ਉਹਨਾਂ ਨੇ ਇੱਕਦਮ ਬੜੀ ਦਿਲਚਸਪੀ ਦੇ ਨਾਲ ਪੰਜਾਬੀ ਵਾਲੀ ਸੁਣਨੀ ਹੈ, ਤੇ ਜੇ ਕੋਈ ਹਿੰਦੀ ਵਾਲਾ ਵੀਰ ਹੈਗਾ ਜਾਂ ਕੋਈ ਵੀ ਸੁਣ ਰਿਹਾ ਸਾਨੂੰ, ਕਿਉਂਕਿ ਵਾਇਸ ਆਫ ਮਾਨਵਤਾ ਦੇ ਜਿਹੜੇ ਸਾਡਾ ਜ਼ਿਆਦਾ ਵਿਊਅਰਸ਼ਿਪ ਜਿਹੜੀ ਹੈਗੀ ਉਹ ਹਿੰਦੀ ਵਾਲਿਆਂ ਦੀ ਹੈ, ਇਸ ਕਰਕੇ ਅਸੀਂ ਹਿੰਦੀ ਨੂੰ ਵੀ ਉਹਦੇ ਵਿੱਚ ਸ਼ਾਮਿਲ ਕੀਤਾ। ਤੇ ਇੰਗਲਿਸ਼ ਜਿਹੜੀ ਇੰਟਰਨੈਸ਼ਨਲ ਲੈਂਗੁਏਜ ਹੋਣ ਕਰਕੇ ਤੇ ਉਹਦੇ ਇਸ ਕਰਕੇ ਇੰਗਲਿਸ਼ ਦੀ ਵੀ ਅਸੀਂ ਜਿਹੜੀ ਹੈਗੀਆਂ ਕਹਾਣੀ ਜਿਹੜੀਆਂ ਸਟੋਰੀਜ਼ ਜਿਹੜੀਆਂ ਸ਼ਾਰਟ ਸਟੋਰੀਜ਼ ਉਹਨੂੰ ਸ਼ਾਮਿਲ ਕਰਨ ਦਾ ਸੋਚਿਆ। ਤੇ ਹੁਣ ਮੈਂ ਜਾਊਂਗਾ ਮੈਡਮ ਮਨਜੀਤ ਕੌਰ ਧੀਮਾਨ, ਤੁਸੀਂ ਆਪਣੀ ਕੋਈ ਕਹਾਣੀ ਜਿਹੜੀ ਹੈਗੀ ਆ ਸਾਡੇ ਸਾਹਮਣੇ ਰੱਖੋ। ਹਾਂਜੀ ਸਰ, ਹੁਣ ਮੈਂ ਪੰਜਾਬੀ ਚ ਬੋਲਾਂਗੀ ਕਹਾਣੀ। ਠੀਕ ਹੈ, ਠੀਕ ਹੈ ਜੀ। ਹਾਂਜੀ, ਲੈਂਗੁਏਜ ਆਪਣੇ ਆਪ ਚੇਂਜ ਕਰ ਲੈਣਾ ਸਾਰਿਆਂ ਨੇ, ਜਿਨ੍ਹਾਂ ਦੀ ਹਿੰਦੀ ਵਾਲੀ ਹੋ ਗਈ ਉਹ ਹੁਣ ਪੰਜਾਬੀ ਚ ਆ ਜਾਣ, ਤੇ ਇੱਕ ਜਦੋਂ ਜਾਂਦੇ ਜਾਂਦੇ ਜੇ ਕੋਈ ਇੰਗਲਿਸ਼ ਮੈਨੂੰ ਸੁਣਾ ਸਕੇ ਤਾਂ ਮੈਂ ਬਹੁਤ ਖੁਸ਼ ਹੋਊਂਗਾ, ਤੇ ਬਾਕੀ ਠੀਕ ਹੈ ਜੀ। ਹਾਂਜੀ, ਮੇਰੀ ਮਿੰਨੀ ਕਹਾਣੀ ਦਾ ਨਾਮ ਹੈ ਰੋਟੀ ਕਮਾਉਣੀ ਹੈ ਜ਼ਹਿਰ ਨਹੀਂ। ਠੀਕ। ਹਾਂ ਬਈ, ਕੀ ਹਾਲ ਹੈ? ਕਮਲੇਸ਼ ਚੰਦ ਨੇ ਰਾਸ਼ਨ ਲੈਣ ਆਏ ਕਸ਼ਮੀਰ ਸਿੰਘ ਨੂੰ ਪੁੱਛਿਆ। ਹਾਲ ਕਾਹਦਾ ਵੀਰੇ, ਤੈਨੂੰ ਪਤਾ ਹੀ ਹੈ, ਹੁਣ ਤਾਂ ਰੋਟੀ ਪਾਣੀ ਵੀ ਔਖਾ ਹੋਇਆ ਪਿਆ, ਇਸੇ ਲਈ ਤੇਰੇ ਕੋਲੋਂ ਉਧਾਰ ਰਾਸ਼ਨ ਲੈਣ ਆਇਆ ਹਾਂ। ਕੋਈ ਕੰਮ ਮਿਲੇ ਤਾਂ ਸਭ ਤੋਂ ਪਹਿਲਾਂ ਤੇਰੇ ਪੈਸੇ ਹੀ ਦੇਵਾਂਗਾ।
ਕਸ਼ਮੀਰ ਸਿੰਘ ਨੇ ਦੁਖੀ ਜਿਹੀ ਆਵਾਜ਼ ਵਿੱਚ ਕਿਹਾ, ਲੈ ਕੰਮ ਨੂੰ ਕੀ ਹੈ ਯਾਰ, ਕੰਮ ਤਾਂ ਬਥੇਰਾ, ਤੂੰ ਗੱਲ ਕਰ, ਮੈਂ ਹੁਣੇ ਦਵਾ ਦਿੰਨਾ ਕੰਮ ਤੈਨੂੰ, ਐਵੇਂ ਤੜਫੀ ਜਾਨਾ ਆ। ਕਮਲੇਸ਼ ਚੰਦ ਨੇ ਮਸ਼ਕਰੀ ਭਰੇ ਲਹਿਜੇ ਵਿੱਚ ਕਿਹਾ, ਅੱਛਾ ਸੱਚ ਕਹਿੰਦੇ ਤੁਸੀਂ ਬਾਈ, ਜੇ ਤੂੰ ਕੰਮ ਦਵਾ ਦੇਵੇਂ ਤਾਂ ਤੇਰੇ ਵਰਗਾ ਤਾਂ ਕੋਈ ਵੀ ਨਹੀਂ, ਮਹੀਨਾ ਹੋ ਗਿਆ ਗੱਡੀ ਖੜੀ ਨੂੰ, ਕੰਮ ਹੀ ਨਹੀਂ ਕਿਤੇ। ਕਸ਼ਮੀਰ ਸਿੰਘ ਨੇ ਖੁਸ਼ ਹੁੰਦਿਆਂ ਕਿਹਾ, ਆ ਲੈ ਫੜ ਨੰਬਰ, ਫੋਨ ਕਰਕੇ ਮੇਰਾ ਨਾਂ ਲੈ ਦਵੀਂ, ਕੰਮ ਮਿਲ ਜੂ ਤੇ ਕੰਮ ਵੀ ਇਹੋ ਜਿਹਾ ਕਿ ਮਾਲਾਮਾਲ ਹੋ ਜਾਵੇਂਗਾ, ਪਰ ਦੇਖੀ ਭੁੱਲ ਨਾ ਜਾਵੀਂ, ਸਾਡਾ ਵੀ ਖਿਆਲ ਰੱਖੀ। ਕਮਲੇਸ਼ ਚੰਦ ਨੇ ਮੁਸਕੜੀਆਂ ਹੱਸਦਿਆਂ ਕਿਹਾ, ਇਹੋ ਜਿਹਾ ਕਿਹੜਾ ਕੰਮ ਹੈ ਬਾਈ, ਅੱਜ ਕੱਲ ਤਾਂ ਇੰਨੀ ਮੰਦੀ ਚੱਲਦੀ ਪਈ ਹੈ ਸਗੋਂ। ਕਸ਼ਮੀਰ ਸਿੰਘ ਨੇ ਹੈਰਾਨ ਹੁੰਦਿਆਂ ਕਿਹਾ, ਬਸ ਤੂੰ ਅੰਬ ਖਾ, ਪੇੜ ਕਿਉਂ ਗਿਣ ਰਿਹਾ। ਇੱਕ ਵਾਰ ਗੱਡੀ ਭਰ ਕੇ ਮਾਲ ਦੀ ਲਿਆਵੇਂਗਾ ਤਾਂ ਭਾਵੇਂ ਮਹੀਨਾ ਭਰ ਬੈਠ ਕੇ ਖਾਵੀਂ, ਬਾਕੀ ਥੋੜਾ ਬਹੁਤਾ ਖਤਰਾ ਤਾਂ ਹੁੰਦਾ ਹੀ ਹੈ, ਬਸ ਤੂੰ ਮੇਰਾ ਨਾਮ ਲੈ ਦਵੀਂ, ਕੰਮ ਮਿਲ ਜੂ ਤੈਨੂੰ। ਕਮਲੇਸ਼ ਚੰਦ ਨੇ ਕੁਝ ਕੁ ਖਿੱਚਦਿਆਂ ਕਿਹਾ, ਅੱਛਾ ਇਹ ਗੱਲ ਹੈ, ਦੇਖ ਬਾਈ, ਜੇ ਗਲਤ ਕੰਮ ਕਰਕੇ ਹੀ ਪੈਸੇ ਕਮਾਉਣੇ ਹੁੰਦੇ ਤਾਂ ਅੱਜ ਨੂੰ ਮੇਰੀ ਗਿਣਤੀ ਵੀ ਅਮੀਰਾਂ 'ਚ ਹੋਣੀ ਸੀ। ਬਾਕੀ ਭਾਈ, ਮੈਂ ਪਰਿਵਾਰ ਲਈ ਰੋਟੀ ਕਮਾਣੀ ਹੈ, ਜ਼ਹਿਰ ਨਹੀਂ। ਬਹੁਤ ਬਹੁਤ ਧੰਨਵਾਦ ਤੇਰਾ। ਕਸ਼ਮੀਰ ਸਿੰਘ ਹੱਥ ਜੋੜ ਕੇ ਬਿਨਾਂ ਸਮਾਨ ਲਏ ਹੀ ਦੁਕਾਨ ਵਿੱਚੋਂ ਬਾਹਰ ਆ ਗਿਆ। ਧੰਨਵਾਦ। ਬਹੁਤ ਵਧੀਆ ਜੀ, ਬਹੁਤ ਵਧੀਆ ਲੱਗਿਆ। ਤੇ ਮੈਡਮ ਦਵਿੰਦਰ ਖੁਸ਼ ਜੀ, ਤੁਸੀਂ ਆਪਣੀ ਕਹਾਣੀ ਪੇਸ਼ ਕਰੋ। ਹਾਂਜੀ ਸਰ, ਮੈਂ ਇੱਕ ਤਲਾਸ਼ ਕੇ ਇੱਕ ਔਰਤ ਨੂੰ ਪਿਆਰ ਦੀ ਤਲਾਸ਼, ਮਤਲਬ ਉਹਨੂੰ ਕਿਤੇ ਪਿਆਰ ਨਹੀਂ ਮਿਲਦਾ, ਉਹਦੇ ਤੇ ਕਹਾਣੀ ਤੇ ਤਲਾਸ਼ ਕਰਨੀ। ਤਲਾਸ਼ ਇੱਕ ਮਜਬੂਰ ਔਰਤ ਦੀ ਕਹਾਣੀ ਹੈ ਜੋ ਬਚਪਨ ਤੋਂ ਹੀ ਪਿਆਰ। ਤੁਹਾਡੀ ਆਵਾਜ਼ ਫਰੀਜ਼ ਹੋ ਰਹੀ ਹੈ। ਉਸਦੀ ਪਹਿਲੀ ਮਾਂ ਨੇ ਉਸਨੂੰ ਜਨਮ ਦਿੱਤਾ, ਉਹ ਬਹੁਤ ਜ਼ਿਆਦਾ ਸੁਣੀ ਸੀ, ਸਾਰੇ ਭੈਣ ਭਰਾਵਾਂ ਤੋਂ ਸੁਣੀ ਸੀ, ਦਾਦੀ ਤੇ ਪਾਪਾ ਦੀ ਲਾਡਲੀ ਸੀ। 2 ਸਾਲ ਬਾਅਦ ਹੀ ਉਸਨੂੰ ਉਸਦੇ ਪਾਪਾ ਦੀ ਦੂਸਰੀ ਮਾਂ ਬਣੀ। ਉਸ ਬਹੁਤ ਪਿਆਰੀ ਵੀ ਸੀ। 4 ਸਾਲ ਉੱਥੇ ਰਹੀ। ਉਸ ਤੋਂ ਬਾਅਦ ਮੋਨੂੰ ਮਾਸੀ ਪਿੰਡ ਕੋਈ ਵੀ ਸਾਰੇ ਭੈਣ ਭਰਾਵਾਂ ਲਈ ਇੱਕ ਬਗਾਨੀ ਹੋ ਗਈ, ਤੋੜ ਕਰਕੇ ਕੱਢਦੀ, ਸਾਰਿਆਂ ਨੂੰ ਡਾਂਟ ਵੀ ਖਾਂਦੀ ਰਹਿੰਦੀ। ਜੁਆਇੰਟ ਫੈਮਿਲੀ ਹੋਣ ਕਰਕੇ ਉਸਦੀ ਮਾਂ ਹਮੇਸ਼ਾ ਕੰਮ ਵਿੱਚ ਲੱਗੀ ਰਹਿੰਦੀ, ਬਹੁਤਾ ਧਿਆਨ ਵੀ ਨਹੀਂ ਦਿੰਦੀ, ਇਸ ਲਈ ਕੰਮੋ ਨੂੰ ਲੱਗਦਾ ਉਸਨੂੰ ਕੋਈ ਪਿਆਰ ਨਹੀਂ ਕਰਦਾ। ਉਹ ਸਾਰਿਆਂ ਲਈ ਕੱਟੀ ਰਹਿੰਦੀ, ਉਹ ਸਾਰਿਆਂ ਨੂੰ ਤੰਗ ਕਰਨ ਵਿੱਚ ਉਸਨੂੰ ਮਜ਼ਾ ਆਉਂਦਾ। ਉਹ ਆਪਣੀ ਮਾਂ ਨੂੰ ਬਹੁਤ ਯਾਦ ਕਰਦੀ, ਉਸਨੂੰ ਲੱਗਦਾ ਕਿ ਉਸਨੂੰ ਹੁਣ ਕੋਈ ਪਿਆਰ ਨਹੀਂ ਕਰਦਾ। ਉਸਦੀ ਦੂਸਰੀ ਮਾਂ ਵੀ ਉਸਨੂੰ ਕਦੇ ਮਿਲ ਨਹੀਂ ਆਈ। ਦਿਨ ਲੰਘਦੇ ਗਏ, ਕੰਮੋ ਵੱਡੀ ਹੋ ਗਈ, ਪਰ ਕੰਮੋ ਦਾ ਬਣਦਾ ਪਿਆਰ ਉਸਨੂੰ ਨਾ ਮਿਲਿਆ। ਆਪਣੀ ਪੜ੍ਹਾਈ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ, ਚੰਗੇ ਨੰਬਰਾਂ ਨਾਲ 10ਵੀਂ ਪਾਸ ਕੀਤੀ। ਸਾਹਮਣੇ ਉਸਦੇ ਇੱਕ ਹੋਰ ਮੁਸੀਬਤ ਆ ਗਈ। ਉਹ ਸੋਹਣੀ ਹੋਣ ਕਰਕੇ ਆਂਢ ਗੁਆਂਢ ਦੀਆਂ ਕੁੜੀਆਂ ਦੇ ਰਿਸ਼ਤੇ ਟੁੱਟਣ ਲੱਗ ਪਏ, ਸਾਰੇ ਉਸਨੂੰ ਹੀ ਦੋਸ਼ ਦੇਣ ਲੱਗ ਪਏ। ਜਦ ਵੀ ਕਿਸੇ ਕੁੜੀ ਨੂੰ ਦੇਖਣ ਆਉਂਦੇ ਤਾਂ ਉਸਨੂੰ ਲੁਕੋ ਦਿੰਦੇ, ਲੋਕ ਉਸਦਾ ਰਿਸ਼ਤਾ ਮੰਗਣ ਲਈ ਲੱਗ ਪੈਂਦੇ। ਘਰਦਿਆਂ ਸਾਹਮਣੇ ਇੱਕੋ ਰਸਤਾ ਬਚਿਆ ਸੀ ਕਿ ਉਸਨੂੰ ਵਿਆਹ ਦੇਣ। ਉਸਨੂੰ ਵਿਆਹ ਦਿੱਤਾ ਗਿਆ। ਸਿਰਫ ਉਹ 18 ਸਾਲ ਦੀ ਸੀ, ਸਹੁਰੇ ਘਰ ਚਲੀ ਗਈ। ਉੱਥੇ ਸਿਰਫ ਸੱਸ ਦੀ ਹੀ ਚੱਲਦੀ ਸੀ, ਉਸਦੇ ਘਰ ਵਾਲਾ ਸਿਰਫ ਉਸਦੀ ਮਾਂ ਦੀ ਸੁਣਦਾ ਸੀ। ਕੰਮੂ ਘਰ ਵਿੱਚ ਹੈ ਜਾਂ ਨਹੀਂ ਕਿਸੇ ਨੂੰ ਫਰਕ ਨਹੀਂ ਸੀ ਪੈਂਦਾ। ਉਸਦੀ ਸਾਸੀ ਨੇ ਉਸਨੂੰ ਅਮਰ ਦਾ ਪਿਆਰ ਦਿੱਤਾ, ਫਰਜ਼ ਨਿਭਾਏ, ਉਹ ਫਰਜ਼ ਜੋ ਉਸਦੀ ਮਾਂ ਕਦੇ ਨਹੀਂ ਨਿਭਾ ਸਕੀ। ਫਿਰ ਉਸਨੂੰ ਪੇਕੇ ਜਾਣ ਦੀ ਇਜਾਜ਼ਤ ਨਹੀਂ ਸੀ, ਸਾਰੇ ਦਿਨ ਕੰਮ ਵਿੱਚ ਲੱਗੀ ਰਹਿੰਦੀ, ਪਰ ਬੋਲਣ ਦੀ ਵੀ ਇਜਾਜ਼ਤ ਨਹੀਂ ਸੀ। ਕੋਈ ਸ਼ਿਕਾਇਤ ਕਰਦੀ ਜਾਂ ਖਰੀਦਣ ਦੀ ਕੋਈ ਚੀਜ਼ ਉਸਨੂੰ ਕੋਈ ਵੀ ਨਹੀਂ ਸੀ ਸੁਣਦਾ। ਪਿਆਰ ਦੀ ਤਲਾਸ਼ ਖਤਮ ਨਹੀਂ ਹੋਈ। ਉਹ ਅਰਮਾਨ ਪਿਆਰ ਦੇ ਸਜਾ ਕੇ ਉਹ ਅਗਲੇ ਘਰੇ ਆਈ ਸੀ, ਉਹ ਸਭ ਬੇਬਸ ਹੋ ਗਈ। ਇੱਕ ਆਸ ਨਾਲ ਉਹ ਸਭ ਕੁਝ ਪ੍ਰਮਾਤਮਾ ਦੇ ਕੰਮੋਂ ਦਾ ਸਹੁਰਾ ਉਸਨੂੰ ਉਸਦੇ ਪੱਕਾ ਵਾਂਗ ਖਿਆਲ ਰੱਖਦਾ ਸੀ। ਤੁਹਾਡੀ ਆਵਾਜ਼ ਕੰਮੋਂ ਦੇ ਸਹੁਰੇ ਨੇ ਕੰਮੋਂ ਨੂੰ। ਹਾਂਜੀ ਸਰ, ਹੁਣ ਆ ਰਹੀ ਹੈ? ਹਾਂਜੀ, ਕਹਾਣੀ ਜਿੰਨੀ ਇੰਟਰਸਟਿੰਗ ਹੈ, ਆਵਾਜ਼ ਤੁਹਾਡੀ ਕੱਟ ਰਹੀ ਕਾਫੀ ਜ਼ਿਆਦਾ ਸੀ। ਹਾਂਜੀ ਹੁਣ ਬੋਲੋ। ਸਹੁਰੇ ਨੇ ਕੰਮੋਂ ਨੂੰ। ਕੰਮੋਂ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਉਸਨੇ ਘਰ ਤੇ ਪੜ੍ਹਾਈ ਦੇ ਕੰਮ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ।
ਇਸ ਮਦਦ ਨਾਲ ਉਸਦੇ ਸਹੁਰਾ ਸਾਹਿਬ ਉਸਦੀ ਹਰ ਤਰ੍ਹਾਂ ਦੀ ਮਦਦ ਕਰਦੇ। ਉਹਨਾਂ ਅੱਗੇ ਕੋਈ ਨਾ ਕੋਈ ਘਰ ਦਾ ਮੈਂਬਰ ਨਹੀਂ ਸੀ ਬੋਲਦਾ। ਕੰਮੋ ਨੇ ਡਿਪਲੋਮਾ ਕੀਤਾ, ਡਿਗਰੀ ਵੀ ਕਰ ਲਈ। ਉਹ ਟ੍ਰੇਨਿੰਗ ਲਈ ਦੂਰ ਜਾਣ ਲਈ ਉਸਨੂੰ ਕੋਈ ਵੀ ਘਰ ਦਾ ਮੈਂਬਰ ਨਹੀਂ ਭੇਜੂਗਾ, ਪਰ ਉਸਦੇ ਸਹੁਰਾ ਸਾਹਿਬ ਨੇ ਉਸਦੀ ਟ੍ਰੇਨਿੰਗ ਵੀ ਲਗਵਾ ਦਿੱਤੀ। ਸਹੁਰਿਆਂ ਨੇ ਬੱਚਿਆਂ ਦੀ ਜ਼ਿੰਮੇਵਾਰੀ ਲੈ ਕੇ ਕੰਮੋ ਟ੍ਰੇਨਿੰਗ ਲਈ ਬਾਹਰ ਚਲੀ ਗਈ। ਉਹ ਇੱਕ ਰਿਸ਼ਤੇਦਾਰਾਂ ਦੇ ਘਰ ਰਹੀ। ਹਰ ਰੋਜ਼ ਸ਼ਹਿਰ ਤੋਂ ਟ੍ਰੇਨਿੰਗ ਲਈ ਦੂਰ ਜਾਣਾ। ਉਹ ਬਹੁਤ ਘੱਟ ਬੋਲਦੀ ਸੀ। ਕੁੜੀਆਂ ਉਸਦੇ ਸਾਂਪਣ ਨੂੰ ਦੇਖ ਕੇ ਜਲਦੀਆਂ ਸਨ। ਉਹਨਾਂ ਨੂੰ ਲੱਗਦਾ ਸੀ ਕਿ ਇਸਨੂੰ ਕੋਈ ਪਸੰਦ ਨਹੀਂ ਕਰਦਾ, ਪਰ ਇਸਨੂੰ ਵਿਆਹ ਹੋਣ ਦੇ ਬਾਵਜੂਦ ਵੀ ਸਾਰੇ ਇਸਨੂੰ ਪਸੰਦ ਕਿਉਂ ਕਰਦੇ ਹਨ? ਪਰ ਉਹ ਤਾਂ ਇੱਕ ਸੱਚੇ ਪਿਆਰ ਦੀ ਤਲਾਸ਼ ਵਿੱਚ ਸੀ। ਉਸਦੇ ਨਾਲ ਹਰ ਰੋਜ਼ ਉਸੇ ਪਿੰਡ ਇੱਕ ਮੁੰਡਾ ਹੁੰਦਾ ਸੀ। ਉਸਦੀ ਟਿੱਪਣੀ ਕੰਮੋ ਦੇ ਦਿਲ ਵਿੱਚ ਹਲਚਲ ਮਚਾ ਦਿੰਦੀ। ਕੰਮੋ ਉਸ ਵੱਲ ਖਿੱਚਦੀ ਫਿਰੀ ਗਈ। ਉਸਦੇ ਪਿਆਰ ਤੱਕਣਾ ਔਖਾ, ਬਹੁਤ ਕੁਝ ਕਹਿ ਜਾਂਦਾ। ਜਿਸ ਦਿਨ ਉਹ ਨਾ ਹੁੰਦਾ, ਕੰਮੋ ਸਾਰਾ ਦਿਨ ਉਦਾਸ ਰਹਿੰਦੀ। ਉਸਦਾ ਜੀਅ ਨਹੀਂ ਸੀ ਲੱਗਦਾ। ਕੰਮੋ ਦੇ ਪੁੱਛਣ ਤੇ ਉਹ ਸਾਹਾਂ ਵਿੱਚ ਸਿਰ ਹਿਲਾ ਦਿੰਦੀ, ਪਰ ਕੰਮੋ ਦੀਆਂ ਅੱਖਾਂ ਉਸ ਅਣਜਾਣ ਚਿਹਰੇ ਨੂੰ ਤਲਾਸ਼ ਕਰਦੀਆਂ। ਉਸਦੀ ਇੱਕ ਝਲਕ ਪਾਉਣ ਲਈ ਉਹ ਤਰਸਦੀ। ਕੰਮੋ ਨੂੰ ਲੱਗਦਾ ਸੱਚੇ ਪਿਆਰ ਦੀ ਤਲਾਸ਼ ਸ਼ਾਇਦ ਖਤਮ ਹੋ ਗਈ। ਕੰਮੋ ਸਭ ਕੁਝ ਭੁੱਲ ਕੇ ਉਸ ਅਣਜਾਣ ਨਾਲ ਨਜ਼ਦੀਕੀਆਂ ਵਧਾਉਣ ਲੱਗ ਪਈ। ਕੰਮੋ ਨੂੰ ਪਤਾ ਲੱਗਿਆ ਕਿ ਉਹ ਵੀ ਵਿਆਹਿਆ ਹੋਇਆ ਹੈ। ਉਸਦੀਆਂ ਗੱਲਾਂ ਕੰਮੋ ਨੂੰ ਕੀਲ ਕੇ ਰੱਖ ਦਿੰਦੀਆਂ। ਉਹਨਾਂ ਦੀਆਂ ਨਜ਼ਦੀਕੀਆਂ ਵੱਧਦੀਆਂ ਗਈਆਂ। ਸਾਰੀ ਦੁਨੀਆ ਨੂੰ ਭੁੱਲ ਗਏ। ਕਦੋਂ ਦੋਸਤੀ ਪਿਆਰ ਵਿੱਚ ਬਦਲ ਗਈ ਪਤਾ ਨਹੀਂ ਚੱਲਿਆ। ਕੰਮੋ ਦੀ ਟ੍ਰੇਨਿੰਗ ਖਤਮ ਹੋ ਗਈ। ਕੰਮੋ ਵਾਪਸ ਪਿੰਡ ਆ ਗਈ। ਫਿਰ ਦੋਨਾਂ ਦੀ ਰੋਜ਼ ਫੋਨ ਤੇ ਗੱਲ ਹੁੰਦੀ। ਦੋਨਾਂ ਨੂੰ ਮਿਲਣ ਦੀ ਇੱਕ ਤਾਂਘ ਰਹਿੰਦੀ। ਕੁਝ ਬਿਨਾਂ ਕਹੇ ਇੱਕ ਦੂਜੇ ਦਾ ਹਾਲ ਸਮਝ ਜਾਂਦੇ। ਫਿਰ ਕੰਮੋ ਨੂੰ ਸੱਚਾ ਪਿਆਰ ਮਿਲ ਗਿਆ ਸੀ। ਉਸਨੂੰ ਸਮਝਣ ਵਾਲਾ ਸ਼ਾਇਦ ਕੰਮੋ ਦੇ ਪਿਆਰ ਦੀ ਤਲਾਸ਼ ਖਤਮ ਹੋ ਚੁੱਕੀ ਸੀ। ਪਰ ਮਜਬੂਰੀਆਂ ਤੇ ਦੋਨਾਂ ਦੀਆਂ ਇੱਕੋ ਦੂਜੇ ਨੂੰ ਲਾ ਤਾਂ ਨਹੀਂ ਸਕੇ, ਪਰ ਦਿਲ ਤੇ ਪੱਥਰ ਰੱਖ ਕੇ ਵੱਖ ਹੋ ਗਏ। ਕਹਾਣੀ ਦੇ ਪਾਤਰ ਦੀ ਕਿਸਮਤ ਵਿੱਚ ਕੀ ਲਿਖਿਆ ਇਹ ਤਾਂ ਪਤਾ ਨਹੀਂ, ਪਰ ਪਿਆਰ ਦੀ ਤਲਾਸ਼ ਉਸਦੀ ਕਦੇ ਵੀ ਖਤਮ ਨਹੀਂ ਹੋਈ। ਕਿਉਂਕਿ ਇੱਕ ਔਰਤ ਸੀ। ਔਰਤ ਫਿਰ ਬੱਚਿਆਂ ਲਈ ਤਰਸਦੀ ਰਹੀ, ਬੱਚਿਆਂ ਦੇ ਪਿਆਰ ਲਈ ਤਰਸਦੀ ਰਹੀ। ਆਖਰ ਟਾਈਮ ਉਹ ਬਿਰਧ ਆਸ਼ਰਮ ਦੇ ਵਿੱਚ ਚਲੀ ਗਈ। ਥੈਂਕ ਯੂ ਵੈਰੀ ਮਚ। ਮੈਂ ਹੁਣ ਮੈਡਮ ਸਾਡੇ ਨਾਲ ਰਜਨੀ ਜੱਗਾ ਜੀ ਜੁੜੇ ਆ ਫਸਟ ਟਾਈਮ ਆਈ ਥਿੰਕ। ਉਹ ਆਪਣੇ ਬਾਰੇ ਆਪਣੇ ਆਪ ਨੂੰ ਇੰਟਰੋਡਿਊਸ ਵੀ ਕਰਨਗੇ ਤੇ ਆਪਣੀ ਕਹਾਣੀ ਜਿਹੜੀ ਹੈਗੀ ਆ ਸਾਡੇ ਸਾਹਮਣੇ ਰੱਖਣਗੇ ਵੀ। ਹੁਣ ਤਕਰੀਬਨ ਸਾਡਾ ਸ਼ਾਰਟ ਟਾਈਮ ਆਇਆ ਸੀ, ਬਟ ਅਸੀਂ ਉਹਨਾਂ ਨੂੰ ਇੱਕ ਕਹਾਣੀ ਜਿਹੜੇ ਕਹਿਣ ਦਾ ਜਿਹੜਾ ਮੌਕਾ ਦੇ ਰਹੇ ਹਾਂ। ਆਪਣੇ ਆਪ ਨੂੰ ਪਹਿਲਾਂ ਅਨਮਿਊਟ ਕਰ ਲਓ, ਆਪਣੇ ਆਪ ਨੂੰ ਅਨਮਿਊਟ ਕਰ ਲਓ ਤੇ ਇੱਕ ਜਗ੍ਹਾ ਤੇ ਬੈਠ ਜਾਓ ਜੀ। ਬੈਠ ਕੇ ਆਰਾਮ ਦੇ ਨਾਲ ਆਪਣੀ ਕਹਾਣੀ ਸੁਣਾਓ ਸਾਨੂੰ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਭ ਨੂੰ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਮੈਂ ਥੋੜਾ ਜਿਹਾ ਬਸ ਬੇਟੇ ਬੰਦ ਕਰ। ਹਾਂਜੀ, ਸਤਿ ਸ਼੍ਰੀ ਅਕਾਲ ਸਭ ਨੂੰ। ਬਹੁਤ ਹੀ ਜਿਹੜਾ ਬਹੁਤ ਵਧੀਆ ਲੱਗ ਰਿਹਾ ਕਿ ਮੈਨੂੰ ਇਸ ਥੋੜੀ ਜੀ ਘਰ ਚ ਰੁਝੇਵੇਂ ਕਰਕੇ ਐਮਰਜੈਂਸੀ ਸੀ ਤੇ ਮੈਂ ਥੋੜਾ ਲੇਟ ਜੁਆਇਨ ਕਰ ਪਾਈ। ਮੈਂ ਇਸ ਚੀਜ਼ ਦੀ ਮਾਫੀ ਮੰਗਦੀ ਹਾਂ, ਪਰ ਮੈਂ ਬਹੁਤ ਧੰਨਵਾਦੀ ਹਾਂ ਕਿ ਮੈਨੂੰ ਇਸ ਤੇ ਬੋਲਣ ਦਾ ਮੌਕਾ ਮਿਲਿਆ। ਆਪਣੇ ਬਾਰੇ ਦੱਸੋ ਥੋੜਾ ਪਹਿਲਾਂ। ਹਾਂਜੀ ਸਰ, ਮੈਂ ਫਿਰੋਜ਼ਪੁਰ ਤੋਂ ਪੰਜਾਬ ਤੋਂ। ਰਜਨੀ ਜੱਗਾ, ਲੈਕਚਰਰ ਡਾਈਟ ਦਾ ਮੈਂ ਸਰ। ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾ ਜਿਹੜੇ ETT ਕਾਲਜ ਕਰਦੇ ਉਹਦੇ ਚ ਮੈਂ ਬਤੌਰ ਇੰਚਾਰਜ ਲੈਕਚਰਰਸ ਕੰਮ ਕਰ ਰਹੀ ਹਾਂ। ਤੇ ਮੈਨੂੰ ਮਤਲਬ ਇੱਕ ਮੇਰਾ ਕਹਿ ਲਓ ਇਹ ਥੋੜਾ ਜਿਹਾ ਸ਼ੌਕ ਕਹਿ ਲੈ ਸਕਦੇ ਹੋ ਕਿ ਮੈਨੂੰ ਸਾਹਿਤ ਨਾਲ ਪਿਆਰ ਹੈ। ਤੇ ਮੈਂ ਕਵਿਤਾਵਾਂ ਤੇ ਜਦੋਂ ਵੀ ਮੈਨੂੰ ਆਪਣੀ ਥੋੜੀ ਜਿਹੀ ਟਾਈਮ ਚ ਲੱਗਦਾ ਹੈ ਕਿ ਮੈਂ ਆਪਣੇ ਆਪ ਨੂੰ ਜਿਵੇਂ ਕਹਿ ਲਓ ਨਾ ਕਿ ਮੈਂ ਆਪਣਾ ਆਪ ਪਛਾਣਨ ਦੀ ਜਦੋਂ ਕੋਸ਼ਿਸ਼ ਕਰਦੀ ਕਿ ਮੇਰੀ ਆਪਣੀ ਵੀ ਕੋਈ ਲਾਈਫ ਹੈ ਤਾਂ ਮੈਂ ਇਸ ਪਾਸੇ ਰੁਝੇਵੇਂ ਵੱਲ ਤੁਰ ਪੈਂਦੀ ਹਾਂ। ਤੇ ਜਦੋਂ ਵੀ ਲੱਗਦਾ 10 ਮਿੰਟ ਵੀ ਮਿਲਣ ਤੇ ਮੈਂ ਜਿਵੇਂ ਮੁਕਾਬਲੇ ਆਉਂਦੇ ਰਹਿੰਦੇ ਆ ਕਹਾਣੀਆਂ ਦੇ, ਸਾਹਿਤ ਦੇ, ਤੇ ਮੈਂ ਕੋਸ਼ਿਸ਼ ਕਰਦੀ ਹਾਂ ਕਿ ਆਪਣਾ ਹਿੱਸਾ ਲਵਾਂ। ਤੇ ਮੈਨੂੰ ਬਹੁਤ ਜਿਵੇਂ ਸੇਧ ਮਿਲਦੀ ਹੈ। ਮੈਂ ਕਾਫੀ ਆਪਣੇ ਜਿਵੇਂ ਤੁਹਾਡੇ ਵੀ ਕਹਾਣੀ ਤੇ ਅੰਤਰਰਾਸ਼ਟਰੀ ਜਿਹੜੇ ਗਰੁੱਪ ਹੈ ਉਹ ਜੁਆਇਨ ਕੀਤੇ ਹੋਏ ਹੈ। ਤੇ ਮਤਲਬ ਨਵਾਂ ਹੀ ਅੱਜ ਵੀ ਮੈਨੂੰ ਇੰਝ ਲੱਗਦਾ ਕਿ ਮੈਂ ਇੱਕ ਛੋਟਾ ਜਿਹਾ ਜਿਹੜਾ ਵਿਦਿਆਰਥੀ ਹਾਂ ਤੇ ਬਹੁਤ ਕੁਝ ਸਿੱਖ ਰਹੀ ਹਾਂ ਤੇ ਬੜਾ ਵਧੀਆ ਲੱਗਦਾ। ਹੁਣ ਜਿਵੇਂ ਮੈਂ ਸੁਣ ਰਹੀ ਸੀ
ਕਿ ਕਿਉਂਕਿ ਅਚਾਨਕ ਹੀ ਗੈਸਟ ਆ ਗਏ ਸੀ ਤੇ ਉਹ ਉੱਧਰ ਚਲੀ ਗਈ, ਤੇ ਪਰ ਬੜਾ ਵਧੀਆ ਮਤਲਬ ਸੁਣ ਕੇ ਬੜਾ ਮਤਲਬ ਵਧੀਆ ਲੱਗ ਰਿਹਾ। ਤੇ ਅੱਜ ਵੀ ਐਂ ਹੀ ਲੱਗਦਾ ਕਿ ਅਸੀਂ ਸਿੱਖਣ ਦੀ ਕੋਸ਼ਿਸ਼ ਕਰੀਏ ਤਾਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਨਵੀਂ ਵੀ ਅਸੀਂ ਜਿਹੜੀ ਸਾਹਿਤ ਸਾਨੂੰ ਇਹੀ ਸਿਖਾਉਂਦਾ ਹੈ ਕਿ ਅਸੀਂ ਰੋਜ਼ ਹੀ ਨਵੀਂ ਸਿਰਜਣਾ ਕਰਦੇ ਹਾਂ। ਤੇ ਮੈਂ ਰੋਜ਼ ਜਿਵੇਂ ਕੋਈ ਕਿਸੇ ਛੰਦ ਬਾਰੇ ਅਸੀਂ ਹਾਲੇ ਕਿ ਮੈਂ ਪੰਜਾਬੀ ਦੀ ਵੀ ਕੀਤੀ ਹੋਈ ਹੈ, MA ਕੀਤੀ ਹੋਈ ਹੈ, ਮੈਂ ਇੱਕ LLB ਕੀਤੀ ਹੋਈ ਹੈ, ਇੱਕ ਐਡਵੋਕੇਟ ਫੈਮਿਲੀ ਚੋਂ ਆ, ਮੈਂ ਖੁਦ ਐਡਵੋਕੇਟ ਹਾਂ। ਕਹਾਣੀ ਨਹੀਂ ਕਹਿ ਸਕਦੀ। ਹਾਂਜੀ ਕਿਉਂਕਿ ਹੁਣ ਸਾਡੇ ਤੋਂ ਥੋੜਾ ਸ਼ਾਰਟ ਟਾਈਮ ਹੈਗਾ। ਹਾਂਜੀ ਹਾਂਜੀ ਠੀਕ ਹੈ ਜੀ, ਧੰਨਵਾਦ। ਮੈਂ ਕਹਾਣੀ ਦਾ ਕਰਾ ਰਹੀ ਹਾਂ। ਮੈਂ ਪਿੱਛੇ ਜੇ ਮੈਂ ਕਹਾਣੀ ਪੇਸ਼ ਕੀਤੀ ਸੀ ਇਸਤਰੀ ਲਖਾਰੀ ਮੰਚ ਚ ਮਿੰਨੀ ਕਹਾਣੀ ਮੁਕਾਬਲਾ ਹੁੰਦਾ, ਉਹਦੇ ਚ ਇਹਦੀ ਪੋਜੀਸ਼ਨ ਆਈ ਸੀ। ਸੁਣਾ ਰਹੀ ਹਾਂ ਸਭ ਦਾ ਆਪਣਾ ਆਪਣਾ ਮਹੱਤਵ। ਕਹਾਣੀ ਦਾ ਨਾਂ ਹੈ ਸਭ ਦਾ ਆਪਣਾ ਆਪਣਾ ਮਹੱਤਵ। ਹਰ ਇੱਕ ਵਿਅਕਤੀ ਦਾ ਸ਼ੈ ਦਾ ਆਪਣਾ ਆਪਣਾ ਮਹੱਤਵ ਹੁੰਦਾ ਹੈ। ਇੱਕ ਵਾਰੀ ਅੰਬ ਦੇ ਬੂਟੇ ਤੇ ਨਿੰਮ ਦੇ ਬੂਟੇ ਵਿੱਚ ਬਹਿਸ ਛਿੜ ਗਈ ਕਿ ਕੌਣ ਵਧੀਆ। ਉਹ ਕਹਿੰਦਾ ਕਿ ਮੈਂ ਤਾਂ ਬਹੁਤ ਵਧੀਆ ਅੰਬ ਦਾ ਬੂਟਾ, ਕਿ ਮੈਂ ਮਿੱਠਾ ਹੁੰਦਾ ਤੇ ਮੇਰੇ ਜਿਹੜੇ ਫਲ ਲੱਗਦੇ ਆ ਤੇ ਮੇਰੇ ਚ ਬਹੁਤ ਮਾਣ ਆ ਰਿਹਾ। ਤੇ ਨਿੰਮ ਦੇ ਬੂਟੇ ਨੇ ਕਿਹਾ ਕਿ ਨਹੀਂ, ਕਿ ਸਭ ਦੀ ਆਪਣੀ ਆਪਣੀ ਹੁੰਦੀ ਹੈ, ਕਿ ਮੇਰੀ ਵੀ ਜਿਹੜੀ ਦਵਾਈਆਂ ਜਿਹੜੀ ਕੰਮ ਆਉਂਦੀਆਂ ਤੇ ਹਰ ਇੱਕ ਦੀ ਆਪਣੀ ਆਪਣੀ ਅਹਿਮੀਅਤ ਹੈ। ਤਾਂ ਇਸ ਕਰਦੇ ਕਰਦੇ ਬਹਿਸ ਬਹੁਤ ਦਿਨ ਬੀਤ ਗਏ। ਇੱਕ ਦਿਨ ਜਿਹੜਾ ਅੰਬ ਦੇ ਬੂਟਾ ਕਿਸੇ ਬਿਮਾਰੀ ਗ੍ਰਸਤ ਹੋ ਗਿਆ ਤੇ ਉਹਨੇ ਬਹੁਤ ਇਲਾਜ ਕਰਾਇਆ। ਅੰਤ ਵਿੱਚ ਉਹ ਕਿਸੇ ਵੈਦ ਦੇ ਕੋਲ ਗਿਆ ਤੇ ਉਸਨੇ ਕਿਹਾ ਕਿ ਤੁਸੀਂ ਇਹ ਜਿਹੜੇ ਨਿੰਮ ਦੇ ਪੱਤਿਆਂ ਦਾ ਜਿਹੜਾ ਚੂਰਨ ਬਣਾ ਕੇ ਤੁਸੀਂ ਇਸ ਦਵਾਈ ਦੇ ਨਾਲ ਲੈਣਾ ਹੈ। ਉਹ ਬਹੁਤ ਹੀ ਸ਼ਰਮਿੰਦਾ ਹੋਇਆ ਕਿ ਮੈਂ ਇਸ ਤਰ੍ਹਾਂ ਕੀਤਾ ਸੀ ਤੇ ਮੇਰੇ ਨਾਲ ਇਹ ਹੋ ਰਹੀ ਹੈ। ਤੇ ਪਰ ਉਸ ਨੂੰ ਜਦੋਂ ਉਹ ਆਪਸ ਚ ਆਪਾਂ ਭੈਣ ਭਰਾ ਮਿਲਦੇ ਜੁਲਦੇ ਆ, ਜਦੋਂ ਉਹ ਸ਼ਰਮਿੰਦਾ ਹੋਇਆ ਨਿੰਮ ਦੇ ਬੂਟੇ ਕੋਲ ਨਾ ਗਿਆ ਤਾਂ ਜਦੋਂ ਨਿੰਮ ਦੇ ਬੂਟੇ ਨੇ ਸੁਣਿਆ ਤੇ ਉਹ ਆਪ ਹੀ ਸਾਰਾ ਆਪਦਾ ਸਮਾਨ ਲੈ ਕੇ ਉਸਦੇ ਕੋਲ ਆ ਗਿਆ ਤੇ ਉਹਨੂੰ ਜਿਹੜਾ ਬਣਾ ਕੇ ਦਿੱਤਾ। ਤੇ ਉਹ ਇਸ ਗੱਲ ਤੇ ਉਹ ਥੋੜੇ ਹੀ ਦਿਨਾਂ ਵਿੱਚ ਉਹ ਬਹੁਤ ਜਲਦੀ ਠੀਕ ਹੋ ਗਿਆ। ਉਹਨੂੰ ਮਹਿਸੂਸ ਹੋਇਆ ਕਿ ਫਿਰ ਉਹਨੇ ਮਾਫੀ ਮੰਗੀ ਕਿ ਹਰ ਇੱਕ ਜਿਹੜੀ ਆਦਮੀ ਕਹ ਲੋ, ਹਰ ਇੱਕ ਦੀ ਸ਼ੈ ਦੀ ਆਪਣੀ ਆਪਣੀ ਮਹੱਤਤਾ ਵੇ। ਜਿੱਥੇ ਅੰਬ ਦਾ ਬੂਟਾ ਕੰਮ ਕਰ ਸਕਦਾ ਉੱਥੇ ਨਿੰਮ ਨਹੀਂ ਕਰ ਸਕਦੀ। ਜਿਹੜਾ ਨਿੰਮ ਸਵਾਦ ਦੇ ਸਕਦੀ ਹੈ ਉਹ ਸਾਨੂੰ ਅੰਬ ਦਾ ਬੂਟਾ ਨਹੀਂ ਦੇ ਸਕਦਾ। ਹਰ ਇੱਕ ਦੀ ਆਪਣੀ ਆਪਣੀ ਮਹੱਤਤਾ ਹੈ। ਹਾਂਜੀ ਧੰਨਵਾਦ। ਬਹੁਤ ਵਧੀਆ ਜੀ। ਭੈਣ ਜੀ ਅਮਰਦੀਪ ਕੌਰ ਲੱਕੀ ਜੀ, ਤੁਸੀਂ ਆਪਣੀ ਕੋਈ ਕਹਾਣੀ ਜਿਹੜੀ ਸਾਡੇ ਸਾਹਮਣੇ ਰੱਖੋ। ਹਾਂਜੀ सर, मैं दूसरी कहानी हिंदी च पेश करांगी। बिन माँ की बच्ची मिनी कहानी पेश कर दी है। 7 वर्षीय वो छोटी सी बच्ची शैली, जिसको सुबह आज मम्मी ने बड़े ही प्यार से तैयार करके स्कूल भेजा था, आज जब घर पहुंची तो माँ को जमीन पर सोया हुआ देखकर हैरान रह गई। उसको समझ ही नहीं लग रही थी आज क्यों उसका एग्जाम बीच में छुड़ाकर उसके चाचू उसको स्कूल से घर ले आए और उसकी मम्मी जमीन पर क्यों सोई हुई है, और तो और उसके पापा और दादी रो क्यों रहे हैं। उसने जैसे ही अपना बैग नीचे गिराकर अपनी माँ को उठाना चाहा, रिश्तेदार औरतें और जोर जोर से रोने लगी। शैली घबरा गई और रो रो कर माँ को आवाजें लगाने लगी, मम्मा उठो, चाचू मेरा एग्जाम बीच में छुड़ा के घर ले आए, मम्मा आप उठ क्यों नहीं रहे, मम्मा ये सब रो क्यों रहे हैं, मम्मा मैम आज मुझे स्कूल बाहर क्यों छोड़ने आए। शैली की बातें, शैली के सवाल खत्म होने का नाम ही नहीं ले रहे थे और मैं उन अफसोस करने आई हुई स्त्रियों में बैठी उस बिन माँ की बच्ची के भविष्य के बारे में सोच रही थी। शुक्रिया। ਵੈਰੀ ਨਾਈਸ ਵੈਰੀ ਇੰਟਰਸਟਿੰਗ। ਭੈਣ ਜੀ ਮੈਂ ਤਾਂ ਤੁਹਾਨੂੰ ਹਨਾ ਇੱਕ ਗੱਲ ਦੀ ਸਲਾਹ ਦਊਂਗਾ, ਤੁਸੀਂ ਹਨਾ ਆਈ ਥਿੰਕ ਤੁਸੀਂ ਹਨਾ ਕੋਈ ਨਾ ਕੋਈ ਡਰਾਮਾ ਮੰਚ ਤੇ ਵੀ ਤੁਸੀਂ ਕਰਦੇ ਹੋ ਨਾ, ਤੇ ਤੁਸੀਂ ਬੜਾ ਵਧੀਆ ਕੰਮ ਕਰ ਸਕਦੇ। ਸਰ ਮੈਂ ਐਂਕਰਿੰਗ ਵੀ ਕਰਦੀ ਹਾਂ ਔਰ ਮੈਂ ਥੀਏਟਰ ਨਾਲ ਵੀ ਜੁੜੀ ਹੋਈ ਹਾਂ। ਵੈਰੀ ਨਾਈਸ। ਹਾਂਜੀ ਮੈਨੂੰ ਲੱਗਦਾ ਸੀਗਾ ਤੇ ਉਹ ਮੇਰੀ ਚੀਜ਼ ਜਿਹੜੀ ਹੈਗੀ ਪ੍ਰੂਫ ਵੀ ਹੋ ਗਈ। ਤੁਸੀਂ ਜਿਸ ਤਰੀਕੇ ਨਾਲ ਪ੍ਰੈਜੈਂਟੇਸ਼ਨ ਆਪਣੀ ਦਿੱਤੀ ਦੋਨਾਂ ਦੀ, ਵੈਰੀ ਇੰਪ੍ਰੈਸਿਵ। ਮੈਡਮ ਅਰਵਿੰਦ ਕੌਰ ਜੀ, ਆਪਣੀ ਕੋਈ ਕਹਾਣੀ ਜਿਹੜੀ ਹੈਗੀ ਆ ਕਿਸੇ ਵੀ ਲੈਂਗੁਏਜ ਵਿੱਚ, ਤੁਹਾਡੀ ਲੈਂਗੁਏਜ ਵਿੱਚ ਤੁਸੀਂ ਆਪਣੀ ਕਹਾਣੀ ਜਿਹੜੀ ਹੈਗੀ ਆ ਸਾਡੇ ਸਾਹਮਣੇ। ਅਗਲੀ ਕਹਾਣੀ ਹੈ ਜੋ ਮੈਂ ਉਹ ਪੰਜਾਬੀ ਚ ਪੇਸ਼ ਕਰਾਂਗੀ ਜੀ। ਉਹ ਕਹਾਣੀ ਦਾ ਨਾਮ ਹੈ ਮਾਂ ਦਾ ਪਿਆਰ। ਗੁੱਡੀ ਰੋਸ਼ ਵਾਂਗ ਅੱਜ ਵੀ ਘਰ ਦੀ ਦਹਲੀਜ਼ ਵੜਦੇ ਹੀ ਬੋਲੀ, ਮਾਂ ਮੈਂ ਆ ਗਈ, ਰੋਟੀ ਪਾ ਦੇ। ਉਹਦੀ ਆਵਾਜ਼ ਸੁਣ ਮੈਨੂੰ ਇੱਕ ਵੱਖਰੀ ਖੁਸ਼ੀ ਚੜ ਜਾਂਦੀ, ਜਿਵੇਂ ਹਰ ਵਕਤ ਸੁਣਨ ਨੂੰ ਕੰਨ ਤਰਸਦੇ ਹੋ। ਮੈਨੂੰ ਰੋਟੀ ਪਾ ਕੇ ਉਹ ਮੂੰਹ ਹੱਥ ਧੋ ਕੱਪੜੇ ਬਦਲਣ ਲਈ ਆਪਣੀ ਮਾਂ ਦੇ ਕਮਰੇ ਵਿੱਚ ਚਲੀ ਜਾਂਦੀ।
ਫਿਰ 15-20 ਮਿੰਟ ਮੁੜਦੀ ਨਾ, ਮੈਂ ਆਵਾਜ਼ ਦਿੰਦੀ ਰਹਿੰਦੀ, ਪੁੱਤ ਆ ਜਾ ਰੋਟੀ ਖਾਈਏ। ਮੈਂ ਵੀ ਨਹੀਂ ਖਾਤੀ, ਤੇਰੇ ਨਾਲ ਹੀ ਖਾऊं। ਉਸ ਕਹਿਣਾ ਆਈ ਮਾਂ। ਇਹ ਸਿਲਸਿਲਾ ਪਿਛਲੇ 10 ਸਾਲਾਂ ਤੋਂ ਇੰਜ ਹੀ ਚੱਲ ਰਿਹਾ ਸੀ। ਜਦੋਂ ਤੋਂ ਮੈਂ ਇਸ ਘਰ ਵਿੱਚ ਇਸ ਦੇ ਪਿਓ ਦੀ ਦੂਜੀ ਪਤਨੀ ਅਤੇ ਇਸ ਘਰ ਦੀ ਨਿੱਕੀ ਨੂੰਹ ਬਣ ਕੇ ਆਈ ਸੀ, ਮੈਨੂੰ ਗੁੱਡੀ ਦਾ ਆਪਣੀ ਜਾਈ ਤੋਂ ਵੀ ਵੱਧ ਮੋਹ ਆਉਂਦਾ। ਜਾਨ ਅਟਕੀ ਰਹਿੰਦੀ ਮੇਰੀ ਉਹਦੇ ਵਿੱਚ। ਅੱਜ ਪਤਾ ਨਹੀਂ ਕੀ ਹੋਇਆ, ਮਨ ਚ ਸੋਚਿਆ ਵੇਖਾਂ ਤਾਂ ਸਹੀ ਕੀ ਕਰੀ ਜਾਂਦੀ ਹੈ। ਆਈ ਨਹੀਂ ਹਲੇ। ਕੁੰਡੀ ਲੱਗੀ ਹੋਣ ਕਰਕੇ ਮੈਂ ਦਰਵਾਜ਼ੇ ਤੇ ਖੜ ਕੇ ਹੀ ਆਵਾਜ਼ ਦੇਣ ਲੱਗੀ। ਅੰਦਰੋਂ ਗੁੱਡੀ ਦਾ ਕਿਸੇ ਨਾਲ ਗੱਲਾਂ ਕਰਨ ਦੀਆਂ ਆਵਾਜ਼ਾਂ ਆ ਰਹੀਆਂ ਸਨ। ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਇਹਦੇ ਪਿਓ ਨੇ ਮਾਰ ਦੇਣਾ ਮੈਨੂੰ। ਮੇਰੀ ਅਕਲ ਨੂੰ ਕੀ ਹੋਇਆ ਸੀ? ਇਹਦੇ ਕੋਲ ਤਾਂ ਫੋਨ ਵੀ ਹੈ ਨਹੀਂ। ਮੇਰੀ ਧੀ ਅਜਿਹਾ ਨਹੀਂ ਕਰ ਸਕਦੀ। ਅੰਦਰ ਕੌਣ ਹੋ ਸਕਦਾ? ਉਸਨੇ ਅਜਿਹਾ ਕਿਉਂ ਕੀਤਾ? ਅਜਿਹੇ ਕਿੰਨੇ ਸਵਾਲਾਂ ਨੇ ਮੈਨੂੰ ਆ ਘੇਰਿਆ। ਅਚਾਨਕ ਵੇਖਿਆ ਟਾਕੀ ਖੁੱਲੀ ਸੀ। ਉਸ ਵਿੱਚ ਦੀ ਦੇਖਣ ਲੱਗੀ ਮੈਂ। ਮੇਰੀਆਂ ਅੱਖਾਂ ਚ ਉੱਤੇ ਉੱਤੇ ਹੰਝੂ ਵਗਣ ਲੱਗੇ। ਉਸ ਗੁੱਡੀ ਨੂੰ ਜੋ ਉਸਦੇ ਹੱਥ ਵਿੱਚ ਜਿਸ ਦਿਨ ਮੈਂ ਇਸ ਘਰ ਚ ਵਿਆਹੀ ਆਈ ਸੀ, ਉਸ ਦਿਨ ਤੋਂ ਲੈ ਕੇ ਅੱਜ ਤੱਕ ਹੈ। ਉਸ ਨੂੰ ਕੁਰਸੀ ਤੇ ਬਿਠਾਈ, ਆਪਣੀ ਮਾਂ ਦੀ ਚੁੰਨੀ ਉਹਦੇ ਤੇ ਦੇ, ਉਸ ਕੁਰਸੀ ਤੇ ਆਪਣਾ ਸਿਰ ਰੱਖੀ ਪਈ ਸੀ, ਜਿਵੇਂ ਮਾਂ ਦੀ ਗੋਦੀ ਚ ਆਪਣਾ ਸਿਰ ਰੱਖਿਆ ਹੋਵੇ। ਬੋਲ ਰਹੀ ਸੀ, ਮਾਂ, ਛੋਟੀ ਮਾਂ ਬਹੁਤ ਚੰਗੀ ਹੈ। ਉਸਨੇ ਮੈਨੂੰ ਤੇਰੀ ਕਮੀ ਕਦੇ ਹੋਣ ਨਹੀਂ ਦਿੱਤੀ, ਕਦੇ ਨਹੀਂ ਮਾਰਿਆ, ਕਦੇ ਨਹੀਂ ਝਿੜਕਿਆ। ਸ਼ਾਇਦ ਇੰਨਾ ਪਿਆਰ ਤੂੰ ਵੀ ਨਾ ਦੇ ਸਕਦੀ ਮੈਨੂੰ ਜਿੰਨਾ ਉਹਨੇ ਦਿੱਤਾ। ਮਾਂ, ਪਰ ਜੇ ਤੂੰ ਵੀ ਹੁੰਦੀ, ਮੈਨੂੰ 2 ਮਾਵਾਂ ਦਾ ਪਿਆਰ ਮਿਲਦਾ। ਤੂੰ ਕਹਿ ਨਾ ਰੱਬ ਨੂੰ, ਉਹਨੂੰ ਭੇਜ ਦਵੇ ਮੇਰੇ ਕੋਲ ਤੈਨੂੰ ਵਾਪਸ। ਉਹਦੇ ਕੋਲ ਤਾਂ ਬਹੁਤ ਨੇ, ਉਹਨੂੰ ਕੀ ਲੋੜ ਹੈ ਤੇਰੀ? ਉਹਦੀ ਇਹ ਗੱਲ ਸੁਣ, ਮੇਰੀਆਂ ਅੱਖਾਂ ਅੱਗੇ ਮੇਰਾ ਬਚਪਨ ਤੇ ਜਵਾਨੀ ਘੁੰਮ ਗਈ ਕਿ ਕਿਵੇਂ ਮੈਂ ਆਪਣੀ ਮਾਂ ਦੇ ਪਿਆਰ ਤੋਂ ਬਿਰਵੀ ਰਹੀ। ਅੱਜ ਮੈਨੂੰ ਗੁੱਡੀ ਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਪਿਆਰ ਆ ਰਿਹਾ ਸੀ। ਵੈਰੀ ਨਾਈਸ। ਅੱਜ ਸਾਰੀਆਂ ਕਹਾਣੀਆਂ ਜਿਹੜੀਆਂ ਨੇ ਸਾਡਾ ਮਾਂ ਦੇ ਨਾਲ ਜਿਹੜੀ ਸੰਬੰਧਿਤ ਜਿਹੜੀਆਂ ਕਹਾਣੀਆਂ ਉਹ ਆਈਆਂ, ਤੇ ਵੈਰੀ ਇਮੋਸ਼ਨਲ ਜਿਹੜਾ ਹੈਗਾ ਮਾਹੌਲ ਵੀ ਹੋ ਜਾਂਦਾ ਜਦੋਂ ਮਾਂ ਦੀ ਗੱਲ ਹੁੰਦੀ ਹੈਗੀ ਹੈ। ਤੇ ਮੈਂ ਮੈਡਮ ਮਮਤਾ ਸੇਤੀਆ ਜੀ, ਤੁਸੀਂ ਆਪਣੀ ਕੋਈ ਕਹਾਣੀ ਜਿਹੜੀ ਪੇਸ਼ ਕਰੋ। ਅੱਜ ਸਾਰੇ ਜਾਣੇ ਆਪਾਂ ਇੱਕ ਦੋ ਵਾਰੀ ਤਾਂ ਸਰਜਣੇ ਹੋ ਹੀ ਗਏ ਤੇ ਹਾਂਜੀ ਮੈਡਮ ਮਮਤਾ ਸੇਤੀ। ਹਾਂਜੀ ਮਮਤਾ ਸੇਤੀ ਜੀ, आवाज आ रही है मेरी? हाँ जी आ रही है, ठीक है। हाँ जी, मेरी मिनी कहानी का नाम है दुआ। मैडम जी, हाँ पुत्र, मैडम जी, मेरे डैडी जी आए वाले दिनों तो 5 साल की बच्ची ने कहा ना पुत्र आ जाएंगे, तेन पता वो कितने गए हैं? मैं बच्ची का मन फरोलन नहीं पूछा। बीबी कहती काम ते गए हैं। मेले डैडी दिया निकलते हैं ना, ਅੱਗੇ ਤਾਂ ਜੱਦੀ ਛੇਤੀ ਆ ਜਾਂਦੇ ਸੀ। ਬੱਚੀ ਦੱਸ ਰਹੀ ਸੀ ਮਾਸੂਮ ਨੇ ਕਿ ਹੁਣ ਉਸਦੇ ਡੈਡੀ ਕਦੇ ਵੀ ਨਹੀਂ ਆਉਣਗੇ। ਉਹ 2 ਹਫ਼ਤੇ ਪਹਿਲਾਂ ਘਰ ਦੀ ਗਰੀਬੀ ਤੋਂ ਤੰਗ ਆ ਕੇ ਫਾਹ ਲੈ ਕੇ ਇਸ ਫਾਨੀ ਦੀ ਦੁਨੀਆ ਨੂੰ ਅਲਵਿਦਾ ਚੁੱਕੇ ਸੀ। ਮੈਡਮ ਜੀ, ਹਾਂ ਪੁੱਤ, ਜੇ ਮੇਲੇ ਦਾਦੀ ਕੰਮ ਤੇ ਗਏ ਆ ਤਾਂ ਛਾਲੇ ਲੋਜ ਲੋਈ ਕਿਉਂ ਕਹਿੰਦੇ ਨੇ? ਭਲਾ ਕੰਮ ਤੇ ਵੀ ਲਾਉਂਦਾ ਹੈ। ਬੱਚੀ ਦੇ ਇਸ ਸਵਾਲ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ। ਮੈਂ ਨਮ ਅੱਖਾਂ ਨਾਲ ਉਹਨੂੰ ਸੀਨੇ ਨਾਲ ਲਾ ਲਿਆ। ਸ਼ੁਕਰੀਆ। ਆਈ ਥਿੰਕ ਆਪਾਂ ਸਾਰਿਆਂ ਨੇ ਜਿਹੜੀ ਹੈਗੀ ਹੈ ਕਰ ਲਿਆ। ਮੈਨੂੰ ਆਸ਼ਾ ਜੀ ਰਹਿੰਦੇ ਹਾਲੇ, ਆਸ਼ਾ ਸ਼ਰਮਾ ਜੀ। ਹਾਂ ਆਸ਼ਾ ਸ਼ਰਮਾ ਜੀ, ਹਾਂ ਜੀ ਸੌਰੀ, ਕਿਉਂਕਿ ਮੈਂ ਹਨਾ ਸਾਰਾ ਕਰ ਦਿੱਤਾ ਸੀਗਾ ਨਾ, ਕੈਜੂਅਲ ਸਾਰਿਆਂ ਦਾ ਚੇਂਜ ਕਰ ਦਿੱਤਾ ਸੀਗਾ ਮੈਂ, ਫਿਰ ਵਿੱਚੋਂ ਸਰਪ੍ਰਾਈਜ਼ ਸਾਰਿਆਂ ਨੂੰ ਦੇਣਾ ਚਾਹੁੰਦਾ ਸੀਗਾ। ਹਾਂਜੀ ਮੈਡਮ ਆਸ਼ਾ ਜੀ, ਤੁਸੀਂ ਆਪਣੀ ਕੋਈ ਕਹਾਣੀ ਜਿਹੜੀ ਇਹ ਰੱਖੋ। ਮੈਂ ਆਪਣੇ ਵੱਲੋਂ ਤਾਂ ਸਾਰਿਆਂ ਨੂੰ ਸਰਪ੍ਰਾਈਜ਼ ਦੇ ਰਿਹਾ ਸੀ, ਮਗਰ ਤੁਹਾਨੂੰ ਮੈਂ ਭੁੱਲ ਗਿਆ, ਦੇਖ ਲਓ, ਸੌਰੀ ਫॉर दैट। ਹਾਂਜੀ ਤੁਸੀਂ ਆਪਣੀ ਕੋਈ ਕਹਾਣੀ। ਮੇਰੀ ਕਹਾਣੀ ਦਾ ਸ਼ੀਰਸ਼ਕ ਹੈ ਜੀ ਫੈਸਲਾ। ਹਾਂਜੀ ਆਪਣਾ ਵਾਈਡ ਐਂਗਲ ਕਰ ਲਓ ਮੈਡਮ, ਵਾਈਡ ਐਂਗਲ ਦੇ ਤੇ ਕੈਮਰਾ ਆਪਣਾ ਫੋਨ ਕਰ ਲਓ। ਹਾਂਜੀ ਦੈਟਸ ਥੋੜਾ ਘੁਮਾ ਇੱਕ ਵਾਰੀ ਹਿਲਾ ਕੇ।
हाँ जी ठीक है। हाँ मेरी कहानी का शीर्षक है फैसला। शाम ਦੇ 5 ਵਜੇ ਸੀ। ਪਿਤਾ ਜੀ ਦਫ਼ਤਰ ਤੋਂ ਵਾਪਿਸ ਆ ਚੁੱਕੇ ਸੀ। ਭੈਣ ਭਰਾਵਾਂ ਦਾ ਇੰਤਜ਼ਾਰ ਕਰ ਰਹੇ ਸੀ। ਸਾਰੇ ਇਕੱਠੇ ਹੋਣ ਵਿੱਚ ਚਾਹ ਪੀਤੀ ਤੇ ਬੜੀ ਹਾਸੋਹੀਣੀ ਗੱਲਾਂ ਹੋ ਰਹੀਆਂ ਸਨ। ਗੱਲਾਂ ਹੋਣ ਤੋਂ ਬਾਅਦ ਮੈਂ ਬੜੇ ਹੌਲੇ ਜਿਹੇ ਇੱਕ ਸਰਟੀਫਿਕੇਟ ਰੱਖਿਆ ਜਿਸ ਵਿੱਚ ਸਕੂਲ ਲਿਵਿੰਗ ਸਰਟੀਫਿਕੇਟ ਸੀ। उस सर्टिफिकेट देख के सारा परिवार दंग हो गया। पिताजी ने बड़े गुस्से च पूछा, तू पढ़ाई क्यों छड्डी? ये स्कूल लिविंग सर्टिफिकेट क्यों लेके आई? तेनू पढ़न दा शौक नहीं? मैं क्या मेनू बहुत शौक है, पढ़ना मैं चाहती है। उन्होंने कहा तू स्कूल लिविंग सर्टिफिकेट क्यों लिखा? तेरे नंबर की है, मेरे रिपोर्ट कार्ड देखे गए, मेरे टीचर्स नाल गल कीती गई, मेरे सारे नंबर ठीक सी, रिपोर्ट कार्ड बहुत अच्छी सी। मैं उस तो बाद सर्टिफिकेट ਦੇ ਨੀਚੇ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਸਕੂਲ ਲਿਵਿੰਗ ਸਰਟੀਫਿਕੇਟ ਦੇ ਨੀਚੇ ਬਾਕੀ ਸਰਟੀਫਿਕੇਟਸ ਵੀ ਦੇਖੋ, ਜਿਸ ਦੇ ਵਿੱਚ ਮਾਂ ਦੀ ਰਿਪੋਰਟ ਸੀ, ਮੈਡੀਕਲ ਰਿਪੋਰਟ ਸੀ, ਜਿਸ 'ਚ ਲਿਖਿਆ ਸੀ ਮਾਂ ਦੀਆਂ ਅੱਖਾਂ ਤੋਂ ਦਿਖਣਾ ਬਹੁਤ ਘੱਟ ਹੋ ਗਿਆ ਹੈ ਤੇ ਉਹਦੇ ਫੇਫੜੇ ਇੰਨੇ ਜ਼ਿਆਦਾ ਖਰਾਬ ਹੋ ਚੁੱਕੇ ਹਨ ਕਿ ਉਸ ਨੂੰ ਸਾਂਸ ਲੈਣ ਦੀ ਵੀ ਦਿੱਕਤ ਆਉਂਦੀ ਹੈ। ਔਰ ਮੈਂ ਇਸੇ ਕਾਰਨ ਤੇ ਮੈਂ ਫੈਸਲਾ ਲਿਆ ਸੀ ਕਿ ਮੈਂ ਸਕੂਲ ਨਹੀਂ ਜਾਵਾਂਗੀ। ਜਦੋਂ ਪਿਤਾ ਜੀ ਨੇ ਰਿਪੋਰਟ ਦੇਖੀ ਉਹਨਾਂ ਦੀ ਅੱਖਾਂ 'ਚ ਅੱਥਰੂ ਆ ਗਏ। ਉਹਨਾਂ ਨੇ ਮੈਨੂੰ ਸੀਨੇ ਨਾਲ ਲਗਾ ਲਿਆ ਔਰ ਸਿਰ ਤੇ ਹੱਥ ਰੱਖਿਆ। ਤੂੰ ਪੁੱਤਰ ਅੱਜ ਮਾਂ ਦੀ ਇੰਨੀ ਫਿਕਰ ਕੀਤੀ ਹੈ, ਪਰਮਾਤਮਾ ਤੈਨੂੰ ਤਰੱਕੀ ਦੇਵੇ। ਇਹ ਜ਼ਿੰਮੇਦਾਰੀ ਤੇਰੀ ਨਹੀਂ, ਇਹ ਮੇਰੀ ਹੈ, ਮੈਂ ਖੁਦ ਦੇਖਾਂਗਾ। ਪਰ ਮੈਂ ਫਿਰ ਵੀ ਆਪਣਾ ਫੈਸਲੇ ਤੇ ਅਟਲ ਸੀ ਕਿ ਮੈਂ ਮਾਂ ਨੂੰ ਇਕੱਲੇ ਛੱਡ ਕੇ ਕਾਲਜ ਨਹੀਂ ਜਾਵਾਂਗੀ, ਮੈਂ ਘਰ ਤੋਂ ਹੀ ਪੜ੍ਹਾਈ ਕਰਾਂਗੀ। ਔਰ ਮੈਂ ਉਸੇ ਫੈਸਲੇ ਦੇ ਨਾਲ ਮਾਂ ਦੀ ਭਾਲ ਵੀ ਕੀਤੀ ਤੇ ਆਪਣੀ ਪੜ੍ਹਾਈ ਵੀ ਕੀਤੀ। ਸ਼ੁਕਰੀਆ। ਕਿਉਂਕਿ ਜਿੰਨੀਆਂ ਕਵਿਤਾਵਾਂ ਅਸੀਂ ਪੇਸ਼ ਕਰਦੇ ਹਾਂ, ਕਹਾਣੀ ਪੇਸ਼ ਕਰਦੇ ਹਾਂ, ਉਹਦਾ ਜਿਹੜਾ ਮਕਸਦ ਹੁੰਦਾ ਹੈ ਸਮਾਜ ਦੇ ਵਿੱਚ ਸੁਧਾਰ ਲਿਆਉਣਾ ਹੁੰਦਾ, ਕੋਈ ਵੀ ਜਿਹੜਾ ਮੈਸੇਜ ਜਿਹੜਾ ਹੈਗਾ। ਤੇ ਮੈਂ ਬੜਾ ਖੁਸ਼ ਹਾਂ ਕਿ ਜਿੰਨੇ ਵੀ ਸਾਡੇ ਪਾਰਟਿਸਪੇਟ, ਜਿੰਨੇ ਵੀ ਮਹਿਮਾਨ ਆਏ, ਉਹਨਾਂ ਨੇ ਇਸ ਤਰੀਕੇ ਦੀਆਂ ਕਹਾਣੀਆਂ ਸਾਰਿਆਂ ਨੇ ਦਿੱਤੀਆਂ ਕਿ ਉਹਦਾ ਸੁਨੇਹਾ ਜਿਹੜਾ ਹੈਗਾ, ਹਰ ਇੱਕ ਦਾ ਜਿਹੜਾ ਰੰਗ ਸੀ ਉਹ ਸਮਾਜ ਨੂੰ ਸੁਨੇਹਾ ਦੇਣ ਵਾਲਾ ਸੀ। ਤੇ ਬੜੀ ਮਨ ਦੀ ਖੁਸ਼ੀ ਹੁੰਦੀ ਹੈ, ਖਾਸ ਕਰਕੇ ਰਿਸ਼ਤੇ ਦੇ ਅਹਿਮੀਅਤ ਦੀਆਂ ਜਿਹੜੀਆਂ ਕਹਾਣੀਆਂ ਜਿਹੜੀਆਂ ਹੈਗੀਆਂ ਮੈਂ ਨੋਟ ਕੀਤੀਆਂ ਕਿ ਕਾਫੀ ਜ਼ਿਆਦਾ ਪੇਸ਼ ਕੀਤੀਆਂ ਗਈਆਂ। ਤੇ ਮਨ ਨੂੰ ਖੁਸ਼ੀ ਵੀ ਹੁੰਦੀ ਹੈ ਕਿਉਂਕਿ ਅਸੀਂ ਇਹਨਾਂ ਕਹਾਣੀਆਂ ਦੇ, ਕਿਉਂਕਿ ਇਹ ਕਹਾਣੀਆਂ ਸਾਡੇ ਨਿੱਜੀ ਜੀਵਨ ਦੇ ਵਿੱਚ ਆਮ ਵਾਪਰਦੀਆਂ ਹੈਗੀਆਂ ਤੇ ਉਹਨਾਂ ਨੂੰ ਇੱਕ ਅੱਖਰਾਂ ਦਾ ਰੂਪ ਦੇ ਕੇ ਜਦੋਂ ਅਸੀਂ ਪੇਸ਼ ਕਰਦੇ ਹਾਂ ਤੇ ਇਹ ਸੁਣਨ ਵਾਲਿਆਂ ਨੂੰ ਵੀ ਬਹੁਤ ਵਧੀਆ ਲੱਗਦੀਆਂ। ਤੇ ਇੱਕ ਸਮਾਜ ਨੂੰ ਜਦੋਂ ਅਸੀਂ ਮੈਸੇਜ ਦਿੰਦੇ ਹਾਂ, ਖਾਸ ਕਰਕੇ ਉਹ ਜਿਹੜੀ ਮੈਡਮ ਅਮਰਦੀਪ ਕੌਰ ਲੱਕੀ ਨੇ ਉਸਰੇ ਵਾਲੀ ਜਿਹੜੀ ਗੱਲ ਕਹਾਣੀ ਜਿਹੜੀ ਸੁਣਾਈ, ਤੁਸੀਂ ਵੀ ਸੁਣਾਈਆਂ, ਜਿਹੜੀਆਂ ਜਿਨ੍ਹਾਂ ਨੇ ਵੀ ਸੁਣਾਈਆਂ, ਸਾਰਿਆਂ ਦੀ ਮੈਂ ਪ੍ਰਸ਼ੰਸਾ ਕਰਦਾ ਕਿ ਸਾਰਿਆਂ ਦਾ ਜਿਹੜਾ ਮੈਸੇਜ ਜਿਹੜਾ ਸੀਗਾ ਉਹ ਬਹੁਤ ਕਮਾਲ ਦਾ ਸੀ। ਮੈਂ ਹੁਣ ਪ੍ਰੋਗਰਾਮ ਦੀ ਸਮਾਪਤੀ ਵੱਲੋਂ ਜਾ ਰਿਹਾ। ਜੇ ਕੋਈ ਆਪਣੇ ਕੋਈ ਕਹਾਣੀ ਮੈਨੂੰ ਇੰਗਲਿਸ਼ ਦੇ ਵਿੱਚ ਮੈਨੂੰ ਮੈਸੇਜ ਆਇਆ ਸੀ ਮੈਡਮ ਰਿਪਨ ਕੌਰ ਜੋਤ ਬੱਗਾ ਦਾ, ਉਹ ਜੀ ਮੈਨੂੰ ਇੰਗਲਿਸ਼ ਦੇ ਵਿੱਚ ਮੈਂ ਕਹਿੰਦਾ ਆਈ ਥਿੰਕ ਸ਼ੀ ਹੈਜ਼ ਲੈਫਟ ਦੈਟ, ਉਹ ਚਲੇ ਗਏ ਲੱਗਦਾ। ਤੇ ਮੈਂ ਹੁਣ ਸਮਾਪਤੀ ਵੱਲ ਨੂੰ ਜਾਊਂਗਾ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈਗਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਮੈਂ ਮੇਘਰਾਜ ਸਿੰਘ ਜੀ ਨਾਲ ਸਲਾਹ ਵੀ ਕੀਤੀ ਸੀ ਕਿ ਅਸੀਂ ਇੱਕ ਦਿਨ ਜਿਹੜਾ ਹੈਗਾ ਨਾ, ਹੁਣ ਜਿੱਦਾਂ ਅਸੀਂ ਮਹੀਨੇ 'ਚ ਇੱਕ ਸੈਟਰਡੇ ਦਿੰਦੇ ਸੀਗੇ, ਸ਼ਨੀਚਰਵਾਰ ਦਿੰਦੇ ਸੀਗੇ, ਅਸੀਂ ਸਲਾਹ ਕਰ ਰਹੇ ਹਾਂ ਕਿ ਸ਼ਾਇਦ ਤੁਹਾਨੂੰ ਇੱਕ ਸ਼ੁੱਕਰਵਾਰ ਜਿਹੜਾ ਹੈਗਾ ਅਸੀਂ ਸਾਹਿਤ ਵਾਸਤੇ ਉਹਦੇ ਵਿੱਚ ਤੁਸੀਂ ਕਹਾਣੀਆਂ ਪੇਸ਼ ਕਰੋ, ਚੁਟਕਲੇ ਪੇਸ਼ ਕਰੋ, ਕਵਿਤਾਵਾਂ ਪੇਸ਼ ਕਰੋ। ਇਹ ਜਿਹੜਾ ਹੈਗਾ ਅਸੀਂ ਆਉਣ ਵਾਲੇ ਸਮੇਂ ਵਿੱਚ ਸ਼ੁੱਕਰਵਾਰ ਦਾ ਜਿਹੜਾ ਦਿਨ ਹੈ ਤੁਹਾਨੂੰ ਜਿਹੜਾ ਉਹ ਸ਼ਾਇਦ ਪੂਰੇ ਦਾ ਪੂਰਾ ਅਸੀਂ 1 ਘੰਟੇ ਦਾ ਪ੍ਰੋਗਰਾਮ ਜਿਹੜਾ ਦੇ ਦੇਵਾਂਗੇ। ਉਹਦੇ ਵਿੱਚ ਮੈਂ ਵੀ ਸ਼ਾਮਿਲ ਹੋ ਸਕਦਾ ਤੇ ਜੇ ਤੁਸੀਂ ਆਪ ਵੀ ਇਹਨੂੰ ਹੋਸਟ ਕਰਨਾ ਤੇ ਉਹ ਮਿਲ ਕੇ ਜਿਹੜਾ ਹੈਗਾ ਇੱਕ ਪ੍ਰੋਗਰਾਮ ਜਿਹੜਾ ਹੈਗਾ ਉਹ ਤੁਹਾਨੂੰ ਦੇ ਦਿੱਤਾ ਜਾਇਆ ਕਰੂਗਾ। ਅਸੀਂ ਇਹ ਚੀਜ਼ ਦੀ ਸਲਾਹ ਜਿਹੜੀ ਹੈਗੀ ਕਰ ਰਹੇ ਹਾਂ, ਤੁਹਾਨੂੰ ਜਲਦੀ ਇਨਫੋਰਮ ਵੀ ਕੀਤਾ ਜਾਇਆ ਕਰੂਗਾ। ਬਾਕੀ ਮੈਂ ਆਸ ਕਰਦਾ ਸਾਡੇ ਵਿਊਅਰਸ ਨੂੰ ਤੇ ਤੁਹਾਨੂੰ ਵੀ ਸਾਰੇ ਜਣਿਆਂ ਨੇ ਜਿਨ੍ਹਾਂ ਨੇ ਭਾਗ ਲਿਆ, ਸਾਰਿਆਂ ਨੂੰ ਇਹ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਏਗਾ। ਮਨ ਨੂੰ ਖੁਸ਼ੀ ਹੈ ਇਸ ਚੀਜ਼ ਦੀ ਤੇ ਬੜੀ ਵਧੀਆ ਲੱਗਿਆ ਕਿ ਇਹ ਜਿਹੜਾ ਇੱਕ ਸਾਹਿਤ ਦਾ ਰੰਗ ਜਿਹੜਾ ਹੈਗਾ ਤੁਸੀਂ ਸਾਰਿਆਂ ਨੇ ਮਿਲ ਕੇ ਪੇਸ਼ ਕੀਤਾ। ਮਨ ਨੂੰ ਇਹ ਬਹੁਤ ਦੀ ਖੁਸ਼ੀ ਹੈਗੀ ਆ ਤੇ ਅੱਜ ਮਨ ਦੀ ਤਸੱਲੀ ਵੀ ਹੈ ਕਿ ਅਸੀਂ ਸਾਹਿਤ ਦੇ ਵਾਸਤੇ ਜਿੱਥੇ ਅਸੀਂ ਆਪਣੇ ਆਪਣੇ ਫੀਲਡਸ ਦੇ ਵਿੱਚ ਯੋਗਦਾਨ ਪਾ ਰਹੇ ਹਾਂ, ਕੋਈ ਪੜ੍ਹਾਈ ਵਿਦਿਅਕ ਤੌਰ ਦੇ ਉੱਤੇ ਆਪਣੇ ਕਰ ਰਿਹਾ, ਕੋਈ ਕਿਸੇ ਤਰੀਕੇ ਦੇ ਨਾਲ ਕਰ ਰਿਹਾ, ਉੱਥੇ ਅਸੀਂ ਪੰਜਾਬੀ ਸਾਹਿਤ ਨੂੰ, ਇੰਗਲਿਸ਼ ਲਿਟਰੇਚਰ ਨੂੰ ਤੇ ਹਿੰਦੀ ਸਾਹਿਤ ਨੂੰ ਵੀ ਜਿਹੜਾ ਹੈਗਾ ਅਸੀਂ ਆਪਣਾ ਇਹਨਾਂ ਚੀਜ਼ਾਂ ਦੇ ਜਿਹੜੇ ਕਹਾਣੀਆਂ ਦੀ ਕਵਿਤਾਵਾਂ ਦੇ ਸਦਕਾ ਜਿਹੜਾ ਹੈਗਾ ਆਪਣਾ ਯੋਗਦਾਨ ਦੇ ਰਹੇ। ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ।
ਤੇ ਇਹ ਪ੍ਰੋਗਰਾਮ ਦੇ ਸੁਧਾਰ ਦੇ ਹਿੱਤ ਵੀ ਆਪ ਜੀ ਕੋਈ ਆਪਣੇ ਕਮੈਂਟਸ ਕਰਨਾ ਚਾਹੋ ਤੇ ਜ਼ਰੂਰ ਕਰ ਸਕਦੇ ਹੋ। ਤੇ ਵਾਇਸ ਆਫ ਮਾਨਤਾ ਤੇ ਫਿਰ ਆਪ ਜੀ ਦਾ ਬਹੁਤ ਸਵਾਗਤ ਹੈ। ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।